रेडियो इंडिया KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਪਿਆਰ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ। 6 ਮਾਰਚ 2022 ਤੇ ਪ੍ਰੋਗਰਾਮ ਅੱਜ ਦਾ ਮੁੱਦਾ ਇਤਿਹਾਸ ਦੇ ਝਰੋਖੇ ਚੋਂ ਵਿੱਚ ਆਪ ਸਭ ਦਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਵਿੱਚ ਇੱਕ ਦਿਨ ਆਪ ਸਭ ਲਈ ਪੇਸ਼ ਕੀਤਾ ਜਾਂਦਾ ਹੈ, ਹਰ ਸੰਡੇ ਨੂੰ ਸਵੇਰੇ 8 ਤੋਂ ਲੈ ਕੇ 10 ਵਜੇ ਦੇ ਦਰਮਿਆਨ। इस प्रोग्राम दे विच मेरा साथ दिंदे ने रेडियो इंडिया के डायरैक्टर ऑफ रिसर्च बैरिस्टर लवलीन सिंह गिल। प्रोग्राम के पिछले भाग विच असीं भारतीय राष्ट्रवाद की चर्चा की। असीं देखिया कि भारत किस तरह एक देश तो वध के एक राष्ट्र है अते एक राष्ट्र तो भी अगे वध के एक सभ्यता है। असीं भारतीय सभ्यता के विकास की चर्चा की। किस तरह भारतीय सभ्यता एक जीवित सभ्यता है, किस तरह हड़प्पा तो आज तक भारतीय सभ्यता विच एक निरंतरता चल रही है। आज प्रोग्राम की दूसरी कड़ी विच असीं उसे चर्चा नूं अगे वधाउंदे होए ये देखांगे कि भारतीय समाज विच गिरावट कित्थे आई, भारतीय समाज दे विच किहड़ियां कमियां सन कि ओह विदेशी ताकतां दा गुलाम बनिया। भारतीयां विच गुलाम मानसिकता किस तरह उत्पन्न हुई अते एक नवा भारतीय समाज किवें सिरजिया जा सकता है। इसे विषय ते चर्चा करन दे लई जुड़ चुके साडे नाल रेडियो इंडिया के डायरैक्टर ऑफ रिसर्च बैरिस्टर लवलीन सिंह गिल। लवलीन जी, प्रोग्राम च तुहाडा स्वागत है। गुड मॉर्निंग। गुड मॉर्निंग सुखजीत जी, शुक्रिया। लवलीन जी, असीं भारतीय सभ्यता की महानता बारे पिछली कड़ी विच चर्चा की। ਅੱਜ ਸਾਨੂੰ ਦੱਸੋ ਕਿ ਭਾਰਤੀ ਸਭਿਅਤਾ ਵਿੱਚ ਗਿਰਾਵਟ ਕਿਸ ਕਾਰਨ ਆਈ। ਸੁਖਜੀਤ ਜੀ, ਅਸੀਂ ਪਿਛਲੀ ਪ੍ਰੋਗਰਾਮ ਦੀ ਕੜੀ ਵਿੱਚ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਅਸੀਂ ਭਾਰਤ ਦੇ ਰਾਸ਼ਟਰਵਾਦ, ਭਾਰਤ ਦੇ ਇੱਕ ਦੇਸ਼ ਹੋਣ, ਇੱਕ ਰਾਸ਼ਟਰ ਹੋਣ ਤੇ ਉਸ ਤੋਂ ਅਗਾਂਹ ਵੱਧ ਕੇ ਇੱਕ ਸਭਿਅਤਾ ਹੋਣ ਦੀ ਚਰਚਾ ਕੀਤੀ। ਸੋ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਨਾਲ ਅਸੀਂ ਪੋਜ਼ਿਟਿਵ ਗੱਲਾਂ ਤਾਂ ਕੀਤੀਆਂ, ਪਰ ਸਾਡੇ ਸਮਾਜ ਦੇ ਵਿੱਚ, ਸਾਡੀ ਸਭਿਅਤਾ ਦੇ ਵਿੱਚ ਇਸ ਗੱਲ ਤੋਂ ਵੀ ਅਸੀਂ ਮੁਨਕਰ ਨਹੀਂ ਹੋ ਸਕਦੇ ਕਿ ਬਹੁਤ ਸਾਰੀ ਗਿਰਾਵਟ ਵੀ ਆਈ ਹੈ, ਬਹੁਤ ਸਾਰੀਆਂ ਕਮੀਆਂ ਵੀ ਨੇ ਇਤਿਹਾਸਕ ਤੌਰ ਤੇ, ਜਿਨ੍ਹਾਂ ਦੇ ਕਰਕੇ ਸਾਡੇ ਦੇਸ਼ ਦਾ ਤੇ ਸਾਡੀ ਕੌਮ ਦਾ ਹਮੇਸ਼ਾ ਨੁਕਸਾਨ ਹੋਇਆ। ਸੋ ਅੱਜ ਅਸੀਂ ਉਹਨਾਂ ਹੀ ਕਮੀਆਂ ਬਾਰੇ ਚਰਚਾ ਕਰਾਂਗੇ। ਜੇ ਤੁਸੀਂ ਗਿਰਾਵਟ ਦੀ ਗੱਲ ਕਰੋਗੇ, ਭਾਰਤੀ ਸਭਿਅਤਾ ਦੇ ਵਿੱਚ ਗਿਰਾਵਟ ਕਦ ਆਈ, ਤਾਂ ਮੈਂ ਜੋ ਗੱਲਬਾਤ ਹੈ ਉਸ ਨੂੰ ਪੋਸਟ ਵੈਦਿਕ ਏਜ ਤੋਂ ਸ਼ੁਰੂ ਕਰੂੰਗਾ ਜੀ। ਸਭ ਤੋਂ ਜੋ ਭਾਰਤੀ ਸਮਾਜ ਦੇ ਵਿੱਚ, ਭਾਰਤ ਦੇ ਵਿੱਚ ਜੇ ਮੈਂ ਗਿਰਾਵਟ ਦਾ ਜੇ ਕਿਸੇ ਚੀਜ਼ ਨੂੰ ਵਾਈਜ਼ ਮੰਨਦਾ ਹਾਂ ਤਾਂ ਉਹ ਹੈ ਜਾਤੀ ਪ੍ਰਥਾ ਜਾਂ ਕਾਸਟ ਸਿਸਟਮ। ਸੋ ਪੋਸਟ ਵੈਦਿਕ ਏਜ ਦੇ ਵਿੱਚ ਜੋ ਵੈਦਿਕ ਕਾਲ ਸੀ, ਵੈਦਿਕ ਕਾਲ ਦੇ ਵਿੱਚ ਕਾਸਟ ਸਿਸਟਮ ਸੀ, ਪਰ ਉਹ ਇੰਨਾ ਰਿਜਿਡ ਸਿਸਟਮ ਨਹੀਂ ਸੀ, ਇੰਨਾ ਕੱਟੜ ਕਾਸਟ ਸਿਸਟਮ ਨਹੀਂ ਸੀ। ਉਸ ਦੇ ਵਿੱਚ ਕਾਸਟ ਮੋਬਿਲਿਟੀ ਅਸੀਂ ਜਿਹਨੂੰ ਕਹਿੰਦੇ ਆ ਉਹ ਸੀ ਕਿ ਇੱਕ ਕਾਸਟ ਤੋਂ ਬੰਦਾ ਉਹਦੇ ਕਰਮਾਂ ਦੇ ਆਧਾਰ ਤੇ, ਜਨਮ ਦੇ ਆਧਾਰ ਤੇ ਜਾਤੀ ਨਹੀਂ ਸੀ। ਜੇ ਕੋਈ ਬੰਦਾ ਕਰਮਾਂ ਦੇ ਆਧਾਰ ਤੇ ਕੁਝ ਕਰਦਾ ਸੀ ਤਾਂ ਉਹ ਕਰਮ ਦੇ ਆਧਾਰ ਤੇ ਉਸ ਨੂੰ ਜਾਤੀ ਮਿਲਦੀ ਸੀ। ਜਿਸ ਤਰ੍ਹਾਂ ਅਸੀਂ ਪਾਣਿਨੀ ਦੀ ਗੱਲ ਕਰੀਏ, ਜੋ ਪਾਣਿਨੀ ਹੈ ਉਹ ਦੱਸਿਆ ਜਾਂਦਾ ਹੈ ਕਿ ਉਹ ਜੋ ਸ਼ੂਦਰ ਜਾਤੀ ਦੇ ਵਿੱਚ ਪੈਦਾ ਹੋਏ, ਜਿਸ ਨੂੰ ਕਿ ਜੋ ਬ੍ਰਾਹਮਣਵਾਦੀ ਸਮਾਜ ਹੈ ਸ਼ੂਦਰ ਨੂੰ ਉਹ ਬਹੁਤ ਨਿਮਨ ਤਬਕੇ ਉੱਤੇ ਮੰਨਦਾ ਹੈ। ਉਹ ਇਹ ਮੰਨਦਾ ਹੈ ਕਿ ਜੋ ਸ਼ੂਦਰ ਸਮਾਜ ਹੈ ਉਸ ਦੇ ਵਿੱਚੋਂ ਜੋ ਕੋਈ ਵੀ ਵਿਅਕਤੀ ਹੈ ਉਹ ਪੜ੍ਹ ਲਿਖ ਨਹੀਂ ਸਕਦਾ ਜਾਂ ਕੋਈ ਇੰਟੈਲੈਕਚੁਅਲ ਐਕਟੀਵਿਟੀ ਉਸ ਦੇ ਵਿੱਚ ਉਹ ਹਿੱਸਾ ਨਹੀਂ ਬਣ ਸਕਦਾ। ਪਰ ਪਾਣਿਨੀ ਨੇ ਸੰਸਕ੍ਰਿਤ ਭਾਸ਼ਾ ਦਾ ਸਭ ਤੋਂ ਉੱਚ ਕੋਟੀ ਦਾ ਜੋ ਵਿਆਕਰਣ ਉਹ ਲਿਖਿਆ, ਜਿਸ ਨੂੰ ਅਸ਼ਟਾਂਗ ਵਿਆਕਰਣ ਕਿਹਾ ਜਾਂਦਾ ਹੈ, 8 ਅੰਗਾਂ ਵਾਲਾ ਅਸ਼ਟਾਂਗ। ਉਹ ਵਿਆਕਰਣ ਲਿਖਣ ਤੋਂ ਬਾਅਦ ਜਦ ਸਮਾਜ ਨੇ ਉਸ ਨੂੰ ਨੋਟਿਸ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਤੂੰ ਜੋ ਕਰਮ ਤੋਂ ਤੂੰ ਬ੍ਰਾਹਮਣ ਹੈ, ਇਸ ਲਈ ਅੱਜ ਤੋਂ ਤੇਰੀ ਜਾਤੀ ਹੈ ਉਹ ਤੂੰ ਬ੍ਰਾਹਮਣ ਜਾਤੀ ਹੋਈ ਤੇਰੀ, ਤੇ ਤੂੰ ਸ਼ੂਦਰ ਨਹੀਂ। ਪਰ ਪੋਸਟ ਵੈਦਿਕ ਜਦ ਵੈਦਿਕ ਕਾਲ ਦੇ ਜਾਂਦੇ ਜਾਂਦੇ ਜਦ ਉਸ ਦੂਜਾ ਕਾਲ ਆਉਂਦਾ ਹੈ ਉਸ ਨੂੰ ਫਿਰ ਅਸੀਂ ਪੋਸਟ ਵੈਦਿਕ ਏਜ ਕਹਿੰਦੇ ਆ। ਪੋਸਟ ਵੈਦਿਕ ਏਜ ਦੇ ਵਿੱਚ ਆਉਂਦੇ ਆਉਂਦੇ ਜੋ ਬ੍ਰਾਹਮਣਵਾਦ ਦਾ ਭਾਰਤ ਦੇ ਵਿੱਚ ਬੋਲਬਾਲਾ ਹੋ ਗਿਆ। ਇੱਥੇ ਸੁਖਜੀਤ ਜੀ ਮੈਂ ਆਪਣੇ ਸਰੋਤਿਆਂ ਨੂੰ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਦ ਅਸੀਂ ਬ੍ਰਾਹਮਣਵਾਦ ਦੀ ਗੱਲ ਕਰਦੇ ਹਾਂ ਤਾਂ ਅਸੀਂ ਜੋ ਬ੍ਰਾਹਮਣ ਜਾਤੀ ਹੈ ਉਹਦੀ ਗੱਲ ਨਹੀਂ ਕਰਦੇ। ਬ੍ਰਾਹਮਣਵਾਦ ਇੱਕ ਸੋਚ ਹੈ ਜੀ
ਜਿਸ ਦੀ ਅਸੀਂ ਚਰਚਾ ਕਰਦੇ ਹਾਂ ਤੇ ਜਿਸ ਦੀ ਅਸੀਂ ਨਿਖੇਧੀ ਵੀ ਕਰਦੇ ਹਾਂ ਜੀ। ਕਿਉਂਕਿ ਜੋ ਬ੍ਰਾਹਮਣਵਾਦ ਦੀ ਸੋਚ ਹੈ ਉਹ ਮਨੁੱਖ ਨੂੰ ਮਨੁੱਖ ਨਹੀਂ ਮੰਨਦੀ, ਮਨੁੱਖ ਦੇ ਵਿੱਚ ਭੇਦਭਾਵ ਕਰਦੀ ਹੈ, ਡਿਸਕ੍ਰਿਮੀਨੇਸ਼ਨ ਕਰਦੀ ਹੈ, ਜਨਮ ਤੇ ਆਧਾਰਿਤ, ਲਿੰਗ ਤੇ ਆਧਾਰਿਤ, ਸੋਚ ਤੇ ਆਧਾਰਿਤ, ਵਿਸ਼ਵਾਸ ਤੇ ਆਧਾਰਿਤ। ਸੋ ਇਸ ਲਈ ਅਸੀਂ ਉਸ ਸੋਚ ਦੀ ਨਿਖੇਧੀ ਕਰਦੇ ਹਾਂ ਤੇ ਨਿੰਦਿਆ ਕਰਦੇ ਹਾਂ, ਜਿਸ ਨਾਲ ਸਾਡਾ ਮੰਤਵ ਕੋਈ ਬ੍ਰਾਹਮਣ ਸਮਾਜ ਨੂੰ ਕੋਈ ਠੇਸ ਪਹੁੰਚਾਉਣਾ ਨਹੀਂ ਜਾਂ ਉਹਨਾਂ ਦੇ ਖਿਲਾਫ ਬੋਲਣਾ ਨਹੀਂ। ਬ੍ਰਾਹਮਣ ਸਮਾਜ ਦੀ ਬੜੀ ਦੇਣ ਹੈ ਹਿੰਦੁਸਤਾਨ ਨੂੰ, ਬਹੁਤ ਕੁਝ ਉਹਨਾਂ ਨੇ, ਬਹੁਤ ਵੱਡੇ ਵੱਡੇ, ਚਾਹੇ ਪੋਲਿਟਿਕਸ ਹੋਵੇ, ਚਾਹੇ ਉਹ ਅਕੈਡਮਿਕ ਫੀਲਡ ਹੋਵੇ, ਬਹੁਤ ਵੱਡੇ ਵੱਡੀ ਹਸਤੀਆਂ ਪੈਦਾ ਕੀਤੀਆਂ ਨੇ। ਪਰ ਜੋ ਬ੍ਰਾਹਮਣਵਾਦ ਦੀ ਸੋਚ ਹੈ ਉਸਨੇ ਭਾਰਤ ਦਾ ਬਹੁਤ ਨੁਕਸਾਨ ਕੀਤਾ ਹੈ। ਤੇ ਜੋ ਬ੍ਰਾਹਮਣਵਾਦ ਦੀ ਸੋਚ ਹੈ ਭਾਰਤੀ ਸਮਾਜ ਦੇ ਵਿੱਚ ਤੇ ਭਾਰਤੀ ਸੱਭਿਅਤਾ ਦੇ ਵਿੱਚ ਜੋ ਨਿਘਾਰ ਆਇਆ ਹੈ ਜਾਂ ਉਹ ਹੇਠਾਂ ਵੱਲ ਨੂੰ ਗਈ, ਉਸ ਦੇ ਵਿੱਚ ਇੱਕ ਜੋ ਬਹੁਤ ਵੱਡਾ ਰੋਲ ਸੀ ਉਹ ਇਸ ਬ੍ਰਾਹਮਣਵਾਦੀ ਸੋਚ ਦਾ ਸੀ। ਜੋ ਪ੍ਰੀਸਟਲੀ ਕਲਾਸ ਹੈ ਜਾਂ ਜੋ ਪੁਜਾਰੀ ਦੀ ਜੋ ਸੋਚ ਹੈ ਉਸ ਦੀ ਮੈਂ ਗੱਲ ਕਰਾਂ। ਸੋ ਜੇ ਅਸੀਂ ਜਾਤ ਪਾਤ ਦੀ ਸ਼ੁਰੂਆਤ ਦੇਖੀਏ ਤਾਂ ਉਹ ਰਿਗਵੇਦ ਦੇ ਵਿੱਚ ਜੋ ਪੁਰਸ਼ ਸੁਕਤ ਹੈ ਉਸ ਦੇ ਵਿੱਚ ਸਾਨੂੰ ਮਿਲਦਾ ਹੈ ਕਿ ਜੋ ਚਾਰੇ ਜਾਤੀਆਂ ਦੀ ਉਤਪਤੀ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਕਿ ਜੋ ਮੂੰਹ ਚੋਂ ਪੈਦਾ ਹੋਇਆ ਉਹ ਬ੍ਰਾਹਮਣ ਕਹਾਇਆ, ਜੋ ਬਾਹਾਂ ਚੋਂ ਪੈਦਾ ਹੋਇਆ ਉਹ ਛਤਰੀ ਕਹਾਇਆ, ਤੇ ਉਸ ਦਾ ਰੋਲ ਸਮਾਜ ਦੀ ਰੱਖਿਆ ਕਰਨਾ ਸੀ, ਉਸ ਦਾ ਰੋਲ ਸੀ ਰਾਜ ਕਰਨਾ, ਰਾਜ ਪ੍ਰਬੰਧ ਦੇਣਾ। ਬ੍ਰਾਹਮਣ ਦਾ ਜੋ ਮੁਖ ਚੋਂ ਪੈਦਾ ਹੋਇਆ ਉਹ ਸੀ ਗੁਰੂ ਸੀ, ਉਸਨੇ ਪੜ੍ਹਾਉਣਾ ਲਿਖਾਉਣਾ ਤੇ ਅਕੈਡਮਿਕਸ ਦਾ ਜੋ ਫੀਲਡ ਹੈ ਉਸ ਨੂੰ ਦੇ ਦਿੱਤਾ। ਜੋ ਲੱਤਾਂ ਚੋਂ ਪੈਦਾ ਹੋਇਆ ਉਸ ਨੂੰ ਉਹ ਕਿਹਾ ਗਿਆ ਵੈਸ਼ਯ ਕਿਹਾ ਗਿਆ, ਉਸ ਦਾ ਕੰਮ ਸੀ ਵਪਾਰ ਕਰਨਾ ਜਾਂ ਹੋਰ ਜੋ ਸਮਾਜਿਕ ਕੰਮ ਨੇ। ਤੇ ਜੋ ਜਿਸ ਨੂੰ ਪੈਰਾਂ ਦੇ ਵਿੱਚੋਂ ਕਿਹਾ ਗਿਆ ਉਸ ਨੂੰ ਕਿਹਾ ਗਿਆ ਸ਼ੂਦਰ, ਕਿ ਉਹ ਪੈਰਾਂ ਦੇ ਵਿੱਚੋਂ ਪੈਦਾ ਹੋਇਆ ਤੇ ਉਸ ਦਾ ਜੋ ਕੰਮ ਹੈ ਉਹ ਸਿਰਫ ਔਰ ਸਿਰਫ ਜੋ ਬਾਕੀ ਤਿੰਨ ਵਰਨ ਨੇ ਜਾਂ ਬਾਕੀ ਤਿੰਨ ਜਾਤੀਆਂ ਨੇ ਉਹਨਾਂ ਦੀ ਸੇਵਾ ਕਰਨਾ ਹੈ। ਜਿਸ ਤਰ੍ਹਾਂ ਪੈਰਾਂ ਦਾ ਹੁੰਦਾ ਹੈ ਕਿ ਉਹ ਬਾਕੀ ਤਿੰਨ ਸਾਰੇ ਸਰੀਰ ਦਾ ਭਾਰ ਝੱਲਣਾ। ਸੋ ਇਹਨਾਂ ਗੱਲਾਂ ਕਰਕੇ, ਇਹ ਸੋਚ ਕਰਕੇ ਜੋ ਸਮਾਜ ਹੈ ਉਹ ਵੰਡਿਆ ਗਿਆ। ਕਈ ਲੋਕ ਤਾਂ ਇਸ ਨੂੰ ਡਿਵੀਜ਼ਨ ਆਫ ਲੇਬਰ ਕਹਿੰਦੇ ਨੇ, ਬਟ ਇਟ ਇਜ਼ ਨਾਟ ਡਿਵੀਜ਼ਨ ਆਫ ਲੇਬਰ, ਇਟ ਇਜ਼ ਡਿਵੀਜ਼ਨ ਆਫ ਪੀਪਲ। ਇਹ ਲੋਕਾਂ ਨੂੰ ਵੰਡਣ ਦੀ ਇੱਕ ਪ੍ਰਣਾਲੀ ਸੀ, ਇਹ ਲੇਬਰ ਨੂੰ ਵੰਡਣ ਦੀ ਪ੍ਰਣਾਲੀ ਨਹੀਂ ਸੀ। ਹੋ ਸਕਦਾ ਕਿਸੇ ਵਕਤ ਰਿਗਵੇਦ ਦੇ ਟਾਈਮ, ਵੈਦਿਕ ਕਾਲ ਦੇ ਵਿੱਚ ਇਹ ਰਹੀ ਹੋਵੇ, ਪਰ ਫਿਰ ਇਸਨੇ ਸਮਾਜ ਦੇ ਵਿੱਚ, ਇਸ ਜਾਤੀਵਾਦੀ ਸਿਸਟਮ ਨੇ ਸਮਾਜ ਨੂੰ ਬੁਰੀ ਤਰ੍ਹਾਂ ਜਾਤਾਂ ਦੇ ਵਿੱਚ ਵੰਡ ਦਿੱਤਾ, ਜਿਸ ਦਾ ਅਸਰ ਤੁਸੀਂ ਅੱਜ ਤੱਕ ਦੇਖਦੇ ਹੋ ਜੀ। ਹੁਣ ਤੁਸੀਂ ਯੂਪੀ ਇਲੈਕਸ਼ਨ ਦੇ ਵਿੱਚ ਦੇਖੋ ਕੀ ਹੋ ਰਿਹਾ ਹੈ, ਸਿਰਫ ਜਾਤੀਆਂ ਦੀ ਗੱਲ ਹੋ ਰਹੀ ਹੈ। ਹਾਂਜੀ, ਬਿਲਕੁਲ। ਜਾਤੀ ਸਮੀਕਰਨ ਕੀ ਹੈ ਜੀ, ਕਿਹੜੀ ਜਾਤੀ ਕਿਹਦੇ ਨਾਲ ਹੈ ਜੀ, ਬ੍ਰਾਹਮਣ ਕਿਹਦੇ ਨਾਲ ਹੈ ਜੀ, ਠਾਕੁਰ ਕਿਹਦੇ ਨਾਲ ਹੈ, ਯਾਦਵ OBC ਕਿਹਦੇ ਨਾਲ ਹੈ, ਜਾਟਵ ਕਿਹਦੇ ਨਾਲ ਹੈ। ਸੋ ਉਹ ਜੋ ਜਾਤੀਆਂ ਦੇ ਵਿੱਚ ਸਮਾਜ ਨੂੰ ਵੰਡਣਾ ਉਹ ਇਸੇ ਕਾਲ ਤੋਂ ਉਸ ਦੀ ਸ਼ੁਰੂਆਤ ਹੋਈ ਤੇ ਜਿਸ ਦੇ ਨਾਲ ਜੋ ਸਮਾਜ ਹੈ ਉਹ ਗਿਰਾਵਟ ਵੱਲ ਜਾਣ ਲੱਗਾ। ਫਿਰ ਤੁਸੀਂ ਦੇਖੋ ਕਿ ਜਾਤੀਆਂ ਦੇ ਵਿੱਚ ਤਾਂ ਵੰਡਿਆ ਹੀ ਗਿਆ ਸਮਾਜ, ਵਰਨਾਂ ਦੇ ਵਿੱਚ ਵੰਡਿਆ ਗਿਆ, ਤੇ ਫਿਰ ਉਸ ਵਰਨ ਵਿਵਸਥਾ ਨਾਲ ਆ ਕੇ ਜੋ ਹੈ ਉਹ ਸ਼ੋਸ਼ਣ ਜੁੜ ਗਿਆ। ਸ਼ੋਸ਼ਣ ਕਿਸ ਤਰ੍ਹਾਂ ਕਿ ਜੋ 80% ਜੋ ਆਬਾਦੀ ਸੀ ਭਾਰਤ ਦੀ, ਤੁਸੀਂ ਅੱਜ ਵੀ ਦੇਖੋ ਕਿ ਜੋ ਸੋ ਕਾਲਡ ਹਾਈ ਕਾਸਟ ਹੈ ਉਹ ਭਾਰਤ ਦੀ ਆਬਾਦੀ ਦਾ ਅੱਜ ਵੀ ਸਿਰਫ 15 ਤੋਂ 20% ਹੈ। ਪਰ ਜੋ 80% ਬਾਕੀ ਆਬਾਦੀ ਸੀ ਉਹ ਬ੍ਰਾਹਮਣਵਾਦੀ ਅਤਿਆਚਾਰਾਂ ਦਾ ਸ਼ਿਕਾਰ ਹੋਈ, ਜਿਸ ਦੇ ਵਿੱਚੋਂ ਕੀ ਸੀ, ਇੱਕ ਤਾਂ ਜੋ ਮੈਂ ਤੁਹਾਨੂੰ ਦੱਸਿਆ ਹੀ ਕਿ ਜੋ ਅਨਟੱਚੇਬਿਲਟੀ ਦੀ ਪ੍ਰੈਕਟਿਸ ਡਿਵੈਲਪ ਕੀਤੀ ਗਈ, ਛੂਤ-ਛਾਤ ਦੀ, ਜੋ ਸ਼ੂਦਰ ਸਮਾਜ ਨੂੰ ਲੈ ਕੇ, ਜਿਨ੍ਹਾਂ ਨੂੰ ਸ਼ੂਦਰ ਕਿਹਾ ਗਿਆ, ਉਹਨਾਂ ਦੇ ਨਾਲ ਜੋ ਛੂਆ-ਛੂਤ ਦੀ ਪ੍ਰਥਾ ਇਸ ਦੇ ਨਾਲ ਜੋੜ ਦਿੱਤੀ ਗਈ ਤੇ ਉਹਨਾਂ ਦਾ ਜੋ ਮੈਂ ਕਹੂੰਗਾ ਕਿ ਬਹੁਤ ਬੁਰਾ ਜੋ ਕਾਸਟ ਆਪਰੈਸ਼ਨ ਹੈ, ਅਤਿਆਚਾਰ ਉਹਨਾਂ ਦੇ ਉੱਤੇ ਹੋਣ ਲੱਗੇ। ਫਿਰ ਜੋ ਅਸੀਂ ਭਾਰਤੀ ਸਮਾਜ ਦੇ ਗੁਲਾਮ ਬਣਨ ਦੀ ਗੱਲ ਕੀਤੀ, ਭਾਰਤੀ ਸਮਾਜ ਦੇ ਗੁਲਾਮ ਬਣਨ ਦੀ ਨੀਂਹ ਵੀ ਇੱਥੇ ਰੱਖੀ ਗਈ, ਕਿਉਂਕਿ ਜੋ 80% ਆਬਾਦੀ ਸੀ ਉਸ ਨੂੰ ਡੀਮਿਲਟਰਾਈਜ਼ ਕਰ ਦਿੱਤਾ ਬ੍ਰਾਹਮਣਵਾਦੀ ਸੋਚ ਨੇ। ਉਹਨਾਂ ਨੇ ਇਹ ਕਿਹਾ ਕਿ ਜੋ ਸ਼ਸਤਰ ਰੱਖਣੇ ਨੇ, ਹਥਿਆਰ ਰੱਖਣੇ ਨੇ, ਉਹ ਸਿਰਫ ਛਤਰੀ ਦਾ ਕੰਮ ਹੈ ਲੜਨਾ, ਤੇ ਜੋ ਬਾਕੀ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਡੀਮਿਲਟਰਾਈਜ਼ ਕਰ ਦਿੱਤਾ। ਉਹਨਾਂ ਤੋਂ ਹਥਿਆਰ ਰੱਖਣ ਦਾ ਜਾਂ ਜੋ ਲੜਨ ਦੀ ਸ਼ਸਤਰ ਵਿੱਦਿਆ ਦੀ ਕਲਾ ਹੈ ਉਹ ਵੀ ਉਹਨਾਂ ਤੋਂ ਖੋਹ ਲਈ।
ਜਿਸ ਤਰ੍ਹਾਂ ਤੁਸੀਂ ਦੇਖੋ ਸਾਨੂੰ ਉਦਾਹਰਨ ਮਿਲਦੀ ਹੈ ਮਹਾਭਾਰਤ ਦੇ ਵਿੱਚ। ਮਹਾਭਾਰਤ ਦੇ ਵਿੱਚ ਜੋ ਦਰੋਣਾਚਾਰਿਆ ਹੈ, ਆਚਾਰਿਆ ਪਾਂਡਵਾਂ ਤੇ ਕੌਰਵਾਂ ਦਾ ਗੁਰੂ ਹੈ ਦਰੋਣਾਚਾਰਿਆ, ਉਹ ਜੋ ਛਤਰੀਏ ਜੋ ਜਾਤੀ ਹੈ ਜਾਂ ਉਹ ਜੋ ਰਾਜਕੁਮਾਰ ਨੇ ਉਹਨਾਂ ਨੂੰ ਆਪਣੇ ਆਸ਼ਰਮ ਦੇ ਵਿੱਚ ਵਿਦਿਆ ਦਿੰਦਾ ਹੈ। ਪਰ ਇੱਕ ਇਕਲਵਿਆ ਨਾਮ ਦਾ ਬਾਲਕ ਜੋ ਕਿ ਇੱਕ ਆਦੀਵਾਸੀ ਹੈ, ਇੱਕ ਬਨਵਾਸੀ ਜੰਗਲ ਵਿੱਚ ਰਹਿਣ ਵਾਲੇ ਕਬੀਲੇ ਦੇ ਨਾਲ ਉਸ ਦਾ ਸੰਬੰਧ ਹੈ, ਉਹ ਉਸ ਦੇ ਕੋਲ ਜਾ ਕੇ ਬੇਨਤੀ ਕਰਦਾ ਹੈ ਕਿ ਤੁਸੀਂ ਮੈਨੂੰ ਵੀ ਜੋ ਸ਼ਸਤਰ ਵਿਦਿਆ ਮੇਰਾ ਇਸ ਦੇ ਵਿੱਚ ਬੜੀ ਰੁਚੀ ਹੈ, ਜੋ ਸ਼ਸਤਰ ਵਿਦਿਆ ਮੈਨੂੰ ਵੀ ਸਿਖਾਓ। ਤੇ ਦਰੋਣਾਚਾਰਿਆ ਜੋ ਹੈ ਉਸ ਨੂੰ ਸਾਫ਼ ਜਵਾਬ ਦੇ ਦਿੰਦਾ ਕਿ ਜੋ ਮੇਰਾ ਆਸ਼ਰਮ ਹੈ ਇਹ ਸਿਰਫ ਜੋ ਰਾਜਕੁਮਾਰ ਨੇ ਉਹਨਾਂ ਦੇ ਲਈ ਹੈ। ਪਰ ਇਕਲਵਯ ਜੋ ਹੈ ਉਹ ਬੜਾ ਆਪਣੀ ਧੁਨ ਦਾ ਪੱਕਾ ਸੀ ਤੇ ਉਸਨੇ ਆਪਣੀ ਜਿੱਦ ਨਾ ਛੱਡੀ। ਉਸਨੇ ਦਰੋਣਾਚਾਰਿਆ ਦੀ ਮੂਰਤੀ ਬਣਾ ਕੇ ਉਸ ਦੇ ਅੱਗੇ ਜੋ ਧਨੁਰ ਵਿਦਿਆ ਹੈ ਉਸ ਦਾ ਅਭਿਆਸ ਕਰਨਾ ਸ਼ੁਰੂ ਕੀਤਾ ਤੇ ਉਹ ਦੇਖਦੇ ਦੇਖਦੇ ਬੜਾ ਇੱਕ ਕਾਬਲ ਨਿਸ਼ਾਨਚੀ, ਬੜਾ ਕਾਬਲ ਉਹ ਵਿਦਿਆ ਦਾ ਉਹ ਧਾਰਨੀ ਬਣ ਗਿਆ। ਇਸ ਗੱਲ ਨੂੰ ਦੇਖਦਿਆਂ ਹੋਇਆਂ ਜਦ ਇੱਕ ਵਾਰ ਜੰਗਲ ਦੇ ਵਿੱਚ ਪਾਂਡਵਾਂ ਦੇ ਨਾਲ ਦਰੋਣਾਚਾਰਿਆ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਕੁੱਤਾ ਭੌਂਕਦੇ ਹੋਏ ਕਿਸੇ ਵੱਲ ਵਧਿਆ, ਪਰ ਉਸ ਸ਼ਖਸ ਨੇ ਆਪਣੇ ਤੀਰਾਂ ਦੇ ਨਾਲ ਕੁੱਤੇ ਦਾ ਮੂੰਹ ਸਿਉਂ ਦਿੱਤਾ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਜੋ ਦਰੋਣਾਚਾਰਿਆ ਉਹ ਬੜੇ ਅਚੰਭੇ ਦੇ ਵਿੱਚ ਆਇਆ ਕਿ ਜੋ ਮੇਰੇ ਚੇਲਿਆਂ ਤੋਂ ਬਿਨਾਂ, ਪਾਂਡਵਾਂ ਤੋਂ ਬਿਨਾਂ, ਜਿਨ੍ਹਾਂ ਨੂੰ ਮੈਂ ਧਨੁਰ ਵਿਦਿਆ ਸਿਖਾਈ ਆ, ਉਹਨਾਂ ਤੋਂ ਬਿਨਾਂ ਐਡਾ ਵੱਡਾ ਜੋ ਧਨੁਰਧਾਰੀ ਹੈ ਉਹ ਕਿਸ ਤਰ੍ਹਾਂ ਪੈਦਾ ਹੋ ਗਿਆ। ਤਾਂ ਜੋ ਜਾ ਕੇ ਉਹ ਦੇਖਦਾ ਹੈ, ਉੱਥੇ ਪਹੁੰਚਦਾ ਹੈ ਉਸ ਜਗ੍ਹਾ ਤੇ, ਤਾਂ ਉਸ ਦੀ ਮੁਲਾਕਾਤ ਇਕਲਵਯ ਨਾਲ ਹੁੰਦੀ ਹੈ ਤੇ ਇਕਲਵਯ ਉਹਨੂੰ ਕਹਿੰਦਾ ਹੈ ਕਿ ਮੈਂ ਤੁਹਾਡੀ ਮੂਰਤੀ ਬਣਾ ਕੇ ਉਸ ਨੂੰ ਆਪਣਾ ਗੁਰੂ ਮੰਨ ਕੇ ਵੀ ਮੈਂ ਅਭਿਆਸ ਦੇ ਰਾਹੀਂ ਇਹ ਸਾਰੀ ਜੋ ਵਿਦਿਆ ਇਹ ਸਿੱਖੀ ਹੈ। ਤਾਂ ਦਰੋਣਾਚਾਰਿਆ ਕੀ ਕਰਦਾ ਹੈ, ਉਸ ਤੋਂ ਗੁਰੂ ਦਕਸ਼ਨਾ ਮੰਗਦਾ ਹੈ ਤੇ ਗੁਰੂ ਦਕਸ਼ਨਾ ਦੇ ਵਿੱਚ ਉਸਦੇ ਸੱਜੇ ਹੱਥ ਦਾ ਅੰਗੂਠਾ ਮੰਗ ਲੈਂਦਾ ਤੇ ਇਕਲਵਯ ਜੋ ਹੈ ਉਹ ਆਪਣਾ ਬਿਨਾਂ ਸੋਚੇ ਇੱਕੋ ਵਾਰ 'ਚ ਆਪਣੇ ਸੱਜੇ ਹੱਥ ਦਾ ਜੋ ਅੰਗੂਠਾ ਹੈ ਆਪਦੇ ਗੁਰੂ ਨੂੰ ਭੇਂਟ ਕਰ ਦਿੰਦਾ ਹੈ। ਸੋ ਇਸ ਦੇ ਪਿੱਛੇ ਦਰੋਣਾਚਾਰਿਆ ਦਾ ਮੰਤਵ ਕੀ ਸੀ? ਇੱਕ ਤਾਂ ਉਹ ਕਹਿੰਦਾ ਹੈ ਕਿ ਜੋ ਵਿਦਿਆ ਹੈ ਉਹ ਛਤਰੀ ਸਮਾਜ ਤੋਂ ਬਾਹਰ ਨਿਕਲ ਕੇ ਜੋ ਵਨਵਾਸੀ ਜਾਂ ਦੂਸਰੇ ਸਮਾਜ ਨੇ ਉਹਨਾਂ ਤੱਕ ਨਾ ਚਲੀ ਜਾਵੇ। ਸੋ ਇਸ ਹੱਦ ਤੱਕ ਜੋ ਸਮਾਜ ਹੈ ਉਹ ਸਮਾਜ ਦੇ ਦੂਸਰੇ ਤਬਕਿਆਂ ਨੂੰ ਇਸ ਵਿਦਿਆ ਤੋਂ, ਸ਼ਸਤਰ ਵਿਦਿਆ ਤੋਂ, ਇੱਕ ਮਿਲਟਰੀ ਆਰਟ ਤੋਂ ਜਾਂ ਮਾਰਸ਼ਲ ਆਰਟ ਤੋਂ ਦੂਰ ਰੱਖਣ ਲਈ ਇਸ ਹੱਦ ਤੱਕ ਜਾਂਦਾ ਸੀ ਕਿ ਇਸ ਤਰ੍ਹਾਂ ਦੀਆਂ ਮੰਗਾਂ ਵੀ ਉਹਨਾਂ ਤੋਂ ਕੀਤੀਆਂ ਜਾਂਦੀਆਂ ਸੀ, ਹੱਥ ਦਾ ਅੰਗੂਠਾ ਲੈ ਲਿਆ ਜਾਂਦਾ ਸੀ। ਹਾਲਾਂਕਿ ਦਰੋਣਾਚਾਰਿਆ ਕਹਿੰਦਾ ਹੈ ਕਿ ਮੈਂ ਜੋ ਆਪਣਾ ਚੇਲਾ ਅਰਜੁਨ ਹੈ ਮੈਂ ਉਸ ਨੂੰ ਵਾਅਦਾ ਕੀਤਾ ਸੀ ਕਿ ਮੈਂ ਤੈਨੂੰ ਸਭ ਤੋਂ ਬਿਹਤਰੀਨ ਜੋ ਧਨੁਰਧਰ ਹੈ ਉਹ ਮੈਂ ਬਣਾਉਂਗਾ, ਪਰ ਇਕਲਵਯ ਦੇ ਹੁੰਦਿਆਂ ਹੋਇਆਂ ਅਰਜੁਨ ਸਭ ਤੋਂ ਬਿਹਤਰ ਨਹੀਂ ਹੋ ਸਕਦਾ ਸੀ। ਸੋ ਇਸ ਤਰ੍ਹਾਂ ਤੁਸੀਂ ਦੇਖੋ ਕਿ ਜੋ ਛਤਰੀ ਸਮਾਜ ਤੋਂ ਬਾਹਰ ਦੂਜੇ ਸਮਾਜ ਨੇ ਉਹਨਾਂ ਦੇ ਜੋ ਹੱਕ ਅਧਿਕਾਰ ਨੇ ਉਹਨਾਂ ਦਾ ਇਸ ਤਰ੍ਹਾਂ ਹਨਨ ਹੋਣ ਲੱਗਿਆ ਤੇ 80% ਲੋਕ ਸੀ ਜੋ ਲੜਨ ਦੀ ਵਿਦਿਆ, ਜੋ ਮਾਰਸ਼ਲ ਆਰਟ ਹੈ, ਇੱਕ ਮਿਲਟਰੀ ਸਰਵਿਸ ਹੈ, ਉਹ ਤੋਂ ਦੂਰ ਹੋ ਗਏ ਤੇ ਉਹ ਸਮਾਜ ਵੰਡਿਆ ਗਿਆ। ਦੂਸਰੀ ਗੱਲ ਤੁਸੀਂ ਦੇਖੋ ਕਿ ਇਸੇ ਸੋਚ ਨੇ, ਜੋ ਬ੍ਰਾਹਮਣਵਾਦੀ ਸੋਚ ਹੈ, ਉਸਨੇ 80% ਉਸੇ ਆਬਾਦੀ ਨੂੰ ਇੱਕ ਮਿਲਟਰੀ ਆਰਟ ਤੋਂ ਦੂਰ ਕੀਤਾ, ਐਜੂਕੇਸ਼ਨ ਤੋਂ ਵੀ ਮਹਿਰੂਮ ਕਰ ਦਿੱਤਾ। ਇੱਕ ਅਨਪੜ੍ਹਤਾ ਦਾ ਜੋ ਦੇਸ਼ ਹੈ, ਅਨਪੜ੍ਹਾਂ ਦਾ ਦੇਸ਼ ਹੈ, ਉਸ ਨੂੰ ਤਿਆਰ ਕੀਤਾ ਕਿਉਂਕਿ ਜੋ ਵਿਦਿਆ ਹੈ ਜਾਂ ਸੰਸਕ੍ਰਿਤ ਜੋ ਭਾਸ਼ਾ ਹੈ ਉਸ ਨੂੰ ਆਪਦੀ ਜਗੀਰ ਬਣਾ ਕੇ ਆਪਦੇ ਤੱਕ ਹੀ ਸੀਮਿਤ ਕਰ ਲਿਆ। ਫਿਰ ਤੁਸੀਂ ਦੇਖੋ ਕਿ ਜੋ ਵੈਦਿਕ ਕਾਲ ਹੈ, ਵੈਦਿਕ ਕਾਲ ਦੇ ਵਿੱਚ ਜੋ ਔਰਤਾਂ ਦਾ ਦਰਜਾ ਹੈ ਉਹ ਸਮਾਜ ਦੇ ਵਿੱਚ ਬੜਾ ਉੱਚਾ ਸੀ ਜੀ। ਰਿਗਵੇਦ ਦੇ ਵਿੱਚ ਜੋ ਵੈਦਿਕ ਰਿਸ਼ੀ ਨੇ, ਜੋ ਔਰਤਾਂ ਨੇ, ਉਹਨਾਂ ਦਾ ਵੀ ਜੋ ਉਹਨਾਂ ਦੇ ਮੰਤਰ ਨੇ ਉਹ ਦਰਜ ਨੇ। ਜਿਸ ਤਰ੍ਹਾਂ ਗਾਰਗੀ ਹੈ, ਜੋ ਗਾਰਗੀ ਇੱਕ ਔਰਤ ਜੋ ਵੈਦਿਕ ਰਿਸ਼ੀ ਹੋਈ ਸੀ, ਉਸ ਦਾ ਨਾਮ ਬੜਾ ਆਦਰ ਦੇ ਨਾਲ ਲਿਆ ਜਾਂਦਾ ਹੈ ਕਿਉਂਕਿ ਉਹ ਬੜੀ ਵਿਦਵਾਨ ਸੀ, ਬੜੀ ਸਕਾਲਰ ਸੀ। ਪਰ ਪੋਸਟ ਵੈਦਿਕ ਕਾਲ ਆਉਂਦਿਆਂ ਆਉਂਦਿਆਂ ਜੋ ਇਹ ਸਾਰੇ ਸਮਾਜ ਦੇ ਜੋ ਤਬਕੇ ਨੇ, ਚਾਹੇ ਉਹ ਇਸਤਰੀਆਂ ਨੇ, ਚਾਹੇ ਉਹ 80% ਸਮਾਜ ਦੀ ਆਬਾਦੀ ਹੈ, ਉਸ ਨੂੰ ਡੀਮਿਲਟਰਾਈਜ਼ ਵੀ ਕਰ ਦਿੱਤਾ ਗਿਆ, ਉਸ ਨੂੰ ਐਜੂਕੇਸ਼ਨ ਤੋਂ ਵੀ ਮਹਿਰੂਮ ਕਰ ਦਿੱਤਾ ਗਿਆ ਤੇ ਜੋ ਇਸਤਰੀਆਂ ਦੀ ਭਾਗੀਦਾਰੀ ਆ ਸਮਾਜ ਦੇ ਵਿੱਚ ਉਸ ਨੂੰ ਵੀ ਖਤਮ ਕਰਕੇ ਉਹਨਾਂ ਨੂੰ ਜੋ ਘਰ ਦੀ ਚਾਰ ਦੀਵਾਰੀ ਹੈ ਉਸ ਦੇ ਵਿੱਚ ਬੈਠਣ ਲਈ
ਮਜਬੂਰ ਕਰ ਦਿੱਤਾ ਗਿਆ। ਸੋ ਇਸ ਤਰ੍ਹਾਂ ਜੋ ਸਮਾਜ ਦੇ ਵਿੱਚ ਸਾਡੇ 'ਚ ਗਿਰਾਵਟ ਆਉਂਦੀ ਰਹੀ। ਲਵਲੀਨ ਜੀ, ਤੁਸੀਂ ਭਾਰਤੀ ਸਮਾਜ ਦੇ ਡੀਮਿਲਟਰਾਈਜੇਸ਼ਨ ਦੀ ਗੱਲ ਕੀਤੀ। ਇਸ ਵਰਤਾਰੇ ਦੇ ਇਤਿਹਾਸ ਵਿੱਚ ਕੀ ਸਿੱਟੇ ਨਿਕਲੇ? ਸੁਖਜੀਤ ਜੀ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਜੋ ਜਾਤੀ ਪ੍ਰਥਾ ਹੈ ਉਸ ਦੇ ਚੱਲਦੇ ਹੋਏ ਜੋ 80% ਲੋਕ ਨੇ ਉਹਨਾਂ ਨੂੰ ਮਿਲਟਰੀ ਸਰਵਿਸ ਤੋਂ ਦੂਰ ਕਰ ਦਿੱਤਾ ਗਿਆ। ਉਹ ਜੋ ਸ਼ਸਤਰ ਵਿੱਦਿਆ ਹੈ ਉਹਨਾਂ ਨੂੰ ਨਹੀਂ ਮਿਲੀ। ਉਹਨਾਂ ਕੋਲ ਸ਼ਸਤਰ ਚੱਕਣ ਦਾ ਅਧਿਕਾਰ ਵੀ ਜੋ ਬ੍ਰਾਹਮਣਵਾਦ ਹੈ ਉਸਨੇ ਖੋਹ ਲਿਆ, ਕਿਉਂਕਿ ਉਹਨਾਂ ਨੇ ਕਿਹਾ ਕਿ ਜੋ ਸ਼ੂਦਰ ਹੈ ਜਾਂ ਜੋ ਵੈਸ਼ ਹੈ ਜਾਂ ਹੋਰ ਜੋ ਛੋਟੀਆਂ ਜਾਤੀਆਂ ਸੋ ਕਾਲਡ ਜਿਨ੍ਹਾਂ ਨੂੰ ਉਹਨਾਂ ਨੇ ਛੋਟੀ ਜਾਤੀ ਬਣਾਇਆ, ਉਹਨਾਂ ਨੂੰ ਹਥਿਆਰ ਰੱਖਣ ਦੀ, ਘੋੜੇ ਤੇ ਚੜ੍ਹਨ ਦੀ, ਦਸਤਾਰ ਬੰਨ੍ਹਣ ਦੀ ਕਿਤੇ ਵੀ ਖੁੱਲ੍ਹ ਨਹੀਂ ਸੀ। ਇਹ ਸਿਰਫ ਜੋ ਛਤਰੀ ਸੀ ਉਹ ਇਹ ਕੰਮ ਕਰ ਸਕਦਾ ਸੀ। ਉਹ ਘੋੜੇ ਤੇ ਬਹਿ ਸਕਦਾ ਸੀ, ਸ਼ਸਤਰ ਵਿੱਦਿਆ ਸਿੱਖ ਸਕਦਾ ਸੀ, ਸ਼ਸਤਰ ਕੋਲ ਰੱਖ ਸਕਦਾ ਸੀ, ਦਸਤਾਰ ਬੰਨ੍ਹ ਸਕਦਾ ਸੀ। ਸੋ ਇਸ ਤਰ੍ਹਾਂ ਜਦੋਂ ਸਾਰੀਆਂ ਚੀਜ਼ਾਂ ਸਮਾਜ ਦੇ ਇੱਕ ਵੱਡੇ ਤਬਕੇ ਨੂੰ ਮਹਿਰੂਮ ਕਰ ਦਿੱਤਾ ਗਿਆ ਤੇ ਸਿਰਫ ਜੋ 15% ਹੈ ਉਹਦੇ ਕੋਲ ਹੀ ਜੋ ਸਾਰੀ ਵਿੱਦਿਆ ਰਹਿ ਗਈ, ਉਸ ਦੇ ਕਰਕੇ ਭਾਰਤ ਗੁਲਾਮ ਬਣਿਆ। ਜੀ, ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਤਾਂ ਮਹਿਰੂਮ ਕਰ ਦਿੱਤਾ ਗਿਆ। ਉਹਨਾਂ ਦੀ ਜਦੋਂ ਬਾਹਰੀ ਹਮਲੇ ਹੋਏ ਭਾਰਤ ਦੇ ਉੱਤੇ, ਵਿਦੇਸ਼ੀ ਤਾਕਤਾਂ ਨੇ ਹਮਲੇ ਕੀਤੇ, ਜੇ ਤੁਹਾਡੀ 80% ਆਬਾਦੀ ਨੂੰ ਕੋਈ ਮਿਲਟਰੀ ਸਰਵਿਸ ਦਾ ਕੋਈ ਤਜਰਬਾ ਹੀ ਨਹੀਂ ਤਾਂ ਉਸ ਨੂੰ ਗੁਲਾਮ ਬਣਾਉਣਾ ਕਿੰਨਾ ਸੌਖਾ ਹੈ। ਜੀ ਬਿਲਕੁਲ। ਉਹ ਕਿਸ ਤਰ੍ਹਾਂ ਵਿਦੇਸ਼ੀ ਹਮਲਾਵਰਾਂ ਨਾਲ ਲੜਨਗੇ? ਜੀ, ਤੇ ਉਹ ਲੜਨਗੇ ਵੀ ਕਿਉਂ? ਜੀ, ਕਿਉਂਕਿ ਉਹਨਾਂ ਤੋਂ ਸਕਿੱਲ ਤਾਂ ਪਹਿਲਾਂ ਹੀ ਉਹਨਾਂ ਨੇ ਲੈ ਲਈ। ਸਕਿੱਲ ਵੀ ਹੈ ਨਹੀਂ ਤੇ ਉਹਨਾਂ ਦੇ ਉੱਤੇ ਭਾਰਤ ਦੇ ਵਿੱਚ ਤੁਹਾਡੇ ਆਪਣੇ ਸਮਾਜ ਦੇ ਵਿੱਚ ਵਰਸਟ ਕਾਈਂਡ ਆਫ ਕਾਸਟ ਆਪਰੇਸ਼ਨ ਜੋ ਹੈ ਉਹ ਕੀਤੀ ਜਾ ਰਹੀ ਹੈ। ਉਹਨਾਂ ਦੇ ਉੱਤੇ ਜਾਤੀ ਦੇ ਆਧਾਰਿਤ ਅਤਿਆਚਾਰ ਕੀਤੇ ਜਾ ਰਹੇ ਨੇ। ਜਿਸ ਤਰ੍ਹਾਂ ਤੁਸੀਂ ਦੇਖੋ ਕਿ ਜੋ ਪੂਨਾ ਦਾ ਪੇਸ਼ਵਾ ਦਾ ਰੂਲ ਹੈ ਉਸ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜੋ ਵਰਸਟ ਕਾਈਂਡ ਆਫ ਕਾਸਟ ਆਪਰੇਸ਼ਨ ਜੋ ਹੈ ਉਹ ਪੇਸ਼ਵਾ ਦੇ ਰਾਜ ਵਿੱਚ ਹੋਇਆ ਕਰਦਾ ਸੀ। ਜੋ ਦਲਿਤ ਲੋਕ ਨੇ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਪਿੱਠ ਦੇ ਪਿੱਛੇ ਤੁਸੀਂ ਝਾੜੂ ਬੰਨੋ ਤਾਂ ਕਿ ਤੁਹਾਡੇ ਜੋ ਪੈਰਾਂ ਦੇ ਮਾਰਕਸ ਨੇ ਉਹ ਰਹਿ ਨਾ ਜਾਣ। ਗਲ ਦੇ ਵਿੱਚ ਉਹ ਲਟਕਾਉਣ ਨੂੰ ਕਿਹਾ ਜਾਂਦਾ ਸੀ ਕਿ ਭਾਂਡਾ ਕਿ ਤੁਸੀਂ ਧਰਤੀ ਤੇ ਥੁੱਕ ਨਹੀਂ ਸਕਦੇ। ਸਵੇਰੇ ਤੇ ਸ਼ਾਮ ਨੂੰ ਸ਼ਹਿਰ ਦੇ ਵਿੱਚ ਵੜ ਨਹੀਂ ਸਕਦੇ ਕਿਉਂਕਿ ਪਰਛਾਈ ਲੰਬੀ ਹੋਵੇਗੀ। ਤੁਹਾਡੀ ਪਰਛਾਈ ਜੇ ਕਿਸੇ ਤੇ ਪੈ ਗਈ ਤਾਂ ਉਹ ਪਿੱਟਿਆ ਜਾਊਗਾ ਤੇ ਉਸ ਨੂੰ ਆਪਣਾ ਸ਼ੁੱਧੀਕਰਨ ਕਰਨਾ ਪਵੇਗਾ, ਸੋ ਕਾਲਡ। ਸੋ ਇਸ ਤਰ੍ਹਾਂ ਦਾ ਜੋ ਹੈ ਇਹ ਸਭ ਕਾਸੇ ਦਾ ਜ਼ਿਕਰ, ਜੇ ਮੈਂ ਤੁਹਾਨੂੰ ਰੈਫਰੈਂਸ ਦੇ ਦਿੰਦਾ, ਕਈ ਵਾਰ ਕੋਈ ਸੱਜਣ ਸਵਾਲ ਚੱਕਦੇ ਨੇ ਕਿ ਤੁਸੀਂ ਇਹ ਕਿੱਥੋਂ ਗੱਲ ਕਰ ਰਹੇ ਹੋ। ਸੋ ਇਸ ਸਭ ਦਾ ਜ਼ਿਕਰ ਡਾਕਟਰ ਭੀਮ ਰਾਓ ਅੰਬੇਦਕਰ ਆਪਣੇ ਬਹੁਤ ਹੀ ਜੋ ਮਸ਼ਹੂਰ ਇੱਕ ਉਹਨਾਂ ਦਾ ਆਰਟੀਕਲ ਹੈ ਇਨਹੀਲੇਸ਼ਨ ਆਫ ਕਾਸਟ, ਉਸ ਦੇ ਵਿੱਚ ਕਰਦੇ ਨੇ ਤੇ ਜੋ ਤੁਸੀਂ ਉਸ ਨੂੰ ਰੈਫਰ ਕਰ ਸਕਦੇ ਹੋ ਜੇ ਕਿਸੇ ਨੇ ਇਸ ਦਾ ਜੋ ਜਾਣਾ ਹੋਵੇ ਸੋਰਸ ਦੇ ਉੱਤੇ। ਸੋ ਇਸ ਤਰ੍ਹਾਂ ਵਰਸਟ ਕਾਈਂਡ ਆਫ ਜੋ ਕਾਸਟ ਆਪਰੇਸ਼ਨ ਹੈ ਉਹ ਏਡੀ ਬੜੀ ਆਬਾਦੀ ਦੇ ਉੱਤੇ ਕੀਤਾ ਜਾ ਰਿਹਾ ਸੀ। ਜਦ ਕੋਈ ਵਿਦੇਸ਼ੀ ਧਾੜ ਵੀ ਇੱਥੇ ਆਉਂਦਾ ਸੀ ਤਾਂ ਜੋ ਸਮਾਜ ਦੀ 80% ਆਬਾਦੀ ਹੈ ਉਹ ਉਸ ਦੇ ਨਾਲ ਕਿਉਂ ਲੜੇਗੀ? ਉਹ ਉਸ ਲਈ, ਉਸ ਸਮਾਜ ਦੇ ਲਈ ਲੜੇਗੀ ਕਿ ਜੋ ਉਸ ਦੇ ਉੱਤੇ ਇਸ ਤਰ੍ਹਾਂ ਅਤਿਆਚਾਰ ਕਰ ਰਿਹਾ ਹੈ। ਉਹਨਾਂ ਦੇ ਸਵਾਭਿਮਾਨ ਨੂੰ ਜਿਹਨੇ ਠੇਸ ਪਹੁੰਚਾਈ, ਉਸ ਨੂੰ ਮਨੁੱਖ ਹੀ ਨਹੀਂ ਸਮਝ ਰਿਹਾ। ਉਸ ਤੋਂ ਚੰਗੇ ਤਾਂ ਉਸ ਦੇ ਲਈ ਉਹ ਵਿਦੇਸ਼ੀ ਧਾੜ ਵੀ ਨੇ ਜਿਹੜੇ ਉਹਨੂੰ ਘੱਟੋ ਘੱਟ ਝਾੜੂ ਬੰਨਣ ਨੂੰ ਤਾਂ ਨਹੀਂ ਕਹਿੰਦੇ, ਪਿੱਛੇ ਤੇ ਆਪਣੀ ਗਲ ਦੇ ਵਿੱਚ ਭਾਂਡਾ ਲਟਕਾਉਣ ਨੂੰ ਨਹੀਂ ਕਹਿੰਦੇ। ਸੋ ਉਹਨਾਂ ਦਾ ਵਿਰੋਧ ਉਹ ਕਿਉਂ ਕਰੇ? ਇਸ ਕਰਕੇ ਜੋ ਵੰਡਿਆ ਹੋਇਆ ਭਾਰਤੀ ਸਮਾਜ ਹੈ, ਜੋ ਡੀਮਿਲਟਰਾਈਜ਼ ਭਾਰਤੀ ਸਮਾਜ ਹੈ, ਉਸ ਦੇ ਉੱਤੇ ਰਾਜ ਕਰਨਾ ਵਿਦੇਸ਼ੀ ਧਾੜਵੀਆਂ ਲਈ, ਵਿਦੇਸ਼ੀ ਤਾਕਤਾਂ ਲਈ ਬਹੁਤ ਸੌਖਾ ਹੋ ਗਿਆ ਕਿਉਂਕਿ ਜੋ ਉਹ ਰਾਜੇ ਰਜਵਾੜੇ ਸੀ ਜੋ ਉਹ ਖੁਦ ਭਾਰਤ ਦੇ ਉਹ ਇੰਨੇ ਕਾਬਲ ਨਹੀਂ ਸੀ ਉਹਨਾਂ ਸਮਿਆਂ ਦੇ ਵਿੱਚ, ਅਤੇ ਸਮਾਜ ਦੇ ਵੰਡੇ ਹੋਣ ਕਰਕੇ ਉਹਨਾਂ ਦੇ ਉੱਤੇ ਜੋ ਇਹ ਸਾਰੀ ਮਾਰ ਪਈ ਭਾਰਤ ਦੇ ਉੱਤੇ। ਹੁਣ ਤੁਸੀਂ ਹੋਰ ਗੱਲ ਦੇਖੋ ਸੁਖਜੀਤ ਜੀ, ਜੋ ਅਸੀਂ ਸਾਰੀ ਚਰਚਾ ਦੀ ਖਾਲਸਾ ਪੰਥ ਦੀ ਸਾਜਨਾ ਏਡਾ ਬੜਾ ਇਨਕਲਾਬੀ ਕਦਮ ਕਿਉਂ ਸੀ? ਗੁਰੂ ਸਾਹਿਬ ਨੇ ਇਸੇ ਚੀਜ਼ ਨੂੰ ਦੇਖਦੇ ਹੋਏ ਕਿ ਜੋ ਸਮਾਜ ਹੈ ਉਹ ਇੰਡੀਅਨ ਸਮਾਜ ਹੈ, ਜੋ ਭਾਰਤੀ ਸਮਾਜ ਹੈ ਉਹ ਡੀਮਿਲਟਰਾਈਜ਼ ਹੋ ਚੁੱਕਿਆ ਹੈ, ਉਸੇ ਦਬੇ ਕੁਚਲੇ ਸਮਾਜ ਨੂੰ ਦੁਬਾਰਾ ਮਿਲਟਰਾਈਜ਼ ਕਰਨ ਲਈ, ਉਹਨਾਂ ਦੇ ਵਿੱਚ ਸਵਾਭਿਮਾਨ ਪੈਦਾ ਕਰਨ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸੋ ਜਿਹੜੀਆਂ ਗੱਲਾਂ ਬ੍ਰਾਹਮਣ ਨੇ ਨਿਮਨ ਤਬਕੇ ਵਾਸਤੇ ਵਰਜਿਤ ਕੀਤੀਆਂ ਸੀ, ਗੁਰੂ ਸਾਹਿਬ ਨੇ ਉਹੀ ਚੀਜ਼ਾਂ ਆਪਣੇ ਖਾਲਸੇ ਨੂੰ ਬਖਸ਼ੀਆਂ। ਹਥਿਆਰ ਰੱਖਣਾ, ਸ਼ਸਤਰਧਾਰੀ ਹੋਣਾ। ਤੁਸੀਂ ਦੇਖੋ ਬ੍ਰਾਹਮਣ ਕਹਿੰਦਾ ਸੀ ਕਿ ਜੋ ਸ਼ੂਦਰ ਹੈ ਜਾਂ ਹੋਰ ਛੋਟੀ ਕਾਸਟ ਦਾ ਜੋ ਬੰਦਾ ਹੈ
ਉਹ ਸ਼ਸਤਰਧਾਰੀ ਨਹੀਂ ਹੋ ਸਕਦਾ। ਗੁਰੂ ਸਾਹਿਬ ਨੇ ਆਪਣੇ ਖਾਲਸੇ ਨੂੰ ਸ਼ਸਤਰਧਾਰੀ ਬਣਾਇਆ। ਉਹ ਕਹਿੰਦੇ ਸੀ ਕਿ ਸਿਰ ਤੇ ਦਸਤਾਰ ਨਹੀਂ ਰੱਖ ਸਕਦਾ, ਸਿਰ ਤੇ ਦਸਤਾਰ ਬਖਸ਼ੀ ਜੀ। ਘੋੜੇ ਤੇ ਚੜ੍ਹਨਾ ਵਰਜਿਤ ਸੀ। ਅੱਜ ਵੀ ਦੇਖੋ ਤੁਸੀਂ ਪਿੱਛੇ ਜੇ ਭਾਰਤ ਵਿੱਚੋਂ ਖਬਰ ਆਈ ਹੈ ਕਿ ਇੱਕ IAS ਅਫਸਰ ਜੋ ਕਿ ਦਲਿਤ ਸਮਾਜ ਨੂੰ ਬਿਲੋਂਗ ਕਰਦਾ ਸੀ, ਉਹ ਆਪਣੇ ਵਿਆਹ ਤੇ ਘੋੜੀ ਤੇ ਚੜ੍ਹਨਾ ਚਾਹੁੰਦਾ ਸੀ। ਉਸ ਨੂੰ ਪੂਰੀ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਘੋੜੀ ਤੇ ਬੈਠ ਕੇ ਆਪਣੇ ਪਿੰਡ ਦੇ ਵਿੱਚ ਦੀ ਕੱਢਿਆ ਗਿਆ। ਹਜੇ ਤੱਕ ਅੱਜ 2022 ਦੇ ਵਿੱਚ ਘੋੜੇ ਤੇ ਬੈਠਣਾ, ਇੱਕ ਦਲਿਤ ਵਿਅਕਤੀ ਦਾ ਘੋੜੇ ਤੇ ਬੈਠਣਾ ਬਹੁਤ ਸਾਰੇ ਭਾਰਤ ਦੇ ਇਲਾਕਿਆਂ ਦੇ ਵਿੱਚ ਦੰਗਾ ਫਸਾਦ ਪੈਦਾ ਕਰ ਦਿੰਦਾ ਹੈ। ਜੋ ਅਪਰ ਕਾਸਟ ਹੈ, ਜੋ ਸੋ ਕਾਲਡ ਅਪਰ ਕਾਸਟ ਹੈ, ਉਹ ਉਸ ਦੇ ਉੱਤੇ ਕਈ ਵਾਰ ਤਾਂ ਜਾਨਲੇਵਾ ਹਮਲਾ ਕਰ ਦਿੰਦੀ ਹੈ। ਸੋ ਤੁਸੀਂ ਦੇਖੋ ਕਿ IAS ਅਫਸਰ ਨੂੰ 2022 ਦੇ ਵਿੱਚ ਘੋੜੇ ਤੇ ਬੈਠਣ ਲਈ ਪੁਲਿਸ ਪ੍ਰੋਟੈਕਸ਼ਨ ਚਾਹੀਦੀ ਹੈ। ਤੁਸੀਂ ਦੇਖੋ ਕਿ ਖਾਲਸਾ ਪੰਥ ਦੀ ਸਥਾਪਨਾ ਕਰਕੇ ਗੁਰੂ ਸਾਹਿਬ ਨੇ 1699 ਦੇ ਵਿੱਚ ਕਿੱਡਾ ਬੜਾ ਇਨਕਲਾਬੀ ਕਦਮ ਚੱਕ ਲਿਆ ਸੀ, ਕਿੱਡੀ ਵੱਡੀ ਬਖਸ਼ਿਸ਼ ਜੋ ਸੀ, ਜੋ ਦਬੇ ਹੋਏ ਸਮਾਜ ਨੂੰ, ਦਬੇ ਕੁਚਲੇ ਸਮਾਜ ਨੂੰ ਕੀਤੀ ਸੀ, ਤੇ ਘੋੜੇ ਤੇ ਬੈਠਣ ਦੀ ਵੀ ਉਹਨਾਂ ਨੂੰ ਆਗਿਆ ਦਿੱਤੀ ਸੀ ਤੇ ਕਿਹਾ ਸੀ ਕਿ ਖਾਲਸਾ ਸੋ ਜੋ ਚੜ੍ਹੇ ਤੁਰੰਗ। ਖਾਲਸਾ ਉਹ ਹੈ ਜੋ ਘੋੜੇ ਦੀ ਸਵਾਰੀ ਕਰਦਾ ਹੈ, ਸ਼ਸਤਰਧਾਰੀ ਹੈ, ਦਸਤਾਰਧਾਰੀ ਹੈ। ਕਿਉਂ? ਉਸ ਦੇ ਪਿੱਛੇ ਇਹੀ ਸੋਚ ਸੀ ਕਿ ਜੋ ਏਡਾ ਵੱਡਾ ਸਮਾਜ ਦਾ ਤਬਕਾ ਹੈ ਉਸ ਨੂੰ ਤਾਂ ਡੀਮਿਲਟਰਾਈਜ਼ ਕਰ ਦਿੱਤਾ ਹੈ, ਉਹ ਕਿਸ ਤਰ੍ਹਾਂ ਵਿਦੇਸ਼ੀਆਂ ਦੇ ਨਾਲ ਲੜੇਗਾ, ਕਿਸ ਤਰ੍ਹਾਂ ਜ਼ੁਲਮ ਦੇ ਖਿਲਾਫ ਲੜੇਗਾ, ਕਿਉਂਕਿ ਉਸ ਤੋਂ ਸ਼ਸਤਰ ਵਿਦਿਆ ਤੇ ਸ਼ਸਤਰਧਾਰੀ ਹੋਣ ਦਾ ਜੋ ਹੱਕ ਹੀ ਖੋਹ ਲਿਆ ਗਿਆ। ਸੋ ਤੁਸੀਂ ਦੇਖੋ ਫਿਰ ਉਸ ਤਬਕੇ ਨੂੰ ਜਦ ਗੁਰੂ ਸਾਹਿਬ ਨੇ ਖਾਲਸਾ ਸਾਜ ਕੇ ਉਸੇ ਤਬਕੇ ਨੂੰ ਸ਼ਸਤਰਧਾਰੀ ਬਣਾਇਆ ਤਾਂ ਉਹਨਾਂ ਨੇ ਕਿਸ ਤਰ੍ਹਾਂ ਭਾਰਤ ਨੂੰ ਜੋ ਹੈ ਉਹ ਤੁਰਕਾਂ ਤੇ ਅਫਗਾਨਾਂ ਦੀ ਗੁਲਾਮੀ ਤੋਂ ਮੁਕਤ ਕਰਵਾਇਆ। ਕਿਸ ਤਰ੍ਹਾਂ ਗੁਰੂ ਸਾਹਿਬ ਦੇ ਸਾਜੇ ਹੋਏ ਖਾਲਸੇ ਨੇ ਜੋ ਇੱਕ ਜ਼ੁਲਮ ਦਾ ਗੜ੍ਹ ਬਣ ਚੁੱਕੀ ਸੀ, ਸੂਬਾ ਸਰਹੰਦ, ਜਿਸ ਤੇ ਅਤਿਆਚਾਰਾਂ ਦੀ ਜਿਸਨੇ ਹੱਦ ਮੁਕਾ ਦਿੱਤੀ ਸੀ, ਜਿਸ ਸੂਬੇ ਸਰਹੰਦ ਨੇ, ਵਜ਼ੀਰ ਖਾਨ ਨੇ, ਕਿਸ ਤਰ੍ਹਾਂ ਕੁਝ ਸਾਲਾਂ ਦੇ ਵਿੱਚ ਹੀ ਉਸ ਸੂਬੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਜੋ ਕਿ ਨਾਰਥ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਮੁਗਲਿਆ ਹਕੂਮਤ ਦਾ ਇੱਕ ਤਾਕਤ ਦਾ ਕੇਂਦਰ ਸੀ। ਸੋ ਇਹ ਉਹਨਾਂ ਦਬੇ ਕੁਚਲੇ ਲੋਕਾਂ ਦੀ ਸ਼ਕਤੀ ਸੀ ਜਿਨ੍ਹਾਂ ਨੂੰ ਹਜ਼ਾਰ ਸਾਲ ਤੋਂ ਦਬਾ ਕੇ ਰੱਖਿਆ ਗਿਆ। ਬਾਏ ਡਿਜ਼ਾਈਨ ਉਹਨਾਂ ਨੂੰ ਮਿਲਟਰੀ ਸਰਵਿਸ ਤੋਂ, ਮਿਲਟਰਾਈਜ਼ ਹਥਿਆਰ ਰੱਖਣ ਤੋਂ ਉਹਨਾਂ ਨੂੰ ਮਹਿਰੂਮ ਕੀਤਾ ਗਿਆ। ਪਰ ਜਦ ਉਹਨਾਂ ਨੂੰ ਉਹ ਮੌਕਾ ਮਿਲਿਆ, ਉਹਨਾਂ ਲੋਕਾਂ ਨੂੰ ਇੱਕ ਲੀਡਰਸ਼ਿਪ ਮਿਲੀ, ਗੁਰੂ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਉਹਨਾਂ ਨੇ ਕੰਮ ਕੀਤਾ, ਉਹਨਾਂ ਨੂੰ ਖਾਲਸਾ ਪੰਥ ਸਾਜਿਆ ਗਿਆ ਤੇ ਜੋ ਸਭ ਚੀਜ਼ਾਂ ਤੋਂ, ਜਿਹੜੇ ਸਾਰੇ ਅਧਿਕਾਰਾਂ ਤੋਂ ਉਹਨਾਂ ਨੂੰ ਮਹਿਰੂਮ ਕੀਤਾ ਗਿਆ ਸੀ, ਉਹਨਾਂ ਨੂੰ ਦੁਬਾਰਾ ਦਿੱਤੇ ਗਏ। ਤਾਂ ਉਹ ਕਿਸ ਤਰ੍ਹਾਂ ਇੱਕ ਬੜੀ, ਮੈਂ ਕਹਿੰਦਾ ਵੀ ਇੱਕ ਕਾਬਲ ਫੌਜ ਬਣੀ, ਉਹ ਬੜੀ ਜੁਝਾਰੂ ਫੌਜ ਬਣੀ ਤੇ ਜਿਸਨੇ ਇਤਿਹਾਸਕ ਮਾਰ ਕੇ ਮਾਰੇ ਜੀ। ਸੋ ਇਸ ਤਰ੍ਹਾਂ ਜੋ ਹਜ਼ਾਰਾਂ ਸਾਲਾਂ ਤੋਂ ਇੱਕ ਚੱਲਿਆ ਆ ਰਿਹਾ ਸੀ ਜੋ ਸਮਾਜ ਦਾ ਪਤਨ, ਉਸ ਨੂੰ ਰਿਵਰਸ ਕੀਤਾ ਖਾਲਸਾ ਪੰਥ ਦੀ ਸਾਜਨਾ ਨੇ, ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨੇ, ਅਤੇ ਭਾਰਤੀ ਲੋਕਾਂ ਨੂੰ ਇੱਕ ਆਪਣੇ ਆਪ ਦੇ ਵਿੱਚ ਵਿਸ਼ਵਾਸ ਰੱਖਣ ਦੀ ਜੋ ਹੈ ਇੱਕ ਕੋਈ ਕਾਰਨ ਦਿੱਤਾ। ਸੋ ਇਸ ਦੇ ਵਿੱਚ ਹੀ ਜੇ ਅਸੀਂ ਅੱਗੇ ਦੇਖੀਏ ਤਾਂ ਹੋਰ ਵੀ ਇੱਕ ਬੜਾ ਮਾੜਾ ਪ੍ਰਭਾਵ ਹੈ ਜੋ ਇਸ ਜਾਤੀ ਪ੍ਰਥਾ ਨੇ ਭਾਰਤੀ ਸਮਾਜ ਦੇ ਉੱਤੇ ਪਾਇਆ। ਉਹ ਸਮਾਜ ਤੇ ਪ੍ਰਭਾਵ ਜੋ ਹੈ ਤੁਸੀਂ ਦੇਖੋ ਕਿ ਉਹ ਸੀ ਲੈਕ ਆਫ ਇਨੋਵੇਸ਼ਨ ਐਂਡ ਸਾਇੰਟਿਫਿਕ ਡਿਸਕਵਰੀਜ਼। ਜੋ ਵਿਗਿਆਨਕ ਖੋਜਾਂ ਨੇ ਜਾਂ ਜੋ ਵਿਗਿਆਨਕ ਤਰੱਕੀ ਹੈ ਉਹ ਸਾਡੇ ਸਮਾਜ ਦੀ ਰੁਕ ਗਈ। ਤੁਸੀਂ ਦੇਖੋ ਸੁਖਜੀਤ ਜੀ, ਜੇ ਕਿਸੇ ਵੀ ਸਭਿਅਤਾ ਨੇ ਜਾਂ ਕਿਸੇ ਵੀ ਸਮਾਜ ਨੇ ਅੱਗੇ ਵਧਣਾ ਹੈ ਤਾਂ ਉਸ ਦੇ ਵਿੱਚ ਜੋ ਵਿਗਿਆਨਕ ਜੋ ਖੋਜਾਂ ਨੇ ਉਹ ਬੜਾ ਵੱਡਾ ਰੋਲ ਅਦਾ ਕਰਦੀਆਂ ਨੇ। ਜੀ ਬਿਲਕੁਲ। ਤੁਸੀਂ ਦੇਖੋ ਜੇ ਡਿਸਕਵਰੀ ਆਫ ਸਟੀਮ ਇੰਜਨ ਯੂਰਪ ਦੇ ਵਿੱਚ ਜਦ ਹੋਈ, ਸਟੀਮ ਇੰਜਨ ਦੀ ਡਿਸਕਵਰੀ ਨੇ ਯੂਰਪ ਦੇ ਵਿੱਚ ਇੰਡਸਟਰੀਅਲ ਰੈਵੋਲੂਸ਼ਨ ਲੈ ਕੇ ਆਂਦਾ, ਇੰਗਲੈਂਡ ਦੇ ਵਿੱਚ ਇੰਡਸਟਰੀਅਲ ਰੈਵੋਲੂਸ਼ਨ ਲੈ ਕੇ ਆਂਦਾ। ਉੱਥੇ ਕੋਲਾ ਸੀ ਤੇ ਉਹਨਾਂ ਨੇ ਸਟੀਮ ਇੰਜਨ ਬਣਾਇਆ ਤੇ ਸਟੀਮ ਇੰਜਨ ਦੀ ਮਦਦ ਨਾਲ ਇੰਡਸਟਰੀਅਲ ਰੈਵੋਲੂਸ਼ਨ ਯੂਰਪ ਦੇ ਵਿੱਚ ਆਇਆ ਤੇ ਸਾਰਾ ਯੂਰਪ ਇੰਡਸਟਰੀਅਲਾਈਜ਼ ਹੋ ਗਿਆ। ਉੱਥੇ ਚਾਹੇ ਇੰਡਸਟਰੀਅਲ ਲੈਵਲ ਤੇ ਪ੍ਰੋਡਕਸ਼ਨ ਹੋਣ ਲੱਗੀ, ਚਾਹੇ ਉਹ ਹਥਿਆਰ ਹੋਣ, ਚਾਹੇ ਉਹ ਕੁਝ ਹੋਰ ਹੋਵੇ, ਤੇ ਸਾਇੰਸ ਤਰੱਕੀ ਕਰਨ ਲੱਗੀ ਉੱਥੇ ਇੰਡਸਟਰੀਅਲ ਰੈਵੋਲੂਸ਼ਨ ਦੇ ਨਾਲ। ਸੋ ਉਹ ਜੋ ਸਿਵਲਾਈਜੇਸ਼ਨ ਸੀ, ਜੋ ਪੱਛਮੀ ਸਭਿਅਤਾ ਸੀ,
ਉਹ ਸਾਡੇ ਤੋਂ ਅੱਗੇ ਲੰਘ ਗਈ, ਕਿਉਂਕਿ ਭਾਰਤ ਦੇ ਵਿੱਚ ਜੋ ਇਨੋਵੇਸ਼ਨ ਹੈ ਜਾਂ ਜੋ ਡਿਸਕਵਰੀ ਹੈ ਉਹ ਹੋਣੀ ਬੰਦ ਹੋ ਗਈ ਸੀ। ਇਸ ਦੇ ਲਈ ਜੋ ਸਾਨੂੰ ਜੋ ਪੱਛਮੀ ਜੋ ਤਾਕਤਾਂ ਸੀ ਉਹਨਾਂ ਦੀ ਕਲੋਨੀ ਭਾਰਤ ਨੂੰ ਬਣਨਾ ਪਿਆ, ਕਿਉਂਕਿ ਦੇ ਵਰ ਇੰਡਸਟਰੀਅਲੀ ਐਂਡ ਸਾਇੰਟੀਫਿਕਲੀ ਐਡਵਾਂਸਡ, ਤੇ ਸਾਡਾ ਮੁਲਕ ਉਸ ਵੇਲੇ ਬੁਰੀ ਤਰ੍ਹਾਂ ਪਛੜ ਚੁੱਕਿਆ ਸੀ ਜੀ। ਇਸ ਦਾ ਕਾਰਨ ਵੀ ਇਹ ਹੈ, ਇਸ ਦੇ ਵੈਸੇ ਤਾਂ ਕਈ ਕਾਰਨ ਨੇ, ਪਰ ਮੁੱਖ ਕਾਰਨ ਇਹ ਹੈ ਜੋ ਅਸੀਂ ਪਹਿਲਾਂ ਗੱਲ ਕੀਤੀ ਕਿ ਜੋ 80% ਸਮਾਜ ਦਾ ਤਬਕਾ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਜੋ ਫਾਰਮਲ ਐਜੂਕੇਸ਼ਨ ਹੈ ਉਸ ਤੋਂ ਦੂਰ ਕਰ ਦਿੱਤਾ ਗਿਆ ਸੀ, ਤੇ ਜੋ ਕੰਮ ਕਰਨਾ, ਦੇਖੋ ਹੱਥੀਂ ਕੰਮ ਕਰਨਾ ਉਸ ਤਬਕੇ ਨੇ ਕਰਨਾ ਸੀ ਜਿਸ ਦੇ ਕੋਲ ਗਿਆਨ ਨਹੀਂ ਸੀ। ਹੁਣ ਇਨੋਵੇਸ਼ਨ ਕਿੱਥੇ ਆਉਂਦੀ ਹੈ ਜਾਂ ਮਕੈਨੀਕਲ ਕੋਈ ਡਿਸਕਵਰੀ ਉੱਥੇ ਹੁੰਦੀ ਹੈ ਜਿੱਥੇ ਤੁਹਾਨੂੰ ਇੱਕ ਗਿਆਨ ਦੇ ਨਾਲ ਨਾਲ ਇੱਕ ਤੁਹਾਨੂੰ ਪ੍ਰੈਕਟੀਕਲ ਸਮਝ ਹੋਵੇ ਚੀਜ਼ਾਂ ਦੀ ਜੀ। ਹੁਣ ਜਿਨ੍ਹਾਂ ਨੂੰ ਤਾਂ ਪ੍ਰੈਕਟੀਕਲ ਸਮਝ ਸੀ, ਜਿਹੜੇ ਹੱਥੀਂ ਕੰਮ ਕਰਨ ਵਾਲਾ ਤਬਕਾ ਸੀ ਜੋ ਸਮਾਜ ਦਾ, ਉਸ ਨੂੰ ਤਾਂ ਗਿਆਨ ਤੋਂ ਦੂਰ ਕਰ ਦਿੱਤਾ, ਤੇ ਜੋ ਗਿਆਨ ਵਾਲਾ 20% ਤਬਕਾ ਸੀ ਉਸਨੇ ਹੱਥੀਂ ਕੰਮ ਕਰਨਾ ਛੱਡ ਦਿੱਤਾ, ਉਹ ਤਾਂ ਬਹਿ ਕੇ ਖਾਂਦਾ ਸੀ। ਸੋ ਇਨੋਵੇਸ਼ਨ ਕਿੱਥੇ ਹੋਣੀ ਸੀ। ਸੋ ਉਸ ਤੋਂ ਬਾਅਦ ਜੋ ਇਨੋਵੇਸ਼ਨ ਹੈ ਉਹ ਵੀ ਬੰਦ ਹੋ ਗਈ, ਤੇ ਉਸ ਤੋਂ ਬਾਅਦ ਜੇ ਅਸੀਂ ਇਕੱਲਾ ਉਹ ਨਾ ਦੇਖੀਏ, ਉਸ ਤੋਂ ਬਾਅਦ ਜੋ ਦਿੱਲੀ ਸਲਤਨਤ ਆਈ ਜਾਂ ਜੋ ਮੁਗਲਿਆ ਹਕੂਮਤ ਆਈ, ਉਹਨਾਂ ਨੇ ਵੀ ਕੋਈ ਜੋ ਸਾਇੰਟੀਫਿਕ ਐਡਵਾਂਸਿਸ ਨੇ, ਕੋਈ ਸਾਇੰਸ ਦੀ ਤਰੱਕੀ ਵੱਲ ਉਹਨਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ। ਇੱਕ ਇਹ ਵੀ ਕਹਾਣੀ ਆਉਂਦੀ ਹੈ ਕਿ ਜਹਾਂਗੀਰ ਨੂੰ ਕਿਸੇ ਨੇ ਕਿਹਾ ਸੀ ਕਿ ਉਹ ਪ੍ਰਿੰਟਿੰਗ ਪ੍ਰੈਸ ਤੋਂ ਲਾਉਣ ਵਾਸਤੇ ਕਿਹਾ ਸੀ, ਅਕਬਰ ਨੂੰ ਜਾਂ ਸ਼ਾਇਦ ਜਹਾਂਗੀਰ ਨੂੰ ਕਿਹਾ ਸੀ ਮੇਰਾ ਖਿਆਲ ਵੀ ਤੁਸੀਂ ਪ੍ਰਿੰਟਿੰਗ ਪ੍ਰੈਸ ਭਾਰਤ ਦੇ ਵਿੱਚ ਲਾਓ, ਤੇ ਉਸਨੇ ਜਵਾਬ ਦੇ ਦਿੱਤਾ ਸੀ ਵੀ ਸ਼ਾਇਦ ਕਿਸ ਕੰਮ ਦੀ ਹੈ ਸਾਡੇ, ਮਤਲਬ ਕੋਈ ਰੁਚੀ ਨਹੀਂ ਸੀ। ਰੁਚੀਆਂ ਹੋਰ ਕਿਸਮ ਦੀਆਂ ਸੀ, ਆਪਣਾ ਰਾਜ ਵਧਾਉਣ ਦੀਆਂ, ਸੱਤਾ ਦੇ ਸੁੱਖ ਮਾਣਨ ਦੀਆਂ, ਜੋ ਰਾਜੇ ਮਹਾਰਾਜਿਆਂ ਦਾ ਜੋ ਸ਼ੌਂਕ ਸੀ, ਤੇ ਜੋ ਸਮਾਜ ਨੂੰ ਇੱਕ ਸੇਧ ਦੇਣੀ ਜਾਂ ਸਮਾਜ ਨੂੰ ਅੱਗੇ ਲਿਜਾਣਾ ਜਾਂ ਕੋਈ ਸਾਇੰਟੀਫਿਕ ਡਿਸਕਵਰੀ ਕਰਨੀ, ਉਸ ਤਰ੍ਹਾਂ ਸਮਾਜ ਦੇ ਵਿੱਚ ਤਰੱਕੀ ਕਰਨੀ, ਉਹ ਸੋਚ ਸਾਡੇ ਸਮਾਜ ਦੀ ਨਹੀਂ ਬਚੀ ਸੀ। ਤੇ ਇਸ ਦੇ ਵਿੱਚ ਵੀ ਜੋ ਇੱਕ ਬੜਾ ਵੱਡਾ ਰੋਲ ਹੈ ਉਹ ਵੀ ਜੋ ਜਾਤੀ ਪ੍ਰਥਾ ਹੈ ਉਸਨੇ ਵੀ ਆਪਣਾ ਰੋਲ ਇਸ ਦੇ ਵਿੱਚ ਅਦਾ ਕੀਤਾ। ਇਸ ਸਮੇਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਇਤਿਹਾਸ ਦੇ ਝਰੋਖੇ ਚੋਂ ਬੈਰਿਸਟਰ ਲਵਲੀਨ ਸਿੰਘ ਗਿੱਲ ਤੇ ਸੁਖਜੀਤ ਮਾਂਗੜ ਦੇ ਨਾਲ। ਲਵਲੀਨ ਜੀ, ਕਿਸੇ ਵੀ ਸਮਾਜ ਨੂੰ ਪ੍ਰਫੁੱਲਤ ਕਰਨ ਵਿੱਚ ਸਿੱਖਿਆ ਜਾਂ ਫਿਰ ਸਿੱਖਿਆ ਨੀਤੀ ਦਾ ਬੜਾ ਵੱਡਾ ਰੋਲ ਹੁੰਦਾ। ਅੱਜ ਦੀ ਇੰਡੀਅਨ ਸਿੱਖਿਆ ਪ੍ਰਣਾਲੀ ਬਾਰੇ ਤੁਸੀਂ ਕੀ ਸੋਚਦੇ ਹੋ? ਭਾਰਤ ਦੀ ਅਸਲ ਸਿੱਖਿਆ ਪ੍ਰਣਾਲੀ ਨਾਲੋਂ ਇਹ ਕਿਸ ਤਰ੍ਹਾਂ ਵੱਖ ਹੈ? ਸੁਖਜੀਤ ਜੀ, ਜੋ ਤੁਸੀਂ ਬਿਲਕੁਲ ਸਹੀ ਜੋ ਹੈ ਕਿਹਾ ਕਿ ਜੋ ਸਿੱਖਿਆ ਜਾਂ ਸਿੱਖਿਆ ਪ੍ਰਣਾਲੀ ਹੈ ਉਸ ਦਾ ਸਮਾਜ ਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਹੱਥ ਹੈ। ਜੋ ਭਾਰਤ ਦੀ ਅਸਲ ਸਿੱਖਿਆ ਪ੍ਰਣਾਲੀ ਸੀ ਸੁਖਜੀਤ ਜੀ, ਅਸੀਂ ਪਹਿਲਾਂ ਉਸ ਦੀ ਗੱਲ ਕਰਾਂਗੇ, ਫਿਰ ਅਸੀਂ ਜੋ ਅੱਜ ਦੇ ਸਮੇਂ 'ਚ ਜੋ ਸਿੱਖਿਆ ਪ੍ਰਣਾਲੀ ਚੱਲ ਰਹੀ ਹੈ ਫਿਰ ਅਸੀਂ ਉਸ ਦੇ ਉੱਤੇ ਆਵਾਂਗੇ। ਜ਼ਰੂਰ। ਜੋ ਐਂਸ਼ੀਐਂਟ ਇੰਡੀਅਨ ਐਜੂਕੇਸ਼ਨ ਸਿਸਟਮ ਸੀ ਸੁਖਜੀਤ ਜੀ, ਉਹ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਗੁਰੂਕੁਲ ਬੇਸਡ ਸਿਸਟਮ ਸੀ। ਉਸ ਦੇ ਵਿੱਚ ਜੋ ਗੁਰੂ ਹੈ ਜਾਂ ਰਿਸ਼ੀ ਹੈ ਉਸ ਦਾ ਆਸ਼ਰਮ ਹੋਇਆ ਕਰਦਾ ਸੀ, ਤੇ ਉਸ ਆਸ਼ਰਮ ਦੇ ਵਿੱਚ ਜੋ ਵਿਦਿਆਰਥੀ ਸਨ ਉਹ ਜਾਇਆ ਕਰਦੇ ਸਨ, ਉੱਥੇ ਰਿਹਾ ਕਰਦੇ ਸਨ, ਉਹ ਆਪਣੇ ਗੁਰੂ ਦੀ ਸੇਵਾ ਕਰਿਆ ਕਰਦੇ ਸਨ, ਉੱਥੋਂ ਉਹ ਜੋ ਉਹਨਾਂ ਦੀ ਉਹ ਐਜੂਕੇਸ਼ਨ ਹੈ ਜਾਂ ਗਿਆਨ ਹੈ ਉਹ ਹਾਸਲ ਕਰਿਆ ਕਰਦੇ ਸਨ। ਅਤੇ ਇਹ ਸਭ ਕਾਸੇ ਨੂੰ ਜੋ ਸੁਸਾਇਟੀ ਹੈ ਉਹ ਇਸ ਨੂੰ ਸਬਸਿਡਾਈਜ਼ ਕਰਦੀ ਸੀ, ਕਿਉਂਕਿ ਜੋ ਵਿਦਿਆਰਥੀ ਨੇ ਜਾਂ ਜੋ ਗੁਰੂ ਹੈ ਉਹ ਉੱਥੇ ਕੋਈ ਫੀਸ ਨਹੀਂ ਚਾਰਜ ਕਰਿਆ ਕਰਦਾ ਸੀ ਵਿਦਿਆਰਥੀਆਂ ਤੋਂ। ਉਹ ਜੋ ਉਹਨਾਂ ਨੂੰ ਖਾਣ ਪੀਣ ਦਾ ਰਸਦ ਹੈ ਜਾਂ ਹੋਰ ਹੈ, ਉਹ ਜੋ ਲੋਕ ਹੈ ਜਾਂ ਸਮਾਜ ਨੇ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਉਹ ਉੱਥੇ ਉਹ ਪਹੁੰਚਾਇਆ ਕਰਦੇ ਸੀ ਬੱਚਿਆਂ ਦੇ ਲਈ ਤੇ ਸਕਾਲਰਸ ਦੇ ਲਈ। ਇਸ ਲਈ ਉਹ ਸਮਾਜ ਜੋ ਹੈ ਉਹ ਸਾਰੀ ਐਜੂਕੇਸ਼ਨ ਨੂੰ ਸਪਾਂਸਰ ਕਰਦੀ ਸੀ ਸੁਸਾਇਟੀ, ਤੇ ਜੋ ਗੁਰੂ ਹੈ ਉਹ ਗੁਰੂ ਦਕਸ਼ਨਾ ਦਾ ਲਿਆ ਕਰਦਾ ਸੀਗਾ। ਪਰ ਇਸ ਤਰ੍ਹਾਂ ਉਹ ਜਿਵੇਂ ਹੁਣ ਅੱਜ ਕੱਲ੍ਹ ਜੋ ਐਜੂਕੇਸ਼ਨ ਦੇ ਵਿੱਚ ਫੀਸ ਹੈ ਉਸ ਤਰੀਕੇ ਨਾਲ ਉਹ ਵਸੂਲ ਨਹੀਂ ਕੀਤੀ ਜਾਂਦੀ ਸੀਗੀ। ਗੁਰੂ ਦਕਸ਼ਨਾ ਵੀ ਹੈ ਜੋ ਉਹ ਸਿੱਖਿਆ ਪੂਰੀ ਹੋਣ ਤੋਂ ਬਾਅਦ ਲਈ ਜਾਂਦੀ ਸੀ। ਸੋ ਜੋ ਐਜੂਕੇਸ਼ਨ ਹੈ ਜਾਂ ਜੋ ਸਿੱਖਿਆ ਹੈ ਉਹ ਵਪਾਰ ਨਹੀਂ ਬਣੀ ਸੀ। ਭਾਰਤ ਦੇ ਵਿੱਚ ਐਂਸ਼ੀਐਂਟ ਇੰਡੀਆ ਦੇ ਵਿੱਚ ਜੋ ਸਿੱਖਿਆ ਹੈ ਉਸ ਨੂੰ ਵਪਾਰ ਨਹੀਂ ਮੰਨਿਆ ਜਾਂਦਾ ਸੀ। ਉਸ ਨੂੰ ਇੱਕ ਸਮਾਜ ਵੀ ਉਸ ਨੂੰ ਆਪਣੀ ਡਿਊਟੀ ਸਮਝਦਾ ਸੀ, ਜੋ ਗੁਰੂ ਹੈ ਉਹ ਵੀ ਆਪਣੀ ਡਿਊਟੀ ਸਮਝਦਾ ਸੀ, ਤੇ ਜੋ ਸਿੱਖਿਆਰਥੀ ਨੇ ਜੋ ਵਿਦਿਆਰਥੀ ਨੇ
ਉਹ ਵੀ ਉੱਥੇ ਰਹਿ ਕੇ ਆਪਣੀ ਗੁਰੂ ਦੀ ਸੇਵਾ ਕਰਨੀ ਤੇ ਜੋ ਗਿਆਨ ਹਾਸਲ ਕਰਨਾ ਹੈ ਉਸ ਨੂੰ ਆਪਣਾ ਇੱਕ ਡਿਊਟੀ ਸਮਝ ਕੇ ਕਰਦੇ ਸੀ। ਤੇ ਜੋ ਪਹਿਲੇ 25 ਸਾਲ ਨੇ ਜੋ ਜ਼ਿੰਦਗੀ ਦੇ, ਉਹ ਉਸ ਨੂੰ ਬ੍ਰਹਮਚਰਯ ਕਿਹਾ ਜਾਂਦਾ ਸੀ। ਉਸ ਨੂੰ ਜੋ ਇੱਕ ਸਿੱਖਿਆ ਹਾਸਲ ਕਰਨ ਦਾ ਜੋ ਪੀਰੀਅਡ ਹੈ ਉਹ ਮੰਨਿਆ ਜਾਂਦਾ ਸੀ। ਸਿੱਖਿਆ ਦਾ ਮੰਤਵ ਮਤਲਬ ਸਿੱਖਿਆ ਗੁਰੂ ਵੱਲੋਂ ਦਿੱਤੀ ਜਾਣੀ ਤੇ ਵਿਦਿਆਰਥੀਆਂ ਵੱਲੋਂ ਸਿੱਖਿਆ ਪ੍ਰਾਪਤ ਕਰਨਾ ਹੀ ਹੁੰਦਾ ਸੀਗਾ ਜੀ। ਸਿਰਫ ਸਿੱਖਿਆ ਨਹੀਂ ਹੋਇਆ ਕਰਦੀ ਸੀ, ਸਿਰਫ ਇੱਕ ਫਾਰਮਲ ਇਨਫੋਰਮੇਸ਼ਨ ਨਹੀਂ ਸੀ ਹੋਇਆ ਕਰਦੀ। ਉਸ ਦੇ ਵਿੱਚ ਜੋ ਕਿਰਦਾਰ ਦਾ ਜੋ ਡਿਵੈਲਪਮੈਂਟ ਹੈ, ਜੋ ਕਰੈਕਟਰ ਡਿਵੈਲਪਮੈਂਟ ਹੈ, ਕਿਰਦਾਰ ਪੈਦਾ ਕਰਨਾ, ਇੱਕ ਕਦਰਾਂ ਕੀਮਤਾਂ ਪੈਦਾ ਕਰਨੀਆਂ ਵਿਦਿਆਰਥੀ ਦੇ ਵਿੱਚ, ਉਹ ਉਸ ਵਿਦਿਆ ਦਾ ਹਿੱਸਾ ਸੀ। ਜਿਸ ਦੇ ਵਿੱਚ ਤੁਸੀਂ ਦੇਖੋ ਕਿ ਜੋ ਸਵਾਲ ਪੁੱਛਣ ਦੀ ਪ੍ਰਥਾ ਹੈ ਭਾਰਤ ਦੇ ਵਿੱਚ ਅੱਜ ਉਹ ਬਹੁਤ ਖਤਰੇ ਦੇ ਵਿੱਚ ਹੈ, ਪਰ ਜੋ ਇੰਡੀਅਨ ਐਜੂਕੇਸ਼ਨ ਹੈ, ਜੋ ਟ੍ਰੈਡੀਸ਼ਨਲ ਇੰਡੀਅਨ ਐਜੂਕੇਸ਼ਨ ਹੈ, ਉਹ ਸਵਾਲ ਪੁੱਛਣ ਦੀ ਪ੍ਰਥਾ ਦੀ ਖੜੀ ਸੀ। ਜੋ ਸਾਡੇ ਉਪਨਿਸ਼ਦ ਵੀ ਬਣੇ ਨੇ, ਜੋ ਕਿ ਵਰਲਡ ਲਿਟਰੇਚਰ ਦੇ ਵਿੱਚ ਜਿਨ੍ਹਾਂ ਨੂੰ ਬਹੁਤ ਗ੍ਰੇਟ ਗ੍ਰੰਥ ਮੰਨਿਆ ਜਾਂਦਾ ਹੈ, ਜੋ ਉਪਨਿਸ਼ਦ ਵੀ ਬਣੇ ਨੇ ਉਹ ਵੀ ਇਸੇ ਤਰ੍ਹਾਂ ਬਣੇ ਨੇ। ਉਪਨਿਸ਼ਦ ਦਾ ਮਤਲਬ ਹੈ, ਸ਼ਾਬਦਿਕ ਅਰਥ ਹੈ ਕਿ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਜੋ ਗਿਆਨ ਹੈ ਉਸ ਨੂੰ ਹਾਸਲ ਕਰਨਾ। ਉਪਨਿਸ਼ਦ ਦਾ ਜੋ ਸ਼ਾਬਦਿਕ ਅਰਥ ਇਹੀ ਹੈ। ਸੋ ਸਾਰੇ ਉਪਨਿਸ਼ਦਾਂ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਉਸ ਦੇ ਵਿੱਚ ਹੁੰਦਾ ਹੈ ਕਿ ਗੁਰੂ ਬੈਠਾ ਹੁੰਦਾ ਸੀ ਤੇ ਜੋ ਵਿਦਿਆਰਥੀ ਨੇ ਉਹ ਉਸ ਦੇ ਆਲੇ ਦੁਆਲੇ ਇੱਕ ਦਾਇਰਾ ਬਣਾ ਕੇ ਬੈਠੇ ਹੁੰਦੇ ਸੀ ਤੇ ਉਹ ਆਪਣੇ ਗੁਰੂ ਦੇ ਨਾਲ ਸਵਾਲ ਜਵਾਬ ਕਰਦੇ ਸੀ ਤੇ ਜੋ ਗੁਰੂ ਹੈ ਉਹਨਾਂ ਦੇ ਸਵਾਲਾਂ ਦਾ, ਉਹਨਾਂ ਦੇ ਜਿਗਿਆਸੂਆਂ ਦੇ ਜੋ ਸਵਾਲ ਨੇ ਉਹਨਾਂ ਦਾ ਜਵਾਬ ਦਿਆ ਕਰਦਾ ਸੀ। ਸੋ ਜਿਸ ਤਰ੍ਹਾਂ ਤੁਸੀਂ ਅੱਜ ਦੇਖੋ ਕਿ ਸਕੂਲਾਂ ਦੇ ਵਿੱਚ ਸਿਲੇਬਸ ਬਣਿਆ ਹੈ, ਬੜੀ ਸਪੂਨ ਫੀਡਿੰਗ ਹੈ, ਉਹ ਰੱਟਾ ਟਾਈਪ ਐਜੂਕੇਸ਼ਨ ਹੈ ਜਿਸ ਦੇ ਵਿੱਚ ਕੱਢਣ ਪਾਉਣ ਨੂੰ ਕੁਛ ਨਹੀਂ, ਕਿਤਾਬਾਂ ਦਾ ਬੋਝ ਮੋਢਿਆਂ ਦੇ ਚੱਕਣ ਤੋਂ ਸਿਵਾਏ। ਉਹਨਾਂ ਸਮਿਆਂ ਦੇ ਵਿੱਚ ਜੇ ਤੁਸੀਂ ਦੇਖੋ ਕਿ ਉਹ ਜੋ ਸਵਾਲ ਜਵਾਬ ਨੇ ਉਪਨਿਸ਼ਦ ਦੇ ਵਿੱਚ ਗੁਰੂ ਤੇ ਵਿਦਿਆਰਥੀ ਦੇ ਵਿੱਚ, ਉਹ ਕੋਈ ਇਸ ਤਰ੍ਹਾਂ ਦੇ ਸਵਾਲ ਜਵਾਬ ਨਹੀਂ ਹੈਗੇ। ਉਹ ਜੋ ਜਵਾਬ ਗੁਰੂ ਦਿੰਦਾ ਹੈ ਜਾਂ ਉਸ ਨੂੰ ਉਹ ਦਿੰਦਾ ਹੈ, ਇੱਕ ਸਬਕ ਦਿੰਦਾ ਹੈ, ਉਹ ਬੜੇ ਤਰੀਕੇ ਨਾਲ ਦਿੰਦਾ ਹੈ ਕਿ ਜਿਹੜਾ ਸਾਰਾ ਸਬਕ ਹੈ ਉਹ ਉਸ ਦੇ ਸਮਝ ਪੈ ਜਾਵੇ ਤੇ ਪ੍ਰੈਕਟੀਕਲੀ ਸਮਝ ਪੈ ਜਾਵੇ ਉਸ ਦੇ। ਸੋ ਇਸ ਤਰ੍ਹਾਂ ਕੋਈ ਸਪੂਨ ਫੀਡਿੰਗ ਉਸ ਜ਼ਮਾਨੇ ਦੇ ਵਿੱਚ ਉਹ ਨਹੀਂ ਕਰਿਆ ਕਰਦੇ ਸੀ। ਅਜੋਕੀ ਸਿੱਖਿਆ ਪ੍ਰਣਾਲੀ ਜਿਹੜੀ ਹੈਗੀ ਇਹਦੇ ਵਿੱਚ ਤਾਂ ਸਿਰਫ ਰੱਟਾ ਤੇ ਫਿਰ ਐਗਜ਼ਾਮ ਹੈਗਾ, ਜਿਵੇਂ ਤੁਸੀਂ ਪਹਿਲਾਂ ਹੀ ਮੈਂਸ਼ਨ ਕੀਤਾ ਕਿ ਵਪਾਰੀਕਰਨ ਕੀਤਾ ਹੋਇਆ ਸਿੱਖਿਆ ਦਾ। ਜੀ ਵਪਾਰੀਕਰਨ ਹੈ। ਸੋ ਜੋ ਸਵਾਲ ਪੁੱਛਣ ਦੀ ਪ੍ਰਥਾ ਹੈ ਉਹ ਬੜੀ ਪ੍ਰਬਲ ਸੀ। ਚਾਹੇ ਤੁਸੀਂ ਦੇਖੋ ਕਿ ਉਪਨਿਸ਼ਦਾਂ ਦੇ ਵਿੱਚ ਨਚੀਕੇਤ ਜੋ ਇੱਕ ਕਿਰਦਾਰ ਹੈ ਉਸ ਦਾ ਜ਼ਿਕਰ ਮਿਲਦਾ ਹੈ ਕਿ ਉਹ ਇੱਕ 12-13 ਸਾਲ ਦਾ ਬਾਲਕ ਹੈ। ਉਸ ਦਾ ਪਿਤਾ ਜੋ ਹੈ ਬਿਮਾਰ ਹੋ ਜਾਂਦਾ ਹੈ। ਉਸ ਦਾ ਪਿਤਾ ਬਿਮਾਰ ਹੋ ਜਾਂਦਾ ਹੈ ਤੇ ਉਹ ਉਸ ਨੂੰ ਜੋ ਪੰਡਤ ਹੈ ਜਾਂ ਪੁਰੋਹਿਤ ਹੈ ਉਹ ਉਸ ਨੂੰ ਕਹਿੰਦਾ ਹੈ ਕਿ ਤੂੰ ਯਮਰਾਜ ਨੂੰ ਬਲੀ ਦੇ ਕਿਸੇ ਪਿਆਰੀ ਚੀਜ਼ ਦੀ ਤੇ ਫਿਰ ਜੋ ਤੇਰੀ ਬਿਮਾਰੀ ਹੈ, ਜੋ ਤੇਰਾ ਦੁੱਖ ਹੈ ਉਹ ਕੱਟਿਆ ਜਾਵੇਗਾ। ਉਹ ਜੋ ਹੈ ਨਚੀਕੇਤਾ ਦਾ ਬਾਪ ਹੈ, ਉਹ ਬਿਮਾਰ ਪਸ਼ੂਆਂ ਦੀ, ਹੋਰ ਪੁਰਾਣੇ ਬੁੱਢੇ ਪਸ਼ੂਆਂ ਦੀ ਉਹ ਬਲੀ ਦੇਣ ਲੱਗ ਜਾਂਦਾ ਹੈ। ਪਰ ਜੋ ਨਚੀਕੇਤਾ ਜੋ 12-13 ਸਾਲ ਦਾ ਜਵਾਕ ਹੈ ਉਹ ਆਪਦੇ ਪਿਤਾ ਨੂੰ ਕਾਊਂਟਰ ਕਰਦਾ ਹੈ ਤੇ ਉੱਥੇ ਕਹਿੰਦਾ ਹੈ ਕਿ ਤੂੰ ਇਹ ਸਿਰਫ ਕਰਮਕਾਂਡ ਕਰ ਰਿਹਾ, ਸਭ ਤੋਂ ਪਿਆਰੀ ਚੀਜ਼ ਤੇਰੀ ਇਹ ਨਹੀਂ ਹੈਗੀ, ਤੂੰ ਆਪਦੀ ਸਭ ਤੋਂ ਪਿਆਰੀ ਦੀ ਚੀਜ਼ ਦੀ ਬਲੀ ਦੇ। ਉਸ ਨੂੰ ਸਵਾਲ ਕਰਦਾ ਹੈ, ਉਸ ਨੂੰ ਕਾਊਂਟਰ ਕਰਦਾ ਹੈ ਤੇ ਉਸ ਦਾ ਪਿਤਾ ਗੁੱਸੇ ਦੇ ਵਿੱਚ ਆ ਕੇ ਉਸ ਨੂੰ ਕਹਿੰਦਾ ਕਿ ਜਾ ਮੈਂ ਤੇਰੀ ਬਲੀ ਦੇਣਾ। ਸੋ ਉੱਥੇ ਜਾ ਕੇ ਉਹ ਯਮਲੋਕ ਚਲਿਆ ਜਾਂਦਾ ਹੈ ਬਲੀ ਤੋਂ ਬਾਅਦ, ਜੋ ਉਪਨਿਸ਼ਦ ਦੇ ਵਿੱਚ ਸਾਨੂੰ ਜ਼ਿਕਰ ਮਿਲਦਾ ਹੈ। ਉੱਥੇ ਜਾ ਕੇ ਉਹ ਯਮਰਾਜ ਦੇ ਨਾਲ ਵੀ ਸਵਾਲ ਜਵਾਬ ਕਰਦਾ ਹੈ। ਯਮਰਾਜ ਨਚੀਕੇਤਾ ਨੂੰ ਕਈ ਤਰ੍ਹਾਂ ਦੇ ਉਸ ਨੂੰ ਟੈਸਟ ਲੈਂਦਾ ਹੈ, ਉਸ ਨੂੰ ਕਈ ਤਰ੍ਹਾਂ ਦੇ ਲਾਲਚ ਦਿੰਦਾ ਹੈ ਕਿ ਤੂੰ ਧਰਤੀ ਦਾ ਰਾਜ ਲੈ ਲੈ, ਤੂੰ ਇਹ ਲੈ ਲੈ, ਉਹ ਲੈ ਲੈ, ਜੋ ਮਟੀਰੀਅਲ ਚੀਜ਼ਾਂ ਨੇ ਉਹ ਉਹਨੂੰ ਆਫਰ ਕਰਦਾ ਹੈ। ਪਰ ਉਹ ਆਪਣੇ ਗਿਆਨ ਚਰਚਾ ਤੇ ਉਸ ਆਪਣੇ ਸਵਾਲਾਂ ਤੇ ਅੜਿਆ ਰਹਿੰਦਾ ਹੈ। ਸੋ ਇਸ ਤਰ੍ਹਾਂ ਸਾਨੂੰ ਇੱਕ ਬੜੀ ਸਵਾਲ ਕਰਨ ਦੀ ਪ੍ਰਥਾ ਜੋ ਪ੍ਰਾਚੀਨ ਭਾਰਤ ਦੇ ਵਿੱਚ ਮਿਲਿਆ ਕਰਦੀ ਸੀ, ਕਿਉਂਕਿ ਜੇ ਸਵਾਲ ਨਹੀਂ ਪੁੱਛੇ ਜਾਣਗੇ ਸੁਖਜੀਤ ਜੀ ਤਾਂ ਕਿਸੇ ਵੀ ਤਰ੍ਹਾਂ ਦੀ ਜੋ ਇੰਟੈਲੈਕਚੁਅਲ ਡਿਵੈਲਪਮੈਂਟ ਹੈ ਉਹ ਨਹੀਂ ਹੋਵੇਗੀ। ਜੀ ਬਿਲਕੁਲ। ਜੇ ਤੁਸੀਂ ਸਵਾਲ ਨਹੀਂ ਕਰੋਗੇ ਤਾਂ ਜੋ ਕੋਈ ਨਵੀਂ ਗੱਲ ਹੈ ਉਹ ਉੱਭਰ ਕੇ ਨਹੀਂ ਆਵੇਗੀ ਤੇ ਉਹੀ ਫਿਰ ਜੋ ਘਿਸੀਆਂ ਪਿੱਟੀਆਂ ਗੱਲਾਂ ਨੇ ਜੋ ਚੱਲੀਆਂ ਆ ਰਹੀਆਂ ਨੇ ਪਿੱਛੇੋਂ, ਉਹ ਰਟੀਆਂ ਰਟਾਈਆਂ ਗੱਲਾਂ ਉਹੀ ਚੱਲਦੀਆਂ ਰਹਿਣਗੀਆਂ। ਸੋ ਇਸ ਤਰ੍ਹਾਂ ਜੇ ਅਸੀਂ ਸੱਤਿਅਕਾਮ ਜਵਾਲਾ ਦੀ ਗੱਲ ਕਰੀਏ, ਇਹ ਵੀ ਇੱਕ ਉਪਨਿਸ਼ਦਾਂ ਦੇ ਵਿੱਚੋਂ
जो किरदार है सुखजीत जी, सत्यकाम जवाला है जो उसने अपनी मां नूं एक दिन पुछया, अपने बाप दे बारे पुछया कि मेरा बाप कौन है। उसकी मां उसनूं जवाब दिंदी है कि मैं कई मालकां दी मैं सेवा करदी रही हां, मैनूं नहीं पता भी उन्हां मालकां दे विचों तेरा बाप कौन है। तो उसनूं बड़ी ईमानदारी नाल उसनूं ओह सत्यकाम जवाला नूं इह जवाब दे दिंदी है। सत्यकाम जवाला जद अपने गुरु कोल जांदा है, ऋषि कोल जांदा है, गुरुकुल दे विच भर्ती होण वास्ते, विद्या हासिल करन वास्ते, उत्थे जाके उसनूं उसदा कुल पुछया जांदा है, तू किस कुल दा, किस जाति दा तू मनुख है। ਉਹ जो अपनी मां ने उसनूं गल दसी हुंदी है, वो अगे जाके अपने गुरु नूं भी कह दिंदा कि मेरी मां ने कई मालकां दी सेवा कीती है ते मैनूं नहीं पता भी मेरा बाप कौन है उन्हां दे विचों। ते उस समय जो गुरुकुल दा, जिस गुरुकुल दे विच सत्यकाम जवाला जांदा है, उस गुरुकुल दा जो गुरु है उसनूं कहंदा है कि तूं सच बोलिया है ते सच बोलना है जो वो एक ब्राह्मण दा गुण है, इसलिए मैं तैनूं ब्राह्मण मनदा हां ते तैनूं तेरा मेरे गुरुकुल दे विच स्वागत है। ते सत्यकाम जवाला नूं एजुकेशन मिलदी है ते सत्यकाम जवाला अगे चल के एक बहुत वड्डा ऋषि बनदा है, बहुत वड्डा स्कॉलर बनदा है। सो इस तरह तुसीं देखो सुखजीत जी कि जो समाज दे एक तरह जो दबिया कुचलिया वर्ग है उस दे लई भी गुरुकुल खुले सन जी। ते जे असीं अज दी सिੱਖਿਆ ते आईए जां मध्यकाल दे विच जां जो सिੱਖਿਆ है वो प्रीस्टली क्लास दे हत्थ लग गई, जां जो चाहे वो इस्लाम धर्म की जो प्रीस्टली क्लास होवे, चाहे हिंदू धर्म की प्रीस्टली क्लास होवे, ते जो एक रिलीजियस एजुकेशन है वो भारू हो गई उस दे उत्ते। उस दे विच फिर जो सवाल करन दी जो प्रक्रिया है वो जांदी रही, क्योंकि जो धार्मिक सवाल ने जां जो धार्मिक मान्यतावां ने जां जो रिलीजियस एजुकेशन है, जे तुसीं उस ते सवाल चकदे हो तां उत्थे तुहानूं बहुत एक समाज 'च बुरा मन्निया जांदा है ते जो एक समाज ताड़ना करदा है कि जो रिलीजियस गल्लां ने, साडे फंडामेंटल रिलीजियस प्रिंसीपल्स ने, उन्हां दे तुसीं सवाल नहीं कर सकदे। सो रिलीजियस एजुकेशन भारी हुई, सवाल करन दी जो प्रक्रिया है रुकदी रही ते इंटलैक्चुअल डिवेलपमेंट है जो वो रुक गई। जो एक खुला डुला माहौल जो तुहानूं उपनिषदां दे विच देखण नूं मिलदा है, जिस दे विच सब दे लई खुली है एजुकेशन ते एक बड़े तरीके नाल जो गुरु ने वो अपने विद्यार्थियों नूं एक क्रिएटिव मैथड दे नाल, जिस तरह कि अज तुसीं देखो वैस्ट दे विच क्रिएटिव मैथड अपनाए जांदे ने विद्यार्थियों नूं पढ़ाउण दे, उसे तरह जो उपनिषदां दे जो गुरु सन, जो एंशिएंट इंडियन एजुकेशन सिस्टम उस दे विच इस तरह के क्रिएटिव मैथड अपनाउंदे सी। जिस तरह कि मैं तुहानूं एक होर उदाहरण दिंदा, एक बार एक जो गुरु है उसका चेला है, चेला अपने गुरु नूं कहंदा है कि जी मैनूं कोई इहो जिहा मंत्र दो जिस दे नाल मेरी जिंदगी सफल हो जाए। वो गुरु उसकी इच्छा समझ जाता है कि ये समझ नहीं रखता हजे, तो वो उसनूं मंत्र दिंदा, उसके कंन दे विच मंत्र दिंदा है ओम। वो चेला बड़ा खुश होंदा है, चेला बड़ा खुश हो के तुरदा फिरदा रहिंदा है ते अगे जाके की देखदा कि ओम दा जाप तां सारे करे जांदे ने। वो किसी औरत कोल जांदा है, वो ओम जपदी है, जां होर किसी ब्राह्मण कोल जांदा है, वो भी सारी दुनिया ही ओम जपी जांदी है। तो अपने गुरु नाल आके झगड़ पैंदा है कि जी तुसीं मैनूं, मैं तां तुहातों गुप्त मंत्र मंगिया सी भी जिहड़ा किसी कोल ना होवे, भी ये तां सारे बोलदे ने, तुसीं क्यों मैनूं मूर्ख बनाई जांदे हो। वो गुरु सी वो जो वो बड़ा मुस्कुराया, उसने मुस्कुरा के अच्छा उन्होंने कहा कि हुण मैं तां तैनूं पहलां गुप्त मंत्र दिता सी, हुण मैं तैनूं एक होर शै दिना, एक होर चीज़ दिना, तू जा तू इसदा मुੱਲ पवा के लिया बाजार दे विचों। वो उसनूं एक पत्थर दे दिंदा है, वो पत्थर दिंदा है उसनूं। वो पहलां पत्थर लैके सब्जी वाले कोल जांदा है, सब्जी वाले नूं कहंदा है कि ये मेरा पत्थर है, मैनूं मेरे गुरु ने मैनूं बेचण नूं भेजिआ है, तू इसदा की मुੱਲ पाउणा है। सब्जी वाला कहंदा भी ये पत्थर है, ये मेरे किस काम दा, भी हाँ इहनूं मैं जिहड़ा तोलण वाला बट्टा हुंदा है ਉਹਦੇ बराबर रख सकदा, भी तू मैं कोई सब्जी लै जा, कोई टमाटर लै जा, कोई होर लै जा, ते बराबर मैं तैनूं इन्ना ही मुੱਲ पा सकदा ਉਹਦਾ। फिर वो अगे वध के जांदा है, अगे वध के वो पंसारी की दुकान ते जांदा है। पंसारी की दुकान ते जाके वो कहंदा है कि ये मेरा पत्थर है, ये मेरे गुरु ने मैनूं दिता है,
ਤੂੰ ਇਸ ਦਾ ਕੀ ਮੁੱਲ ਪਾਉਣਾ ਹੈ, ਮੈਂ ਇਹਨੂੰ ਵੇਚ ਕੇ ਆਪਣੇ ਗੁਰੂ ਕੋਲ ਜਾਣਾ ਹੈ। ਉਹ ਕਹਿੰਦਾ ਵੀ ਇਹ ਬੇਕਾਰ ਪੱਥਰ ਹੈ, ਇਸ ਦਾ ਸਾਡੇ ਕੋਲ ਕੀ ਕੰਮ ਹੈ। ਉਸ ਤੋਂ ਬਾਅਦ ਉਹ ਇਸਤਰੀ ਕੋਲ ਜਾਂਦਾ ਹੈ ਕਿਸੇ ਕੋਲੇ, ਉਹਨੂੰ ਕਹਿੰਦਾ ਤੂੰ ਉਹ ਪੱਥਰ ਖਰੀਦ ਲੈ। ਉਹ ਕਹਿੰਦੀ ਮੈਂ ਪੱਥਰ ਇਹ ਮੈਂ ਕੀ ਕਰਾਉਣਾ, ਇਹ ਤਾਂ ਮੈਂ ਅੱਡੀਆਂ ਆਪਣੀਆਂ ਸਾਫ਼ ਕਰਨ ਵਾਸਤੇ, ਮੈਂ ਅੱਡੀਆਂ ਰਗੜਨ ਵਾਸਤੇ ਇਸ ਪੱਥਰ ਨੂੰ ਰੱਖ ਲੈਂਦੀ ਹਾਂ। ਉਸ ਤੋਂ ਬਾਅਦ ਸੁਖਜੀਤ ਜੀ ਉਹ ਜੋ ਚੇਲਾ ਹੈ ਉਹ ਇੱਕ ਜੌਹਰੀ ਕੋਲ ਜਾਂਦਾ ਹੈ। ਜੌਹਰੀ ਉਸ ਪੱਥਰ ਨੂੰ ਦੇਖਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਇਸ ਪੱਥਰ ਦਾ ਮੈਂ ਮੁੱਲ ਨਹੀਂ ਪਾ ਸਕਦਾ। ਉਹ ਕਹਿੰਦਾ ਕਿਉਂ? ਕਹਿੰਦਾ ਕਿਉਂਕਿ ਇਹ ਪੱਥਰ ਬੇਸ਼ਕੀਮਤੀ ਹੈ, ਕਿ ਸਿਰਫ ਔਰ ਸਿਰਫ ਉਸ ਰਾਜੇ ਦੇ ਖਜ਼ਾਨੇ ਦੇ ਵਿੱਚ ਇਹੋ ਜਿਹਾ ਪੱਥਰ ਹੈ ਤੇ ਉਹੀ ਇਸ ਦਾ ਮੁੱਲ ਪਾ ਸਕਦਾ ਹੈ, ਤੇ ਜੌਹਰੀ ਹੋ ਕੇ ਵੀ ਮੈਂ ਇਸ ਦਾ ਮੁੱਲ ਨਹੀਂ ਪਾ ਸਕਦਾ। ਸੋ ਇਸ ਸਭ ਤੋਂ ਬਾਅਦ ਉਹ ਆਪਣੇ ਗੁਰੂ ਕੋਲ ਜਾਂਦਾ ਹੈ, ਉਹਨੂੰ ਸਾਰੀ ਗੱਲ ਦੱਸਦਾ ਹੈ ਵੇਖਿਆ ਵੀ ਇਹ ਗੱਲ ਹੋਈ, ਪੱਥਰ ਦਾ ਮੁੱਲ ਕਿਸੇ ਨੇ ਨਹੀਂ ਪਾਇਆ, ਵੀ ਜੌਹਰੀ ਨੇ ਮੈਨੂੰ ਦੱਸਿਆ। ਕਿਸੇ ਲਈ ਤਾਂ ਉਹ ਅੱਡੀਆਂ ਰਗੜਨ ਵਾਲਾ ਸੀ, ਕੋਈ ਕਹਿੰਦਾ ਸੀ ਮੈਂ ਉਹਨੂੰ ਉਹਦੇ ਭਰਾ ਦੇ ਬਰਾਬਰ ਤੋਲੂੰਗਾ। ਫਿਰ ਉਹਦਾ ਗੁਰੂ ਉਸ ਨੂੰ ਸਮਝਾਉਂਦਾ ਹੈ ਕਿ ਜੋ ਮੈਂ ਤੈਨੂੰ ਗੁਪਤ ਮੰਤਰ ਜੋ ਓਮ ਦਿੱਤਾ ਸੀ ਉਹ ਵੀ ਇਸੇ ਤਰ੍ਹਾਂ ਹੀ ਹੈ, ਜੇ ਤੂੰ ਉਸ ਦਾ ਮੁੱਲ ਸਮਝੇ ਤਾਂ ਉਹ ਇੱਕ ਬੇਸ਼ਕੀਮਤੀ ਹੀਰਾ ਹੈ, ਜੇ ਤੂੰ ਉਸ ਦਾ ਮੁੱਲ ਨਾ ਸਮਝ ਪਾਏ ਤਾਂ ਉਹ ਬੜਾ ਕਾਮਨ ਹੈ ਤੇ ਉਸ ਦਾ ਤੇਰੇ ਲਈ ਕੋਈ ਵੀ ਅਰਥ ਨਹੀਂ। ਸੋ ਇਸ ਤਰ੍ਹਾਂ ਜੋ ਗੁਰੂ ਨੇ ਉਹ ਇੱਕ ਬੜੇ ਕ੍ਰੀਏਟਿਵ ਢੰਗ ਦੇ ਨਾਲ ਜੋ ਐਜੂਕੇਸ਼ਨ ਹੈ, ਜੋ ਸਿੱਖਿਆ, ਜੋ ਆਪਣਾ ਮੈਸੇਜ ਉਹ ਦਿਆ ਕਰਦੇ ਸਨ। ਪਰ ਮੱਧਕਾਲ ਦੇ ਆਉਂਦੇ ਜੋ ਰਿਲੀਜੀਅਸ ਐਜੂਕੇਸ਼ਨ ਹੈ ਉਹ ਭਾਰੂ ਹੋ ਗਈ। ਤੇ ਉਸ ਤੋਂ ਬਾਅਦ ਫਿਰ ਜੋ ਅੰਗਰੇਜ਼ ਜਦ ਭਾਰਤ ਦੇ ਵਿੱਚ ਆਇਆ, ਜੋ ਸਾਡਾ ਅੱਜ ਦਾ ਜੋ ਐਜੂਕੇਸ਼ਨ ਸਿਸਟਮ ਹੈ ਉਹ ਲਾਰਡ ਮੈਕੌਲੇ ਦਾ ਡਿਜ਼ਾਈਨ ਕੀਤਾ ਹੋਇਆ ਹੈ। ਜਦ ਅੰਗਰੇਜ਼ ਭਾਰਤ ਦੇ ਵਿੱਚ ਆਇਆ ਤੇ ਉਸ ਨੂੰ ਸਾਰੇ ਏਡੇ ਵੱਡੇ ਭਾਰਤ ਤੇ ਰਾਜ ਕਰਨ ਲਈ ਉਸ ਨੂੰ ਇੱਕ ਅਫਸਰਸ਼ਾਹੀ ਚਾਹੀਦੀ ਸੀ। ਅਫਸਰਸ਼ਾਹੀ ਤਾਂ ਉਹ ਇੰਗਲੈਂਡ ਤੋਂ ਲੈ ਆਏ, ਪਰ ਉਹਨਾਂ ਦੀਆਂ ਤਨਖਾਹਾਂ ਦੇਣੀਆਂ ਉਹਨਾਂ ਨੂੰ ਬਹੁਤ ਮਹਿੰਗੀਆਂ ਪੈਂਦੀਆਂ ਸਨ। ਤਾਂ ਉਹਨਾਂ ਨੇ ਇੱਕ ਕਲਰਕ ਸ਼੍ਰੇਣੀ ਹੈ, ਜੋ ਇੱਕ ਅਫਸਰਾਂ ਤੋਂ ਥੱਲੇ ਜੋ ਇੱਕ ਕਲਰਕ ਜੋ ਬਾਬੂ ਹੁੰਦੇ ਨੇ, ਕਲਰਕ ਸ਼੍ਰੇਣੀ ਪੈਦਾ ਕਰਨ ਲਈ ਜੋ ਇਹ ਐਜੂਕੇਸ਼ਨ ਹੈ, ਜੋ ਇੰਗਲਿਸ਼ ਐਜੂਕੇਸ਼ਨ ਹੈ, ਭਾਰਤ ਦੇ ਵਿੱਚ ਸ਼ੁਰੂ ਕੀਤੀ। ਤੇ ਜਿਸ ਦੇ ਵਿੱਚ ਲਾਰਡ ਮੈਕੌਲੇ ਨੇ ਕਿਹਾ ਕਿ ਜੋ ਆਈ ਵਿਲ ਕ੍ਰੀਏਟ ਅ ਕ੍ਰੌਪ ਆਫ ਇੰਡੀਅਨਸ ਹੂ ਵਿਲ ਬੀ ਇੰਡੀਅਨ ਇਨ ਆਊਟਲੁੱਕ ਬਟ ਬ੍ਰਿਟਿਸ਼ ਇਨ ਟੇਸਟ। ਉਹਨਾਂ ਦੀ ਸੋਚ ਸ਼ੌਂਕ ਉਹ ਅੰਗਰੇਜ਼ਾਂ ਵਾਲੇ ਹੋਣਗੇ, ਜੋ ਆਊਟਲੁੱਕ ਹੋਵੇਗੀ ਉਹਨਾਂ ਦੀ ਉਹ ਸਿਰਫ ਭਾਰਤੀਆਂ ਵਰਗੀ ਹੋਵੇਗੀ। ਤੇ ਉਸ ਨੇ ਬਾਏ ਡਿਜ਼ਾਈਨ ਉਸ ਐਜੂਕੇਸ਼ਨ ਪਾਲਿਸੀ ਨੇ ਜੋ ਭਾਰਤੀ ਗਿਆਨ ਹੈ, ਜੋ ਭਾਰਤੀ ਐਜੂਕੇਸ਼ਨ ਹੈ, ਉਸ ਨੂੰ ਡੀਗ੍ਰੇਡ ਕਰਨਾ ਸ਼ੁਰੂ ਕੀਤਾ, ਆਪਣੇ ਹੀ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਉਸ ਨੂੰ ਸਿੱਟਣਾ ਸ਼ੁਰੂ ਕੀਤਾ। ਤੇ ਜੋ ਪੱਛਮੀ ਐਜੂਕੇਸ਼ਨ ਹੈ, ਜੋ ਵੈਸਟਰਨ ਐਜੂਕੇਸ਼ਨ ਹੈ, ਉਸ ਨੂੰ ਪ੍ਰਮੋਟ ਕਰਨਾ ਸ਼ੁਰੂ ਕੀਤਾ। ਉਸ ਨੇ ਤਾਂ ਇਸ ਹੱਦ ਤੱਕ ਜਾ ਕੇ ਕਿਹਾ ਕਿ ਈਵਨ ਅ ਬੁੱਕ ਸ਼ੈਲਫ ਆਫ ਯੂਰਪੀਅਨ ਲਾਇਬ੍ਰੇਰੀ ਇਜ਼ ਬੈਟਰ ਦੈਨ ਆਲ ਦਾ ਇੰਡੀਅਨ ਐਜੂਕੇਸ਼ਨ, ਜਾਂ ਭਾਰਤ ਦਾ ਗਿਆਨ ਹੈ, ਇੰਡੀਅਨ ਐਜੂਕੇਸ਼ਨ ਪੁੱਟ ਟੁਗੇਦਰ। ਉਹ ਕਹਿੰਦਾ ਸੀ ਜੋ ਇੱਕ ਬੁੱਕ ਸ਼ੈਲਫ ਤੇ ਜਿੰਨੀਆਂ ਵੈਸਟ ਦੇ ਵਿੱਚ ਕਿਸੇ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਪਈਆਂ ਹੁੰਦੀਆਂ ਨੇ, ਉਹ ਸਾਰੇ ਦੇ ਸਾਰੇ ਭਾਰਤੀ ਗਿਆਨ ਨਾਲੋਂ ਉਹ ਬਿਹਤਰ ਨੇ। ਭਾਰਤੀ ਗਿਆਨ ਨੂੰ ਉਹਨੇ ਬਿਲਕੁਲ ਹੀ ਨਕਾਰ ਹੀ ਦਿੱਤਾ ਜੀ, ਨਕਾਰਿਆ, ਲੋਕਾਂ ਦੇ ਦਿਮਾਗ ਦੇ ਵਿੱਚ ਬਿਠਾਈ, ਜਿੱਥੋਂ ਕਿ ਅਸੀਂ ਫਿਰ ਗੁਲਾਮ ਮਾਨਸਿਕਤਾ ਦੀ ਗੱਲ ਕਰਦੇ ਹਾਂ, ਇਮੇਜ ਕ੍ਰੀਏਟ ਕਰ ਦਿੱਤੀ ਕਿ ਤੁਸੀਂ ਜੋ ਆਪਣੀ ਚੀਜ਼ ਹੈ ਉਸ ਤੇ ਮਾਣ ਮਹਿਸੂਸ ਨਹੀਂ ਕਰਦੇ, ਸਗੋਂ ਤੁਸੀਂ ਦੂਜਿਆਂ ਦੀ ਕਾਪੀ ਕਰਨ ਨੂੰ ਭੱਜਦੇ ਹੋ। ਤੇ ਜੋ ਨਕਲ ਹੈ ਉਹ ਕਦੇ ਵੀ ਅਸਲ ਤੋਂ ਬਿਹਤਰ ਨਹੀਂ ਹੋ ਸਕਦੀ। ਜੀ ਬਿਲਕੁਲ, ਤੁਸੀਂ ਸਹੀ ਕਿਹਾ। ਇਸ ਲਈ ਅਸੀਂ ਜੋ ਨਕਲ ਹੈ, ਅਸੀਂ ਨਕਲ ਬਣੇ ਹੋਏ ਹਾਂ ਤੇ ਅਸੀਂ ਅਸਲ ਤੋਂ ਬਿਹਤਰ ਨਹੀਂ ਬਣ ਪਾ ਰਹੇ, ਕਿਉਂਕਿ ਅਸੀਂ ਕਿਸੇ ਦੀ ਨਕਲ ਕਰ ਰਹੇ ਹਾਂ। ਜੀ ਉਹ ਨਕਲ ਕਿੱਥੋਂ ਸ਼ੁਰੂ ਹੋਈ? ਉਹ ਲਾਰਡ ਮੈਕੌਲੇ ਤੋਂ ਸ਼ੁਰੂ ਹੋਈ। ਤੇ ਉਸਨੇ ਭਾਰਤ ਦੇ ਵਿੱਚ ਇੱਕ ਵੈਸਟਰਨ ਐਜੂਕੇਸ਼ਨ ਇੰਪਲੀਮੈਂਟ ਕੀਤੀ, ਜਿਸ ਦੇ ਨਾਲ ਕਿ ਕ੍ਰਿਟੀਕਲ ਮਾਈਂਡ ਭਾਰਤੀਆਂ ਦੇ ਵਿੱਚ ਪੈਦਾ ਨਾ ਹੋਵੇ, ਉਹ ਸਿਰਫ ਕਲਰਕ ਅਤੇ ਬਾਬੂ ਬਣ, ਤੇ ਜੋ ਇੰਡੀਅਨ ਐਜੂਕੇਸ਼ਨ ਹੈ ਉਸ ਨੂੰ ਪਿਛਾਂ ਵੱਲ ਸਿੱਟਤਾ। ਸੋ ਹਾਲਾਂਕਿ ਉਹ ਤਾਂ ਇੱਕ ਬੁੱਕ ਸ਼ੈਲਫ ਦੀ ਗੱਲ ਕਰਦਾ ਸੀ ਸੁਖਜੀਤ ਜੀ, ਪਰ ਉਸ ਨੂੰ ਇਹ ਨਹੀਂ ਸੀ ਪਤਾ, ਜਾਂ ਉਹ ਦੱਸਣਾ ਨਹੀਂ ਸੀ ਚਾਹੁੰਦਾ ਕਿ ਜੋ ਭਾਰਤ ਦੀ ਨਾਲੰਦਾ ਯੂਨੀਵਰਸਿਟੀ ਹੈ, ਜਿਸ ਨੂੰ ਇੱਕ ਬਖਤਿਆਰ ਖਿਲਜੀ ਨਾਮ ਦੇ ਹਮਲਾਵਰ ਲੁਟੇਰੇ ਨੇ 13 ਦਿਨਾਂ ਤੱਕ ਸਾੜਿਆ, ਏਡੀ ਬੜੀ ਜਿਸ ਦੀ ਲਾਇਬ੍ਰੇਰੀ ਸੀ, ਦੁਨੀਆ ਦਾ ਏਡਾ ਬੜਾ ਗਿਆਨ ਦਾ ਖਜ਼ਾਨਾ ਉੱਥੇ ਪਿਆ ਸੀ ਨਾਲੰਦਾ ਦੇ ਵਿੱਚ, ਜਿਸ ਨੂੰ ਸਾੜਨ ਲਈ ਉਸ ਲੁਟੇਰੇ ਨੂੰ, ਉਸ ਕਰੂਰ ਲੁਟੇਰੇ ਨੂੰ 13 ਦਿਨ ਲੱਗੇ। ਇਸ ਤਰ੍ਹਾਂ ਜੋ ਭਾਰਤ ਦਾ ਗਿਆਨ ਸੀ, ਭਾਰਤ ਦੀ ਧਰੋਹਰ ਸੀ, ਜੋ ਹਜ਼ਾਰਾਂ ਸਾਲਾਂ ਦੇ ਵਿੱਚ ਜੋ ਅਸੀਂ ਹਾਸਲ ਕੀਤਾ ਸੀ, ਉਸ ਨੂੰ ਇਸ ਤਰ੍ਹਾਂ ਜੋ ਵਿਦੇਸ਼ੀ ਹਮਲਾਵਰਾਂ ਨੇ ਤੇ
ਵਿਦੇਸ਼ੀ ਸ਼ਾਸਕਾਂ ਨੇ ਇਸ ਤਰ੍ਹਾਂ ਉਸ ਨੂੰ ਖਤਮ ਕੀਤਾ ਤੇ ਸਾਨੂੰ ਆਪਣੀ ਜੜ ਦੇ ਨਾਲੋਂ ਤੋੜ ਕੇ ਸਿੱਟਿਆ ਜੀ। ਸੋ ਜੋ ਮਾਡਰਨ ਐਜੂਕੇਸ਼ਨ ਹੈ ਉੱਥੋਂ ਆਉਂਦੀ ਅਸੀਂ ਅਡਾਪਟ ਕਰ ਲਈ। 47 ਤੋਂ ਬਾਅਦ ਵੀ ਜੋ ਸਾਡੀ ਐਜੂਕੇਸ਼ਨ ਹੈ ਉਸ ਨੇ ਜੋ ਆਪਣਾ ਫੰਡਾਮੈਂਟਲ ਜੋ ਲਾਰਡ ਮੈਕੌਲੇ ਦੇ ਗਿਆ ਸੀ ਉਸ ਨੂੰ ਬਦਲਿਆ ਨਹੀਂ ਤੇ ਉਸ ਨੂੰ ਹੀ ਉਸੇ ਸਿਸਟਮ ਨੂੰ ਹੀ ਕੰਟੀਨਿਊ ਕੀਤਾ, ਜਿਸ ਦੇ ਤਹਿਤ ਕਿ ਅੱਗੇ ਚੱਲਦੇ ਅੱਜ ਸਿੱਖਿਆ ਜੋ ਹੈ ਇੱਕ ਵਪਾਰ ਬਣ ਗਈ ਹੈ। ਜੀ ਬਿਲਕੁਲ। ਜਦ ਸਿੱਖਿਆ ਵਪਾਰ ਬਣ ਜਾਂਦੀ ਹੈ ਸੁਖਜੀਤ ਜੀ, ਫਿਰ ਉੱਥੇ ਕਿਰਦਾਰ ਨਹੀਂ ਬਣਾਏ ਜਾਂਦੇ। ਉੱਥੇ ਜੋ ਵਿਦਿਆਰਥੀ ਨੇ ਉਹਨਾਂ ਦੀ ਕਰੈਕਟਰ ਡਿਵੈਲਪਮੈਂਟ ਤੇ ਨਹੀਂ ਜ਼ੋਰ ਦਿੱਤਾ ਜਾਂਦਾ, ਕਿਉਂਕਿ ਜੋ ਅਕੈਡਮਿਕਸ ਦੇ ਵਿੱਚ ਜੋ ਸਭ ਕਾਸੇ ਨੂੰ ਕੰਟਰੋਲ ਕਰ ਰਹੇ ਨੇ ਉਹਨਾਂ ਦਾ ਧਿਆਨ ਸਿਰਫ ਔਰ ਸਿਰਫ ਪੈਸੇ ਬਣਾਉਣ ਤੇ ਹੈ। ਜੀ, ਬਿਜ਼ਨਸ ਬਣ ਗਿਆ। ਉਹਨਾਂ ਦਾ ਧਿਆਨ ਸਕੂਲਾਂ ਦੀ ਆਪਣੀ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਦੇਖਣ ਤੇ, ਉਹਨਾਂ ਦਾ ਧਿਆਨ ਜੋ ਯੂਨੀਵਰਸਿਟੀਆਂ ਨੂੰ ਪ੍ਰੋਫਿਟੇਬਲ ਕਰਨ ਤੇ ਹੈ, ਖਾਨਾ ਪੂਰਤੀ ਕਰਨ ਤੇ ਹੈ, ਆਪੋ ਆਪਣੀਆਂ ਕੁਰਸੀਆਂ ਬਚਾਉਣ ਤੇ ਹੈ, ਜਾਂ ਐਜੂਕੇਸ਼ਨ ਨੂੰ ਯੂਜ਼ ਕਰਦੇ ਹੋਏ ਇੱਕ ਖਾਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਅੱਗੇ ਤੋਰਨ ਤੇ ਧਿਆਨ ਹੈ। ਪਰ ਜੋ ਇੱਕ ਐਜੂਕੇਸ਼ਨ ਦਾ ਜੋ ਅਸਲੀ ਮੰਤਵ ਸੀ, ਜੋ ਭਾਰਤ ਦੇ ਵਿੱਚ ਉਪਨਿਸ਼ਦਾਂ ਦੇ ਵੇਲੇ ਤੋਂ ਜੋ ਚੱਲਿਆ ਆਉਂਦਾ ਸੀ, ਵਿਦਿਆਰਥੀਆਂ ਦੇ ਵਿੱਚ ਸਵਾਲ ਕਰਨ ਦੀ ਪ੍ਰਵਿਰਤੀ ਪੈਦਾ ਕਰਨੀ, ਕ੍ਰਿਟੀਕਲ ਮਾਈਂਡ ਪੈਦਾ ਕਰਨਾ, ਜੋ ਹਰ ਚੀਜ਼ ਨੂੰ ਜੋ ਸਵਾਲ ਕਰ ਸਕੇ, ਤਰੱਕੀ ਕਰ ਸਕੇ, ਕੋਈ ਨਵੀਂ ਖੋਜ ਕਰ ਸਕੇ, ਉਸ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ। ਮੋਰਲ ਐਜੂਕੇਸ਼ਨ ਤੇ ਧਿਆਨ ਨਹੀਂ ਦਿੱਤਾ ਗਿਆ। ਭਾਰਤੀ ਕਦਰਾਂ ਕੀਮਤਾਂ ਦੇ ਉੱਤੇ ਆਧਾਰਿਤ ਸਿਸਟਮ ਬਣਾਉਣ ਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ। ਇਸ ਲਈ ਜੋ ਅੱਜ ਜੋ ਨਿਘਾਰ ਹੈ ਸਾਡੇ ਸਮਾਜ ਦੇ ਵਿੱਚ ਸਾਨੂੰ ਦਿਖ ਰਿਹਾ ਹੈ, ਇਸੇ ਲਈ ਸਾਡੇ ਕਿਰਦਾਰ ਦਾ ਪਤਨ ਹੋ ਰਿਹਾ ਹੈ, ਕਿਉਂਕਿ ਜੋ ਸਾਡਾ ਐਜੂਕੇਸ਼ਨ ਸਿਸਟਮ ਹੈ, ਜੋ ਸਾਡੀ ਸਿੱਖਿਆ ਪ੍ਰਣਾਲੀ ਹੈ, ਉਹ ਕਿਰਦਾਰ ਬਣਾਉਣ ਦੇ ਵੱਲ ਜ਼ੋਰ ਹੀ ਨਹੀਂ ਦੇ ਰਹੀ। ਉਹ ਜਵਾਕਾਂ ਨੂੰ, ਵਿਦਿਆਰਥੀਆਂ ਨੂੰ ਸਿਰਫ ਇੱਕ ਰੈਟ ਰੇਸ ਦੇ ਵਿੱਚ, ਇੱਕ ਅੰਨੀ ਦੌੜ ਦੇ ਵਿੱਚ ਝੋਕ ਰਹੀ ਹੈ, ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਮਟੀਰੀਅਲ ਸਕਸੈਸ ਇਜ਼ ਦਾ ਓਨਲੀ ਸਕਸੈਸ। ਜੋ ਪਦਾਰਥਵਾਦੀ ਸਫਲਤਾ ਹੈ ਕਿ ਨੌਕਰੀਆਂ ਲੈ ਲੈਣੀਆਂ, ਪੈਸੇ ਬਣਾ ਲੈਣੇ, ਘਰ ਬਣਾ ਲੈਣੇ, ਬਿਜ਼ਨਸ ਖੜੇ ਕਰ ਲੈਣੇ, ਇਹੀ ਇੱਕੋ ਇੱਕ ਸਫਲਤਾ ਜੋ ਹੈ, ਇਹੀ ਜੋ ਇੱਕੋ ਇੱਕ ਪੱਛਮੀ ਮਾਡਲ ਹੈ ਜੋ ਸਫਲਤਾ ਦਾ, ਉਹੀ ਦਿਖਾਇਆ ਜਾ ਰਿਹਾ ਹੈ। ਪਰ ਜੋ ਇੱਕ ਕਿਰਦਾਰ ਡਿਵੈਲਪ ਕਰਨਾ ਸੀ, ਆਪਣਾ ਇੱਕ ਚੰਗਾ ਸਮਾਜ ਬਣਾਉਣ ਦੀ ਗੱਲ ਕਰਨੀ ਸੀ, ਅਤੇ ਆਪਣੇ ਸੱਭਿਅਤਾ ਤੇ ਆਪਣੀ ਸੰਸਕ੍ਰਿਤੀ ਨੂੰ ਅੱਗੇ ਲੈ ਕੇ ਚੱਲਣਾ ਸੀ ਨਾਲ, ਤੇ ਆਪਣੀ ਸੱਭਿਅਤਾ ਤੇ ਆਪਣੀ ਸੰਸਕ੍ਰਿਤੀ ਦੇ ਆਧਾਰਿਤ ਜੋ ਅੱਜ ਇੱਕ ਮਾਡਰਨ ਸਮਾਜ ਪੈਦਾ ਕਰਨਾ ਸੀ, ਉਸ ਦੇ ਉੱਤੇ ਕੰਮ ਨਹੀਂ ਹੋਇਆ। ਪਰ ਇੱਥੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੀ ਐਜੂਕੇਸ਼ਨ ਦੇ ਵਿੱਚ ਜੋ ਵੈਸਟਰਨ ਸਾਇੰਸ ਹੈ ਤੇ ਵੈਸਟਰਨ ਐਜੂਕੇਸ਼ਨ ਹੈ, ਉਸ ਨੂੰ ਕੰਪਲੀਟਲੀ ਪੂਰੀ ਤਰ੍ਹਾਂ ਉਸ ਨੂੰ ਇਸ ਤੋਂ ਬਾਹਰ ਕਰ ਦਿੱਤਾ ਜਾਵੇ। ਜੋ ਚੰਗੀ ਚੀਜ਼ ਹੈ ਉਹ ਜਿੱਥੋਂ ਮਿਲੇ ਇੱਥੋਂ ਲੈ ਲੈਣੀ ਚਾਹੀਦੀ ਹੈ। ਜੀ ਬਿਲਕੁਲ। ਪਰ ਹੁਣ ਸਮਾਂ ਆ ਚੁੱਕਿਆ ਹੈ ਕਿ ਜੋ ਲਾਰਡ ਮੈਕੌਲੇ ਦਾ ਜੋ ਕਲਰਕ ਬਣਾਉਣ ਦੀ ਫੈਕਟਰੀ ਹੈ, ਜਿਸ ਨੂੰ ਐਜੂਕੇਸ਼ਨ ਦੇ ਨਾਮ ਤੇ ਇੱਥੇ ਪਰੋਸਿਆ ਜਾ ਰਿਹਾ ਭਾਰਤ ਦੇ ਵਿੱਚ, ਉਸ ਨੂੰ ਬੰਦ ਕੀਤਾ ਜਾਵੇ। ਕਿਉਂਕਿ ਸਾਨੂੰ ਨਾ ਤਾਂ ਲਾਰਡ ਮੈਕੌਲੇ ਦੇ ਕਲਰਕ ਚਾਹੀਦੇ ਨੇ, ਸਾਨੂੰ ਲਾਰਡ ਮੈਕੌਲੇ ਦੇ ਕਲਰਕ ਨਹੀਂ ਚਾਹੀਦੇ, ਸਾਨੂੰ ਤਾਂ ਅਸ਼ਟਾਵਕਰ ਨਚੀਕੇਤ ਅਤੇ ਸੱਤਿਆਕਾਮ ਜਵਾਲਾ ਵਰਗੇ ਆਜ਼ਾਦ ਸੋਚ ਦੇ ਧਾਰਨੀ ਅਤੇ ਇੱਕ ਕ੍ਰਿਟੀਕਲ ਮਾਈਂਡ ਰੱਖਣ ਵਾਲੇ ਵਿਅਕਤੀ ਚਾਹੀਦੇ ਨੇ, ਜੋ ਭਾਰਤ ਨੂੰ ਅੱਗੇ ਲੈ ਕੇ ਜਾ ਸਕਣ। ਜੀ ਲਵਲੀਨ ਜੀ, ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ। ਲਵਲੀਨ ਜੀ, ਭਾਰਤੀ ਰਾਜ ਸੱਤਾ ਦੇ ਪ੍ਰਬੰਧ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਕੀ ਇਹ ਰਾਜ ਸੱਤਾ ਦਾ ਪ੍ਰਬੰਧ ਵੀ ਭਾਰਤੀਆਂ ਵਿੱਚ ਗੁਲਾਮ ਮਾਨਸਿਕਤਾ ਪੈਦਾ ਕਰ ਰਿਹਾ ਹੈ? ਸੁਖਜੀਤ ਜੀ, ਜਿਸ ਤਰ੍ਹਾਂ ਅਸੀਂ ਐਜੂਕੇਸ਼ਨ ਸਿਸਟਮ ਦੀ ਗੱਲ ਕੀਤੀ, ਉਸੇ ਤਰ੍ਹਾਂ ਜੋ ਅੱਜ ਸਾਡਾ ਰਾਜ ਪ੍ਰਬੰਧ ਹੈ ਭਾਰਤ ਦੇ ਵਿੱਚ, ਉਹ ਵੀ ਸਾਡਾ ਆਪਦਾ ਨਹੀਂ ਹੈਗਾ। ਅਸੀਂ ਵੈਸਟਮਿੰਸਟਰ ਸਟਾਈਲ ਜੋ ਡੈਮੋਕ੍ਰੇਸੀ ਹੈ ਉਸ ਨੂੰ ਅਡਾਪਟ ਕੀਤਾ। ਆਜ਼ਾਦੀ ਤੋਂ ਪਹਿਲਾਂ ਵੀ ਚਲੋ ਕੁਝ ਬਾਡੀਜ਼ ਸੀਗੀਆਂ, ਆਜ਼ਾਦੀ ਤੋਂ ਬਾਅਦ ਅਸੀਂ ਜੋ ਹੈ ਉਹ ਆਪਣਾ ਇੱਕ ਲੋਕ ਸਭਾ, ਰਾਜ ਸਭਾ, ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਹਾਊਸ ਆਫ ਕਾਮਨਸ ਤੇ ਹਾਊਸ ਆਫ ਲਾਰਡਸ ਹੈ, ਉਸੇ ਤਰ੍ਹਾਂ ਦੀ ਇੱਕ ਰੈਪਰੈਜ਼ੈਂਟੇਟਿਵ ਪਾਰਲੀਮੈਂਟਰੀ ਵੈਸਟਮਿੰਸਟਰ ਸਟਾਈਲ ਡੈਮੋਕ੍ਰੇਸੀ ਹੈ, ਜੋ ਉਸ ਨੂੰ ਅਸੀਂ ਅਡਾਪਟ ਕੀਤਾ। ਜੇ ਤੁਸੀਂ ਦੇਖੋ ਜੋ ਮਾਡਰਨ ਜੁਡੀਸ਼ਰੀ ਹੈ ਸਾਡੀ, ਜਾਂ ਸਾਡਾ ਲੀਗਲ ਸਿਸਟਮ ਹੈ, ਉਹ ਵੀ ਅਸੀਂ ਜੋ ਕਾਮਨ ਲਾਅ ਸਿਸਟਮ ਹੈ, ਜੋ ਇੰਗਲੈਂਡ ਦਾ ਸਿਸਟਮ ਹੈ, ਉਸ ਨੂੰ ਹੀ ਅਡਾਪਟ ਕੀਤਾ।
ਉਸ ਦੇ ਵਿੱਚ ਜੋ ਇੱਕ ਭਾਰਤੀ ਰਾਜ ਸੱਤਾ ਦਾ ਪ੍ਰਬੰਧ ਸੀ, ਜੋ ਕਿ ਪੰਚਾਇਤਾਂ ਦਾ ਇੱਕ ਨਿਜ਼ਾਮ ਸੀ, ਉਹ ਪਿੱਛੇ ਛੁੱਟ ਗਿਆ, ਜੋ ਕਿ ਸਾਡਾ ਆਪਣਾ ਸੀ, ਸਾਡਾ ਓਰੀਜਨਲ ਸਿਸਟਮ ਸੀ ਇੱਕ ਭਾਰਤ ਦਾ। ਸੋ ਸੁਖਜੀਤ ਜੀ, ਪਹਿਲਾਂ ਕੋਈ ਵੀ ਦਿੱਲੀ ਦੇ ਉੱਤੇ ਰਾਜ ਕਰਦਾ ਸੀ ਜਾਂ ਰਾਜਾ ਹੁੰਦਾ ਸੀ, ਉਹ ਬਦਲਦਾ ਰਹਿੰਦਾ ਸੀ, ਚਾਹੇ ਉਹ ਹਿੰਦੂ ਹੁੰਦਾ ਸੀ, ਚਾਹੇ ਉਹ ਮੁਸਲਮਾਨ ਹੁੰਦਾ ਸੀ, ਚਾਹੇ ਉਹ ਕੋਈ ਮੁਗਲ ਹੁੰਦਾ ਸੀ। ਉਹ ਆਪਣਾ ਦਿੱਲੀ ਤੇ ਬੈਠ ਕੇ ਭਾਰਤ ਦੇ ਉੱਤੇ ਸ਼ਾਸਨ ਕਰਦਾ ਸੀ। ਪਰ ਜੋ ਇੱਕ ਵਿਲੇਜ ਲਾਈਫ ਹੈ, ਜੋ ਇੱਕ ਪੇਂਡੂ ਜੀਵਨ ਹੈ, ਉਹ ਉਸੇ ਤਰ੍ਹਾਂ ਹਜ਼ਾਰਾਂ ਸਾਲ ਤੋਂ ਨਿਰੰਤਰ ਚੱਲਿਆ ਆ ਰਿਹਾ ਸੀ, ਕਿਉਂਕਿ ਪੇਂਡੂ ਸਮਾਜ ਨੂੰ ਜੋ ਪੰਚਾਇਤਾਂ ਨੇ ਉਹੀ ਚਲਾਉਂਦੀਆਂ ਆ ਰਹੀਆਂ ਸੀ ਹਜ਼ਾਰ ਸਾਲ ਤੋਂ। ਪਰ ਅੰਗਰੇਜ਼ ਦੇ ਭਾਰਤ ਦੇ ਵਿੱਚ ਆਉਣ ਨਾਲ ਅੰਗਰੇਜ਼ ਨੇ ਪਹਿਲੀ ਵਾਰੀ ਉਸ ਜੋ ਪੇਂਡੂ ਜੀਵਨ ਹੈ ਉਸ ਦੇ ਵਿੱਚ ਆਪਣਾ ਹਸਤਕਸ਼ੇਪ ਕੀਤਾ ਜਾਂ ਉਸ ਦੇ ਵਿੱਚ ਇੰਟਰਫੀਰੈਂਸ ਕੀਤੀ। ਉਹ ਕਿਸ ਤਰ੍ਹਾਂ ਕੀਤੀ? ਉਹਨਾਂ ਨੇ ਜੋ ਮਾਡਰਨ ਜੁਡੀਸ਼ੀਅਲ ਸਿਸਟਮ ਹੈ, ਪੰਚਾਇਤਾਂ ਤੋਂ ਅਧਿਕਾਰ ਖੋਹ ਕੇ ਜੋ ਆਪਣੀ ਜੁਡੀਸ਼ਰੀ ਹੈ, ਉਹ ਪਹਿਲਾਂ ਕਲਕੱਤੇ ਦੇ ਵਿੱਚ ਆਏ, ਕਲਕੱਤੇ ਦੇ ਵਿੱਚ ਹੀ ਸਿਸਟਮ ਪਹਿਲਾਂ ਸ਼ੁਰੂ ਕੀਤਾ। ਉਹ ਸਾਰੇ ਅਧਿਕਾਰ ਨੇ ਜੋ ਜੁਡੀਸ਼ਰੀ ਨੂੰ ਦੇ ਦਿੱਤੇ। ਫਿਰ ਉੱਥੇ ਹੋਇਆ ਕਿ ਜੋ ਲੋਕ ਨਾ ਤਾਂ ਉਸ ਸਿਸਟਮ ਨੂੰ ਜਾਣਦੇ ਸੀ, ਜਿਹੜਾ ਅੱਜ ਦਾ ਜੋ ਜੁਡੀਸ਼ੀਅਲ ਸਿਸਟਮ ਹੈ, ਜਿੱਥੇ ਜੱਜ ਤੇ ਵਕੀਲ ਬਹਿ ਕੇ ਐਡਜੂਡੀਕੇਟ ਕਰਦੇ ਨੇ ਇੰਗਲਿਸ਼ ਦੇ ਵਿੱਚ, ਐਡਵਰਸਰੀਅਲ ਸਿਸਟਮ ਹੈ, ਜਿਸ ਦੇ ਵਿੱਚ ਦੋ ਧਿਰਾਂ ਖੜੀਆਂ ਹੁੰਦੀਆਂ ਨੇ, ਦੋਨੇ ਪਾਸੇ, ਇੱਕ ਪਾਸੇ ਇੱਕ ਧਿਰ, ਦੂਜੇ ਪਾਸੇ ਦੂਜੀ ਧਿਰ, ਤੇ ਉਸ ਦੇ ਵਿੱਚ ਜਿੱਤ ਹਾਰ ਹੁੰਦੀ ਹੈ। ਸਿਸਟਮ ਦੇ ਵਿੱਚ ਇੱਕ ਪਾਰਟੀ ਜਿੱਤਦੀ ਹੈ, ਇੱਕ ਪਾਰਟੀ ਹਾਰਦੀ ਹੈ। ਉਹ ਜਿਹੜਾ ਸਿਸਟਮ ਸੀ, ਸਾਡੇ ਲੋਕ ਉਸ ਸਿਸਟਮ ਤੋਂ ਵਾਕਿਫ ਨਹੀਂ ਸੀ, ਕਿਉਂਕਿ ਸਾਡਾ ਪੰਚਾਇਤੀ ਸਿਸਟਮ ਸੀ ਤੇ ਪੰਚਾਇਤੀ ਸਿਸਟਮ ਦੇ ਵਿੱਚ ਜਿੱਤ ਹਾਰ ਨਹੀਂ ਹੁੰਦੀ। ਪੰਚਾਇਤੀ ਸਿਸਟਮ ਦੇ ਵਿੱਚ ਹਮੇਸ਼ਾ ਸਮਝੌਤੇ ਹੁੰਦੇ ਨੇ। ਜੀ। ਪੰਚਾਇਤੀ ਸਿਸਟਮ ਦੇ ਵਿੱਚ ਸਭ ਨੂੰ ਨਾਲ ਲੈ ਕੇ ਚੱਲਣ ਦੀ ਪ੍ਰਥਾ ਹੁੰਦੀ ਹੈ ਤੇ ਪੰਚਾਇਤ ਦਾ ਜੋ ਫੈਸਲਾ ਆ ਜਾਂਦਾ ਹੈ ਉਸ ਦੀ ਸਾਰੇ ਇੱਜ਼ਤ ਕਰਦੇ ਨੇ। ਜੀ। ਸੋ ਜਦ ਇੱਕ ਵਿਦੇਸ਼ੀ ਸਿਸਟਮ ਸਾਡੇ ਦੇ ਉੱਤੇ ਲਾਗੂ ਕੀਤਾ ਗਿਆ ਤਾਂ ਜੋ ਸਾਡੇ ਲੋਕ ਨੇ, ਉਹਨਾਂ ਨੂੰ ਉਸ ਦੀ ਬਿਲਕੁਲ ਸਮਝ ਨਹੀਂ ਆਈ। ਨਾ ਤਾਂ ਉਹ ਭਾਸ਼ਾ ਜਾਣਦੇ ਸੀ, ਨਾ ਤਾਂ ਉਹ ਸਿਸਟਮ ਨੂੰ ਜਾਣਦੇ ਸੀ। ਉੱਥੇ ਜੋ ਵੀ ਕੋਈ ਉਹਨਾਂ ਨੂੰ ਸਲਾਹ ਦਿੰਦਾ ਸੀ, ਉੱਥੇ ਉਹ ਜਾ ਕੇ ਉਹ ਬੋਲ ਦਿੰਦੇ ਸੀ। ਸੋ ਇਸ ਤਰ੍ਹਾਂ ਜੋ ਅੰਗਰੇਜ਼ਾਂ ਨੇ ਇਸ ਗੱਲ ਨੂੰ ਦਾ ਫਾਇਦਾ ਚੱਕ ਕੇ ਸਾਡੇ ਲੋਕਾਂ ਨੂੰ ਬਦਨਾਮ ਕਰਨਾ ਸ਼ੁਰੂ ਕੀਤਾ ਕਿ ਜੋ ਭਾਰਤੀ ਲੋਕ ਨੇ ਉਹ ਝੂਠੇ ਨੇ, ਉਹ ਝੂਠ ਬੋਲਦੇ ਨੇ, ਇਹਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਹੁਣ ਜੋ ਮੈਕਸ ਮੁਲਰ ਜੋ ਜਰਮਨ ਵਿਦਵਾਨ ਹੈ, ਉਸਨੇ ਕਿਹਾ ਕਿ ਜਦ ਆਪਣੀ ਕਿਤਾਬ ਦੇ ਵਿੱਚ ਉਸਨੇ ਲਿਖਿਆ ਕਿ ਜਦ ਤੁਸੀਂ ਇੱਕ ਬੰਦੇ ਨੂੰ ਉਸਦੇ ਪਿੰਡ ਤੋਂ, ਉਸਦੇ ਸਮਾਜ ਤੋਂ ਦੂਰ ਕਿਤੇ ਲਿਜਾ ਕੇ ਕਿਸੇ ਇੱਕ ਅਣਜਾਣੇ ਸਿਸਟਮ ਦੇ ਵਿੱਚ, ਅਣਜਾਣੀ ਭਾਸ਼ਾ ਦੇ ਵਿੱਚ ਜਿੱਥੇ ਕਾਰਵਾਈ ਚੱਲ ਰਹੀ ਹੈ, ਉੱਥੇ ਖੜਾ ਕਰਦੇ ਹੋ, ਜਿੱਥੇ ਉਹ ਕਨਫਿਊਜ਼ਡ ਹੈ, ਉਹਨੂੰ ਸਮਝ ਹੀ ਕੁਝ ਨਹੀਂ ਆ ਰਹੀ, ਤੁਸੀਂ ਉਸ ਤੋਂ ਕੀ ਤਵੱਕੋ ਕਰਦੇ ਹੋ ਕਿ ਉੱਥੇ ਉਹ ਸੱਚ ਬੋਲੇਗਾ, ਕੀ ਕਰੇਗਾ? ਸੋ ਇਸ ਲਈ ਜੋ ਸਾਡਾ ਪੰਚਾਇਤੀ ਰਾਜ ਸਿਸਟਮ ਸੀ ਉਹ ਪਿੱਛੇ ਛੁੱਟ ਗਿਆ ਇਸ ਮਾਡਰਨ ਜੁਡੀਸ਼ੀਅਲ ਸਿਸਟਮ ਦੇ ਆਉਣ ਨਾਲ, ਤੇ ਜੋ ਵੈਸਟਮਿੰਸਟਰ ਸਟਾਈਲ ਡੈਮੋਕ੍ਰੇਸੀ ਹੈ ਇਹਦੇ ਆਉਣ ਨਾਲ, ਤੇ ਜੋ ਪੇਂਡੂ ਜੀਵਨ ਹੈ ਉਸ ਦੇ ਵਿੱਚ ਜੋ ਹੈ ਉਹ ਖਲਲ ਪੈ ਗਿਆ ਇੱਕ। ਸੋ ਇਸ ਦੇ ਵਿੱਚ ਵੀ ਸੁਖਜੀਤ ਜੀ ਦੇਖੋ, ਮੈਂ ਕਹਾਂਗਾ ਕਿ ਅਸੀਂ ਇੱਕ ਵਿਦੇਸ਼ੀ ਸਿਸਟਮ ਦੀ ਨਕਲ ਕਰ ਰਹੇ ਹਾਂ। ਸਾਨੂੰ ਚਾਹੀਦਾ ਹੈ ਕਿ ਅਸੀਂ ਜੋ ਸਾਡਾ ਪੰਚਾਇਤੀ ਰਾਜ ਸਿਸਟਮ ਹੈ ਉਸ ਨੂੰ ਮਜ਼ਬੂਤ ਕਰੀਏ, ਜੋ ਕਿ 1990 ਦੇ ਵਿੱਚ, 90 ਦੇ ਦਸ਼ਕ ਦੇ ਵਿੱਚ ਜਿਸ ਤਰ੍ਹਾਂ ਕਿ ਪੰਚਾਇਤੀ ਰਾਜ ਸਿਸਟਮ ਹੈ, ਉਸ ਨੂੰ ਇੱਕ ਸੰਵਿਧਾਨਕ ਮਾਨਤਾ ਦਿੱਤੀ ਗਈ। ਸੰਵਿਧਾਨਕ ਮਾਨਤਾ ਦੇ ਕੇ ਇਹ ਸਾਰੀ ਗੱਲ ਨੂੰ ਭਾਰਤ ਸਰਕਾਰ ਨੇ ਸਮਝਿਆ ਕਿ ਜੇ ਅਸੀਂ ਲੋਕਾਂ ਨੂੰ, ਭਾਰਤ ਦੇ ਲੋਕਾਂ ਨੂੰ ਤਾਕਤਵਰ ਬਣਾਉਣਾ ਹੈ ਤਾਂ ਸਾਨੂੰ ਜੋ ਪਾਵਰ ਹੈ ਲੋਕਾਂ ਦੇ ਹੱਥਾਂ ਵਿੱਚ ਦੇਣੀ ਪਵੇਗੀ, ਡੀਸੈਂਟਰਲਾਈਜੇਸ਼ਨ ਆਫ ਪਾਵਰ ਕਰਨੀ ਪਵੇਗੀ। ਜੋ ਲੋਕ ਇੰਨੇ ਸਦੀਆਂ ਤੋਂ ਗੁਲਾਮ ਰਹੇ ਨੇ ਅੰਗਰੇਜ਼ਾਂ ਦੇ, ਕਦੇ ਤੁਰਕਾਂ ਦੇ, ਕਦੇ ਅਫਗਾਨਾਂ ਦੇ, ਉਹਨਾਂ ਦੇ ਹੱਥ 'ਚੋਂ ਪਾਵਰ ਚਲੀ ਗਈ ਹੈ ਤੇ ਉਹ ਪਾਵਰ ਨੂੰ ਵਰਤਣਾ ਹੀ ਨਹੀਂ ਜਾਣਦੇ, ਉਹ ਆਪਣੀ ਤਾਕਤ ਨੂੰ ਸਮਝਦੇ ਹੀ ਨਹੀਂ। ਉਹਨਾਂ ਨੂੰ ਇੱਕ ਸਵਾਭਿਮਾਨ ਦੇਣ ਵਾਸਤੇ, ਸੈਲਫ ਕੌਨਫੀਡੈਂਸ ਦੇਣ ਵਾਸਤੇ ਤੇ ਪੇਂਡੂ ਜੀਵਨ ਨੂੰ ਤੇ ਲੋਕਾਂ ਦੇ ਜੀਵਨ ਨੂੰ ਇੱਕ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ, ਉਹਨਾਂ ਦੇ ਵਿੱਚ ਲੀਡਰਸ਼ਿਪ ਕੁਆਲਿਟੀ ਪੈਦਾ ਕਰਨ ਵਾਸਤੇ ਸਾਨੂੰ ਪੰਚਾਇਤੀ ਰਾਜ ਸਿਸਟਮ ਵਾਪਸ ਲਿਆਉਣਾ ਹੀ ਪਵੇਗਾ। ਜੀ। ਇਸ ਲਈ ਜੋ ਪੰਚਾਇਤੀ ਰਾਜ ਸਿਸਟਮ ਹੈ ਉਹ ਵਾਪਸ ਆਇਆ, ਉਸ ਨੂੰ ਸੰਵਿਧਾਨਕ ਮਾਨਤਾ ਦਿੱਤੀ ਗਈ। ਜੋ ਗ੍ਰਾਮ ਸਭਾ ਹੈ ਉਹ ਇੱਕ ਕਨਸਟੀਟਿਊਸ਼ਨਲ ਬਾਡੀ ਹੈ। ਅੱਜ ਜੋ ਸਾਡੇ ਪੰਚ ਜਾਂ ਸਰਪੰਚ ਨੇ
ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੋ ਉਹ ਜਿਸ ਤਾਕਤ ਦਾ ਇਸਤੇਮਾਲ ਕਰ ਰਹੇ ਨੇ ਉਹ ਇੱਕ ਸੰਵਿਧਾਨਕ ਤਾਕਤ ਹੈ, ਉਹਨਾਂ ਦੀ ਇੱਕ ਸੰਵਿਧਾਨਕ ਹਸਤੀ ਹੈ। ਪਰ ਪੰਚਾਇਤੀ ਰਾਜ ਦੇ ਵਿੱਚ ਵੀ ਕੀ ਹੋਇਆ, ਉਹੀ ਫਿਰ ਜਿਸ ਤਰ੍ਹਾਂ ਗੁਲਾਮ ਮਾਨਸਿਕਤਾ ਦੀ ਅਸੀਂ ਗੱਲ ਕੀਤੀ, ਜੋ ਇੱਕ ਵੈਸਟਮਿੰਸਟਰ ਸਟਾਈਲ ਡੈਮੋਕ੍ਰੇਸੀ ਦੇ ਵਿੱਚ ਜਿੱਥੇ ਕਿ ਸਾਡੇ ਲੋਕਾਂ ਦੀ ਕੋਈ ਸਹੀ ਨਹੀਂ ਸੀ, ਬਾਅਦ ਦੇ ਵਿੱਚ ਵੀ ਜੋ ਅੰਗਰੇਜ਼ ਦੀ ਜਗ੍ਹਾ ਜੋ ਇੱਥੇ ਦੇ ਲੋਕਲ ਹੁਕਮਰਾਨਾਂ ਨੇ ਲੈ ਲਈ, ਪਰ ਉਸੇ ਤਰ੍ਹਾਂ ਦੀ ਜੋ ਆਫੀਸ਼ੀਅਲ ਹਾਈ ਹੈਂਡਡਨੈਸ ਚੱਲਦੀ ਰਹੀ, ਅਫਸਰਸ਼ਾਹੀ ਲੋਕਾਂ ਨੂੰ ਕੀੜੇ ਮਕੌੜੇ ਸਮਝਦੀ ਰਹੀ, ਜੋ ਲੀਡਰ ਹੈ ਉਹ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਰਹੇ। ਪਰ ਪੰਚਾਇਤੀ ਰਾਜ ਸਿਸਟਮ ਦੇ ਆਉਣ ਨਾਲ ਇਹ ਸਭ ਕੁਝ ਬਦਲਣਾ ਚਾਹੀਦਾ ਸੀ, ਕਿਉਂਕਿ ਲੋਕਾਂ ਦੀ ਤਾਕਤ ਉਹ ਲੋਕਾਂ ਨੂੰ ਮਿਲਣੀ ਚਾਹੀਦੀ ਸੀ। ਅਫਸਰਸ਼ਾਹੀ ਨੂੰ ਵੀ ਇਹ ਸਮਝਣਾ ਪਊਗਾ ਕਿ ਜੋ ਲੋਕ ਨੇ ਉਹ ਸੁਪਰੀਮ ਨੇ, ਪਰ ਉਹੀ ਜੋ ਕਲੋਨੀਅਲ ਪ੍ਰੈਕਟਿਸਿਸ ਨੇ ਉਹ ਚੱਲਦੀਆਂ ਰਹੀਆਂ। ਤੇ ਅੱਜ ਤੁਸੀਂ ਦੇਖੋ ਕਿ ਪੰਚਾਇਤਾਂ ਨੂੰ ਸਾਡੀਆਂ ਨੂੰ ਇੱਕ ਸੰਵਿਧਾਨਕ ਦਰਜਾ ਮਿਲਣ ਤੋਂ ਬਾਅਦ ਵੀ ਅੱਜ ਪੰਚਾਇਤਾਂ ਦਾ ਕੀ ਹਾਲ ਹੈ। ਜੋ ਸਰਪੰਚ ਤੇ ਪੰਚ ਨੇ ਉਹ ਹੱਥ ਜੋੜ ਕੇ ਐਮਐਲਏ ਦੇ ਅੱਗੇ ਝੁਕ ਕੇ ਖੜਦੇ ਨੇ ਜੀ, ਜਿਸ ਤਰ੍ਹਾਂ ਉਹ ਗੁਲਾਮ ਹੋਣ ਕਿਸੇ ਐਮਐਲਏ ਦੇ ਜਾਂ ਮਿਨਿਸਟਰ ਦੇ। ਤੇ ਮਿਨਿਸਟਰ ਤੇ ਐਮਐਲਏ ਨੇ ਜੋ ਕਿਸੇ ਰਾਜੇ ਮਹਾਰਾਜੇ ਦੇ ਵਾਂਗੂ ਆਉਂਦਾ ਹੈ ਪਿੰਡਾਂ ਦੇ ਵਿੱਚ, ਤੇ ਉਹ ਇਸ ਤਰ੍ਹਾਂ ਗ੍ਰਾਂਟਾਂ ਵੰਡਦਾ ਹੈ ਜਿਸ ਤਰ੍ਹਾਂ ਵੀ ਉਸਨੇ ਆਪਣੀ ਬਾਪ ਦੀ ਜਗੀਰ ਦੇ ਵਿੱਚੋਂ ਉਹ ਸਾਰਾ ਕੁਝ ਦੇਣਾ ਹੁੰਦਾ ਹੈ ਜਾਂ ਆਪਣੀ ਜੇਬ ਦੇ ਵਿੱਚੋਂ ਦੇਣਾ ਹੁੰਦਾ ਹੈ। ਪਰ ਉਹ ਜੋ ਮੰਗਣ ਵਾਲੇ ਨੇ ਉਹਨਾਂ ਨੂੰ ਇਹ ਚੀਜ਼ ਦੀ ਸਮਝ ਨਹੀਂ ਕਿ ਇਹ ਉਹਨਾਂ ਦਾ ਹੱਕ ਹੈ, ਉਹ ਇੱਕ ਸੰਵਿਧਾਨਕ ਉਹਨਾਂ ਦੇ ਅਧਿਕਾਰ ਨੇ, ਉਹ ਇੱਕ ਕਨਸਟੀਟਿਊਸ਼ਨਲ ਬਾਡੀ ਹੈ। ਪੰਚਾਇਤ ਦੇ ਜੋ ਸਰਪੰਚ ਹੈ ਉਹ ਇੱਕ ਸੰਵਿਧਾਨਕ ਬਾਡੀ ਦਾ ਹੈੱਡ ਹੈ। ਇਸ ਲਈ ਬਜਾਏ ਕਿ ਇਕੱਠੇ ਹੋ ਕੇ ਇਹਨਾਂ ਪੋਲੀਟੀਕਲ ਪਾਰਟੀਆਂ ਤੋਂ ਜੋ ਪਾਵਰ ਦੇ ਉੱਤੇ ਆਪਣਾ ਇੱਕ ਮੋਨੋਪੋਲੀ ਬਣਾ ਕੇ ਬੈਠੇ ਨੇ, ਉਹਨਾਂ ਤੋਂ ਪੰਚਾਇਤਾਂ ਦੇ ਵਾਸਤੇ ਵੱਧ ਅਧਿਕਾਰਾਂ ਦੀ ਮੰਗ ਕਰਨ ਦੇ ਲੋਕ ਉਹਨਾਂ ਦੀ ਖੁਸ਼ਾਮਦ ਦੇ ਵਿੱਚ ਲੱਗੇ ਹੋਏ ਨੇ, ਪੋਲੀਟੀਕਲ ਲੀਡਰਸ ਦੇ, ਪੋਲੀਟੀਕਲ ਪਾਰਟੀਆਂ ਦੇ। ਸੁਖਜੀਤ ਜੀ 29 ਵਿਸ਼ੇ ਨੇ ਜਿਨ੍ਹਾਂ ਦੇ ਵਿੱਚ ਭਾਰਤੀ ਸੰਵਿਧਾਨ ਜੋ ਕਹਿੰਦਾ ਹੈ ਕਿ ਜੋ 29 ਵਿਸ਼ੇ ਅਜਿਹੇ ਨੇ ਜਿਨ੍ਹਾਂ ਦੀਆਂ ਤਾਕਤਾਂ ਪੰਚਾਇਤਾਂ ਦੇ ਕੋਲ ਹੋਣੀਆਂ ਚਾਹੀਦੀਆਂ ਨੇ। ਪਰ ਪੰਚਾਇਤਾਂ ਨੂੰ ਅਹਿਸਾਸ ਤੱਕ ਨਹੀਂ ਵੀ ਉਹਨਾਂ ਕੋਲੇ ਇੰਨੀ ਜ਼ਿਆਦਾ ਤਾਕਤ ਹੈਗੀ ਆ, ਕਿਉਂਕਿ ਪੋਲੀਟੀਕਲ ਜਿਹੜੇ ਲੀਡਰਸ ਹੈਗੇ ਆ ਉਹਨਾਂ ਦੇ ਪਿੱਛੇ ਲੱਗਦੇ। ਉਹਨਾਂ ਨੂੰ ਲੱਗਦਾ ਕਿ ਜੇ ਕੋਈ ਵੀ ਗ੍ਰਾਂਟ ਉਹਨਾਂ ਨੂੰ ਮਿਲਦੀ ਆ ਤਾਂ ਫਿਰ ਉਹਦੇ ਲਈ ਉਹਨਾਂ ਨੂੰ ਪੋਲੀਟੀਕਲ ਲੀਡਰਸ ਦੀ ਜਿਹੜੀ ਚਾਪਲੂਸੀ ਉਹ ਕਰਨੀ ਪਊ, ਪਿੱਛੇ ਦੌੜਨਾ ਪਊ। ਜੀ ਬਿਲਕੁਲ। ਤੇ ਜੋ ਸੂਬਾ ਸਰਕਾਰਾਂ ਨੇ ਉਹ ਕੇਂਦਰ ਤੋਂ ਤਾਂ ਵੱਧ ਅਧਿਕਾਰ ਮੰਗਦੀਆਂ ਨੇ, ਪਰ ਜਦ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਆਉਂਦੀ ਹੈ ਤਾਂ ਉਹ ਬਸ ਉਹ ਚੁੱਪ ਵੱਟ ਲੈਂਦੀਆਂ ਨੇ। ਤੇ ਸਾਡੀਆਂ ਪੰਚਾਇਤਾਂ ਵੀ ਅਗਿਆਨਤਾ ਦੇ ਕਾਰਨ ਉਹਨਾਂ ਤੋਂ ਆਪਣੇ ਵੱਧ ਅਧਿਕਾਰ ਨਹੀਂ ਮੰਗਦੀਆਂ ਜੀ। ਪੰਜਾਬ ਦੇ ਵਿੱਚ ਸਿਰਫ 11 ਵਿਸ਼ਿਆਂ ਦੀਆਂ ਤਾਕਤਾਂ ਪੰਚਾਇਤਾਂ ਨੂੰ ਦਿੱਤੀਆਂ ਗਈਆਂ ਨੇ 29 ਦੇ ਵਿੱਚੋਂ ਹਜੇ ਤੱਕ, ਤੇ ਇਹਨਾਂ ਬਾਰੇ ਕੋਈ ਗੱਲ ਵੀ ਨਹੀਂ ਕਰਦਾ। ਹਾਂਜੀ ਸੁਖਜੀਤ ਜੀ, ਇਹ ਪੋਲੀਟੀਕਲੀ ਤਾਂ ਇਹ ਜ਼ਰੂਰੀ ਹੈ ਹੀ ਹੈ, ਪਰ ਇੱਕ ਸੰਸਕ੍ਰਿਤਿਕ ਤੌਰ ਤੇ ਵੀ ਇਹ ਜ਼ਰੂਰੀ ਹੈ। ਇੱਕ ਆਜ਼ਾਦ ਲੋਕ ਗੁਲਾਮ ਮਾਨਸਿਕਤਾ ਤੋਂ ਲੋਕਾਂ ਨੂੰ ਬਾਹਰ ਕੱਢਣ ਲਈ ਪੰਚਾਇਤੀ ਰਾਜ ਸਿਸਟਮ ਬਹੁਤ ਜ਼ਰੂਰੀ ਹੈ, ਕਿਉਂਕਿ ਜਿਸ ਤਰ੍ਹਾਂ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਇੰਡੀਆ ਦੇ ਵਿੱਚ ਅਸੀਂ ਵਿਲੇਜ ਰਿਪਬਲਿਕਸ ਕ੍ਰੀਏਟ ਕਰਾਂਗੇ, ਅਸੀਂ ਲੋਕਾਂ ਨੂੰ ਆਜ਼ਾਦੀ ਦਾ ਅਹਿਸਾਸ ਦਿਵਾਵਾਂਗੇ, ਅਸੀਂ ਉਹਨਾਂ ਨੂੰ ਤਾਕਤ ਦੇਵਾਂਗੇ ਜਦੋਂ ਉਹਨਾਂ ਨੂੰ ਆਜ਼ਾਦੀ ਦਾ ਅਹਿਸਾਸ ਆਵੇਗਾ, ਤਾਕਤ ਦਾ ਅਹਿਸਾਸ ਆਵੇਗਾ, ਕਿਉਂਕਿ ਉਹ ਆਪਣੀਆਂ ਜੜ੍ਹਾਂ ਦੇ ਨਾਲ ਜੁੜਨਗੇ। ਕਿਉਂਕਿ ਜੋ ਪੰਚਾਇਤੀ ਸਿਸਟਮ ਹੈ ਉਹ ਸਾਡਾ ਹਜ਼ਾਰਾਂ ਸਾਲ ਪੁਰਾਣਾ ਸਿਸਟਮ ਹੈ। ਹਜ਼ਾਰਾਂ ਸਾਲਾਂ ਤੋਂ ਪੰਚਾਇਤਾਂ ਨੇ ਜੋ ਪਿੰਡ ਨੇ ਉਹਨਾਂ ਦੇ ਵਿੱਚ ਇੱਕ ਵਿਵਸਥਾ ਬਣਾ ਕੇ ਰੱਖੀ ਹੈ। ਸੋ ਜੇ ਤੁਸੀਂ ਇਹ ਗੁਲਾਮ ਮਾਨਸਿਕਤਾ ਜੋ ਵੈਸਟਰਨ ਸਟਾਈਲ ਡੈਮੋਕ੍ਰੇਸੀ ਹੈ ਉਸ ਦੇ ਵਿੱਚੋਂ ਬਾਹਰ ਕੱਢਣਾ ਹੈ, ਲੋਕਾਂ ਨੂੰ ਗੁਲਾਮ ਮਾਨਸਿਕਤਾ ਦੇ ਵਿੱਚੋਂ ਬਾਹਰ ਕੱਢਣਾ ਹੈ, ਜਾਂ ਜੋ ਕਲੋਨੀਅਲ ਲੀਗੇਸੀ ਦੇ ਤਹਿਤ ਜੋ ਗੁਲਾਮ ਮਾਨਸਿਕਤਾ ਪੈਦਾ ਹੋ ਗਈ ਹੈ ਉਸ ਦੇ ਵਿੱਚੋਂ ਬਾਹਰ ਕੱਢਣਾ ਹੈ, ਤਾਂ ਤੁਹਾਨੂੰ ਪੰਚਾਇਤੀ ਰਾਜ ਸਿਸਟਮ ਨੂੰ ਤਕੜਾ ਕਰਨਾ ਪਵੇਗਾ, ਲੋਕਾਂ ਨੂੰ ਤਕੜਾ ਕਰਨਾ ਪਵੇਗਾ, ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣੇ ਪੈਣਗੇ ਤੁਹਾਨੂੰ। ਜਿਸ ਤਰ੍ਹਾਂ ਤੁਸੀਂ ਦੇਖੋ ਕਿ ਜੋ ਛੋਟੇ ਮਸਲੇ ਨੇ ਉਹਨਾਂ ਦੇ ਵਾਸਤੇ ਲੋਕਾਂ ਨੂੰ ਥਾਣੇ ਤੇ ਕਚਹਿਰੀ ਭੱਜਣਾ ਪੈਂਦਾ ਹੈ ਜੀ। ਜੋ ਥਾਣਾ ਤੇ ਕਚਹਿਰੀ ਹੈ ਉਹ ਵੀ ਇੱਕ ਗੁਲਾਮੀ ਦਾ ਇੱਕ ਪ੍ਰਤੀਕ ਹੈ, ਕਿਉਂਕਿ ਜੋ ਪੁਲਿਸ ਹੈ ਉਹ ਹਜੇ ਤੱਕ ਉਹ ਜੋ ਅੰਗਰੇਜ਼ਾਂ ਨੇ ਜੋ ਪੁਲਿਸ ਐਕਟ ਬਣਾਇਆ ਸੀ ਉਹਦੇ ਹੇਠਾਂ ਹੀ ਕੰਮ ਕਰ ਰਹੀ ਹੈ, ਉਸੇ ਆਈਪੀਸੀ ਦੇ ਹੇਠਾਂ ਉਹ ਕੰਮ ਕਰ ਰਹੀ ਹੈ ਤੇ ਪੁਲਿਸ ਐਕਟ ਦੇ ਹੇਠਾਂ ਕੰਮ ਕਰ ਰਹੀ ਹੈ। ਤੇ ਉਹਨਾਂ ਦਾ ਜੋ ਵਤੀਰਾ ਹੈ ਉਹ ਵੀ ਲੋਕਾਂ ਦੇ ਪ੍ਰਤੀ ਜੋ ਬ੍ਰਿਟਿਸ਼ ਪੁਲਿਸ ਹੋਇਆ ਕਰਦੀ ਸੀ, ਜੋ ਇੱਕ ਪੁਲਿਸ ਸਟੇਟ ਹੋਇਆ ਕਰਦੀ ਸੀ, ਉਸ ਦੇ ਨਾਲੋਂ ਵੱਧ ਕੁਝ ਨਹੀਂ। ਸੋ ਥਾਣੇ ਜਾ ਕੇ ਉਹਨਾਂ ਨੂੰ ਜ਼ਲੀਲ ਹੋਣਾ ਪੈਂਦਾ ਹੈ। ਕਚਹਿਰੀ ਜਦੋਂ ਜਾਂਦੇ ਨੇ ਤਾਂ ਉੱਥੇ ਇੱਕ ਫੋਰਨ ਲੈਂਗੁਏਜ ਦੇ ਵਿੱਚ, ਅੰਗਰੇਜ਼ੀ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਤੇ ਮੌਤ ਦੇ ਫੈਸਲੇ ਹੁੰਦੇ ਨੇ, ਜਿਸ ਦੀ ਉਹਨਾਂ ਨੂੰ ਸਮਝ ਹੀ ਕੋਈ ਨਹੀਂ। ਉੱਥੇ ਵਕੀਲ ਕੀ ਕਰੀ ਜਾਂਦਾ ਹੈ,
ਉੱਥੇ ਜੱਜ ਕੀ ਕਰੀ ਜਾਂਦਾ, ਕੀ ਹੋਈ ਜਾਂਦਾ, ਕਿਉਂ ਹੋਈ ਜਾਂਦਾ। ਉੱਥੇ ਵੀ ਲੋਕਾਂ ਨੂੰ ਜ਼ਲੀਲ ਹੋਣਾ ਪੈਂਦਾ ਹੈ। ਜ਼ਲਾਲਤ ਦਾ ਜੋ ਅਹਿਸਾਸ ਹੈ, ਇੱਕ ਦੂਜੇ ਦਰਜੇ ਦੇ ਨਾਗਰਿਕ ਹੋਣ ਦਾ ਜੋ ਅਹਿਸਾਸ ਹੈ, ਉਹ ਕਰਾਇਆ ਜਾਂਦਾ ਹੈ। ਸੋ ਜੁਡੀਸ਼ੀਅਲ ਰਿਫਾਰਮ ਜ਼ਰੂਰੀ ਨੇ, ਪੁਲਿਸ ਰਿਫਾਰਮ ਜ਼ਰੂਰੀ ਨੇ, ਪਰ ਇਹਨਾਂ ਸਭ ਤੋਂ ਵੱਧ ਕੇ ਜੋ ਪੰਚਾਇਤ ਹੈ ਉਸ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ, ਲੋਕਾਂ ਦੇ ਵਿੱਚ ਆਜ਼ਾਦੀ ਦੀ ਭਾਵਨਾ ਭਰਨ ਦੇ ਲਈ ਜੀ, ਮਾਨਸਿਕ ਗੁਲਾਮੀ ਦਾ ਜੂੜਾ ਲਾ ਕੇ ਸਿੱਟਣ ਲਈ। ਕਿਉਂਕਿ ਜੋ ਸਮਾਲ ਕਲੇਮਸ ਨੇ, ਜੋ ਛੋਟੇ ਛੋਟੇ ਮਸਲੇ ਨੇ, ਉਹਨਾਂ ਲਈ ਸਾਨੂੰ ਕਿਉਂ ਥਾਣੇ ਕਚਹਿਰੀ ਭੱਜਣਾ ਜਾਣਾ ਪਵੇ, ਕਿਉਂ ਜਲੀਲ ਹੋਣਾ ਪਵੇ ਉੱਥੇ ਜਾ ਕੇ। ਹੁਣ ਜੋ 1 ਲੱਖ ਤੋਂ ਘੱਟ ਦਾ ਮਸਲਾ ਹੈ, ਜਿਸ ਤਰ੍ਹਾਂ ਕੋਈ ਲਿਮਟ ਰੱਖ ਲਈ ਜਾਵੇ, ਉਸ ਤੋਂ ਘੱਟ ਜੋ ਪੈਸੇ ਦਾ ਲੈਣ ਦੇਣ ਦਾ ਝਗੜਾ ਹੈ, ਉਸ ਦਾ ਫੈਸਲਾ ਪੰਚਾਇਤ ਕਿਉਂ ਨਹੀਂ ਕਰ ਸਕਦੀ। ਜੇ ਕੋਈ ਛੋਟੇ ਮੋਟੇ ਕ੍ਰਾਈਮ ਨੇ, ਉਹਨਾਂ ਦਾ ਫੈਸਲਾ ਪੰਚਾਇਤ ਕਿਉਂ ਨਹੀਂ ਕਰ ਸਕਦੀ। ਸਗੋਂ ਕਿ ਉਹ ਇੱਕ ਜੋ ਜੁਡੀਸ਼ੀਅਲ ਸਿਸਟਮ ਹੈ, ਇਸ ਦੇ ਨਾਲੋਂ ਵਧੀਆ ਉਹ ਸਿਸਟਮ ਤਿਆਰ ਹੋ ਸਕਦਾ ਹੈ। ਕਿਉਂਕਿ ਜੋ ਇਸ ਸਿਸਟਮ ਦੇ ਵਿੱਚ ਵੜ ਜਾਂਦਾ ਹੈ ਇੱਕ ਵਾਰੀ ਛੋਟਾ ਮੋਟਾ ਕ੍ਰਾਈਮ ਕਰਨ ਤੋਂ ਬਾਅਦ ਵੀ, ਉਸ ਦੇ ਉੱਤੇ ਇਹ ਸਿਸਟਮ ਇੱਕ ਕ੍ਰਿਮੀਨਲ ਹੋਣ ਦਾ ਠੱਪਾ ਲਾ ਦਿੰਦਾ ਹੈ, ਉਸਨੂੰ ਉਹ ਸਟਿਗਮੇਟਾਈਜ਼ ਹੋ ਜਾਂਦਾ ਹੈ। ਜੀ ਜੀ। ਤੇ ਉਸ ਤੋਂ ਬਾਅਦ ਫਿਰ ਉਹ ਜੇਲ੍ਹ ਯਾਤਰਾ, ਜੇਲ੍ਹ ਤੋਂ ਬਾਅਦ ਫਿਰ ਉਹ ਜੇਲ੍ਹ ਇਜ਼ ਅ ਯੂਨੀਵਰਸਿਟੀ ਆਫ ਕ੍ਰਾਈਮ, ਤੇ ਉੱਥੋਂ ਫਿਰ ਉਹ ਇੱਕ ਟ੍ਰੇਨਡ ਅਪਰਾਧੀ ਬਣ ਕੇ ਨਿਕਲਦਾ ਹੈ। ਜੀ, ਵੈਸੇ ਤਾਂ ਜੇਲ੍ਹਾਂ ਨੂੰ ਨਾਂ ਦੇ ਦਿੰਦੇ ਸੁਧਾਰ ਕਰਦਾ, ਪਰ ਉੱਥੇ ਸੁਧਾਰ ਹੁੰਦਾ ਨਹੀਂ ਕਿਸੇ ਦਾ। ਜੀ, ਸੋ ਇਸ ਤਰ੍ਹਾਂ ਜੇ ਇੱਕ ਪੰਚਾਇਤ ਦੇ ਬੇਸ ਤੇ ਇੱਕ ਮਾਡਲ ਬਣਾਇਆ ਜਾਵੇ ਤਾਂ ਉਹ ਇੱਕ ਸਾਂਸਕ੍ਰਿਤਿਕ ਤੌਰ ਤੇ, ਇੱਕ ਮਾਨਸਿਕ ਤੌਰ ਤੇ ਲੋਕਾਂ ਨੂੰ ਆਜ਼ਾਦੀ ਦਿਵਾਵੇਗਾ ਅਤੇ ਗੁਲਾਮ ਮਾਨਸਿਕਤਾ ਤੋਂ ਵਿੱਚੋਂ ਬਾਹਰ ਕੱਢੇਗਾ, ਤੇ ਜੋ ਲੋਕਾਂ ਦੀ ਤਾਕਤ ਹੈ ਉਹ ਵਾਪਸ ਲੋਕਾਂ ਦੇ ਹੱਥ ਵਿੱਚ ਆਏਗੀ। ਜੀ, ਤੇ ਪੰਚਾਇਤਾਂ ਨੂੰ ਵੀ ਆਪਣੇ ਅਧਿਕਾਰਾਂ ਦੀ ਮੰਗ ਕਰਨੀ ਚਾਹੀਦੀ, ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਲਕੁਲ ਮੰਗ ਕਰਨੀ ਚਾਹੀਦੀ ਹੈ, ਕਿਉਂਕਿ ਉਹ ਇੱਕ ਸੰਵਿਧਾਨਕ ਉਹਨਾਂ ਦੀ ਇੱਕ ਰਾਈਟ ਹੈ ਉਹਨਾਂ ਦਾ। ਇਸ ਸੰਵਿਧਾਨ ਤੋਂ ਵੀ ਵੱਧ ਕੇ ਜੋ ਉਹਨਾਂ ਦੀ ਲੀਗੇਸੀ ਹੈ ਉਹ ਹਜ਼ਾਰ ਸਾਲ ਪੁਰਾਣੀ ਹੈ। ਉਹ ਇੱਕ ਭਾਰਤੀ ਸੰਸਥਾ ਨੇ, ਭਾਰਤ ਦੇ ਸੱਭਿਆਚਾਰ ਦੇ ਵਿੱਚ, ਭਾਰਤ ਦੇ ਇਤਿਹਾਸ ਦੇ ਵਿੱਚ ਪੰਚਾਇਤ ਦੀ ਜੜ ਹੈ। ਸੋ ਜੋ ਪੰਚਾਇਤ ਆ ਇੱਕ 100% ਇੱਕ ਭਾਰਤੀ ਸੰਸਥਾ ਹੈ। ਜੀ, ਇਸ ਸਮੇਂ ਤੁਸੀਂ ਸੁਣ ਰਹੇ ਪ੍ਰੋਗਰਾਮ ਅੱਜ ਦਾ ਮੁੱਦਾ ਇਤਿਹਾਸ ਦੇ ਝਰੋਖੇ 'ਚ, ਤੇ ਲਵਲੀਨ ਜੀ ਨੇ ਬਹੁਤ ਹੀ ਵਿਸਥਾਰ ਦੇ ਨਾਲ ਸਾਨੂੰ ਇਸ ਤੋਂ ਪਹਿਲਾਂ ਸਮਝਾਇਆ ਕਿ ਕਿਸ ਤਰ੍ਹਾਂ ਪੰਚਾਇਤਾਂ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਸ ਤਰ੍ਹਾਂ ਪੰਚਾਇਤੀ ਸਿਸਟਮ ਜੋ ਹੈਗਾ ਹੋਰ ਜ਼ਿਆਦਾ ਸਟਰੋਂਗ ਹੋਣਾ ਚਾਹੀਦਾ। ਉਹ ਲਵਲੀਨ ਜੀ, ਅੱਜ ਭਾਰਤੀ ਸਮਾਜ ਨੂੰ ਤੁਸੀਂ ਕਿੱਥੇ ਖੜਾ ਦੇਖਦੇ ਹੋ? ਸੁਜੀਤ ਜੀ, ਇਹ ਜੇ ਅਸੀਂ ਭਾਰਤੀ ਸਮਾਜ ਦੀ ਗੱਲ ਕਰੀਏ, ਜਿਸ ਤਰ੍ਹਾਂ ਅਸੀਂ ਆਪਣੀ ਪਿਛਲੀ ਪ੍ਰੋਗਰਾਮ ਦੀ ਕੜੀ ਦੇ ਵਿੱਚ ਵੀ ਅਸੀਂ ਜੋ ਭਾਰਤੀ ਸੱਭਿਅਤਾ ਹੈ, ਜੋ ਭਾਰਤੀ ਸਮਾਜ ਹੈ, ਉਸ ਦੀ ਹੜੱਪਾ ਤੋਂ ਲੈ ਕੇ ਅੱਜ ਤੱਕ ਦੀ ਜੋ ਡਿਵੈਲਪਮੈਂਟ ਹੈ ਉਸ ਦੀ ਅਸੀਂ ਚਰਚਾ ਕੀਤੀ। ਪਰ ਜੋ ਅੱਜ ਦਾ ਭਾਰਤੀ ਸਮਾਜ ਹੈ, ਜੋ ਅੱਜ ਦਾ ਸਾਡਾ ਭਾਰਤੀ ਯੂਥ ਹੈ, ਉਸ ਨੂੰ ਮੈਂ ਬੜਾ ਇੱਕ ਕਨਫਿਊਜ਼ਡ ਸਟੇਟ ਆਫ ਮਾਈਂਡ ਦੇ ਵਿੱਚ ਦੇਖਦਾ। ਕਨਫਿਊਜ਼ਡ ਕਿਉਂ? ਸਭ ਤੋਂ ਪਹਿਲਾਂ ਤਾਂ ਸਾਡੇ ਜੋ ਸਮਾਜ ਹੈ ਸਾਡਾ, ਜਾਂ ਸਾਡਾ ਯੂਥ ਹੈ, ਉਹ ਆਈਡੈਂਟੀਟੀ ਕ੍ਰਾਈਸਿਸ ਦਾ ਸ਼ਿਕਾਰ ਹੈ। ਉਸ ਦੇ ਵਿੱਚ, ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਸ਼ਨਾਖਤ ਦਾ ਬਹਿਰਾਨ, ਉਹਨਾਂ ਨੂੰ ਆਪਣੀ ਆਈਡੈਂਟੀਟੀ ਕਲੀਅਰ ਨਹੀਂ, ਉਹਨਾਂ ਨੂੰ ਆਪਣੀਆਂ ਜੜ੍ਹਾਂ ਦਾ ਹੀ ਪਤਾ ਨਹੀਂ, ਉਹਨਾਂ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਨਹੀਂ, ਉਹਨਾਂ ਨੂੰ ਆਪਣੇ ਸੱਭਿਆਚਾਰ ਦੀ ਜਾਣਕਾਰੀ ਨਹੀਂ। ਜਿਸ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਨਾ ਹੋਵੇ, ਜਿਸ ਨੂੰ ਆਪਣੇ ਸੱਭਿਆਚਾਰ ਦੀ ਜਾਣਕਾਰੀ ਨਾ ਹੋਵੇ, ਜਿਸ ਨੂੰ ਆਪਣੀਆਂ ਜੜ੍ਹਾਂ ਦੀ ਜਾਣਕਾਰੀ ਨਾ ਹੋਵੇ, ਉਸ ਨੂੰ ਇੱਕ ਸੈਂਸ ਆਫ ਜੋ ਫਿਊਚਰ ਹੈ ਉਹ ਵੀ ਆ ਨਹੀਂ ਸਕਦੀ। ਫਿਊਚਰ ਦੇ ਵਿੱਚ ਜੋ ਉਸਨੇ ਡਾਇਰੈਕਸ਼ਨ ਲੈਣੀ ਹੈ ਉਸ ਦੀ ਵੀ ਉਸ ਨੂੰ ਸਮਝ ਨਹੀਂ ਆ ਸਕਦੀ, ਕਿਉਂਕਿ ਜਿਸ ਨੂੰ ਆਪਣੀ ਜਰਨੀ ਦਾ ਨਹੀਂ ਪਤਾ ਕਿ ਮੈਂ ਕਿੱਥੋਂ ਆ ਰਿਹਾ, ਕਿਸ ਦਿਸ਼ਾ ਦੇ ਵਿੱਚ ਜਾ ਰਿਹਾ ਤੇ ਮੈਨੂੰ ਕਿਸ ਦਿਸ਼ਾ ਦੇ ਵਿੱਚ ਜਾਣਾ ਚਾਹੀਦਾ ਹੈ, ਉਸ ਦਾ ਅੰਦਾਜ਼ਾ ਵੀ ਉਹ ਨਹੀਂ ਲਾ ਸਕਦਾ। ਇਸ ਲਈ they'll have no sense of purpose or no sense of future, if I may say, ਕਿਉਂ ਉਹ ਆਪਣੀਆਂ ਜੜ੍ਹਾਂ ਤੋਂ ਟੁੱਟੇ ਹੋਏ ਨੇ। ਜੋ ਅੱਜ ਦਾ ਸਾਡਾ ਸਮਾਜ ਹੈ ਉਹ ਨਕਲ ਕਰ ਰਿਹਾ ਹੈ ਵੈਸਟ ਦੀ, ਉਹ ਵੀ ਅੱਖਾਂ ਮੀਚ ਕੇ। ਜੀ, ਜਿਸ ਤਰ੍ਹਾਂ ਅਸੀਂ ਸੁਖਜੀਤ ਜੀ ਪਹਿਲਾਂ ਕਿਹਾ ਕਿ ਜੋ ਨਕਲ ਜੋ ਹੈ ਉਹ ਅਸਲ ਤੋਂ ਕਦੇ ਵੀ ਅੱਗੇ ਨਹੀਂ ਨਿਕਲ ਸਕਦੀ। ਜੀ ਬਿਲਕੁਲ। ਜੇ ਤੁਸੀਂ ਦੁਨੀਆ ਦੇ ਵਿੱਚ ਕੁਝ ਅਚੀਵ ਕਰਨਾ ਹੈ, ਦੁਨੀਆ ਦੇ ਵਿੱਚ ਕੋਈ ਆਪਣੀ ਥਾਂ ਬਣਾਉਣੀ ਹੈ, ਤਾਂ ਦੁਨੀਆ ਦੇ ਵਿੱਚ ਤੁਸੀਂ ਵਿਸ਼ਵ ਗੁਰੂ ਬਣਨਾ ਹੈ, ਤਾਂ ਤੁਹਾਨੂੰ ਉਹ ਦਿਖਾਉਣਾ ਪਵੇਗਾ ਦੁਨੀਆ ਨੂੰ ਜੋ ਤੁਹਾਡਾ ਆਪਣਾ ਹੈ,
ਜਿਸ ਨੂੰ ਦੁਨੀਆ ਨਹੀਂ ਜਾਣਦੀ। ਤੁਸੀਂ ਦੁਨੀਆ ਦੇ ਵਿੱਚ, ਦੁਨੀਆ ਦੇ ਇੰਟੈਲੈਕਚੁਅਲ ਡਿਵੈਲਪਮੈਂਟ ਦੇ ਵਿੱਚ, ਦੁਨੀਆ ਦੀ ਸਾਇੰਟੀਫਿਕ ਡਿਵੈਲਪਮੈਂਟ ਦੇ ਵਿੱਚ, ਦੁਨੀਆ ਦੀ ਕਲਚਰਲ ਡਿਵੈਲਪਮੈਂਟ ਦੇ ਵਿੱਚ ਤੁਸੀਂ ਆਪਣੀ ਤਰਫੋਂ ਕੀ ਹਿੱਸਾ ਪਾ ਸਕਦੇ ਹੋ, ਤੁਹਾਨੂੰ ਉਹ ਦੱਸਣਾ ਪਵੇਗਾ। ਉਹ ਤੁਸੀਂ ਤਾਂ ਦੱਸੋਗੇ ਵਿਸ਼ਵ ਪੱਧਰ ਦੇ ਉੱਤੇ ਜਾ ਕੇ ਜੇ ਤੁਸੀਂ ਪਹਿਲਾਂ ਆਪਣੇ ਘਰ ਦੇ ਵਿੱਚ ਤੁਹਾਨੂੰ ਕਲੈਰਿਟੀ ਹੋਊਗੀ। ਤੁਸੀਂ ਤਾਂ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਆਇਡੈਂਟੀਟੀ ਕ੍ਰਾਈਸਿਸ ਦਾ ਸ਼ਿਕਾਰ ਹੋ ਕੇ ਇੱਕ ਬੜੀ ਕਨਫਿਊਜ਼ਡ ਕੌਮ ਨੂੰ ਜਨਮ ਦੇ ਰਹੇ ਹੋ, ਜੋ ਇਹ ਸਮਝਦੀ ਹੈ ਕਿ ਮਾਡਰਨਿਟੀ ਹੈ ਜੋ ਹੈ ਉਹ ਪੱਛਮ ਦੀ ਅੰਨ੍ਹੇਵਾਹ ਜੋ ਨਕਲ ਕਰਨੀ ਹੈ ਉਹੀ ਮਾਡਰਨਿਟੀ ਹੈ। ਤੇ ਉਹ ਸੋਚਦੇ ਕਿ ਮਾਡਰਨ ਹੋਣਾ ਬਹੁਤ ਚੰਗਾ, ਉਹਨਾਂ ਨੂੰ ਆਪਣੀਆਂ ਜੜ੍ਹਾਂ ਤੇ ਕੋਈ ਮਾਣ ਨਹੀਂ ਹੈਗਾ, ਕੋਈ ਨਾ ਹੀ ਤਾਂ ਉਹ ਪਤਾ ਕਰਨਾ ਚਾਹੁੰਦੇ ਆ, ਨਾ ਹੀ ਉਹਦੇ ਬਾਰੇ ਕੋਈ ਗੱਲਬਾਤ ਕਰਨਾ ਚਾਹੁੰਦੇ ਆ। ਤੇ ਉਹ ਲੋਕ ਜੋ ਸਾਡੇ ਅੱਜ ਦਾ ਭਾਰਤੀ ਸਮਾਜ ਹੈ, ਅੱਜ ਦਾ ਸਾਡਾ ਭਾਰਤੀ ਯੂਥ ਹੈ, ਮੈਜੋਰਿਟੀ ਆਫ ਦੈਮ, ਮੈਂ ਸਾਰਿਆਂ ਦੀ ਨਹੀਂ ਗੱਲ ਕਰਦੀ, ਉਹ ਜੋ ਵੈਸਟਰਨ ਜੋ ਕਲਚਰ ਹੈ ਜਾਂ ਜੋ ਵੈਸਟਰਨ ਚੀਜ਼ਾਂ ਨੇ ਜਾਂ ਹੋਰ ਚੀਜ਼ਾਂ ਨੇ ਜਾਂ ਪਪੂਲਰ ਮੀਡੀਆ ਦੇ ਵਿੱਚ ਉਹ ਜੋ ਦੇਖਦੇ ਨੇ ਉਸ ਨੂੰ ਉਹ ਬਹੁਤ ਅਗਾਂਹ ਵਧੂ, ਉਸ ਨੂੰ ਬਹੁਤ ਇਨ ਫੈਸ਼ਨ ਜਿਸ ਨੂੰ ਕਹਿੰਦੇ ਉਹ ਸਮਝਦੇ ਨੇ। ਪਰ ਜਦ ਕੋਈ ਭਾਰਤ ਦੇ ਨਾਲ ਜੁੜੀ ਹੋਈ ਗੱਲ ਕੀਤੀ ਜਾਂਦੀ ਹੈ, ਜਿਸ ਦੀ ਜੜ ਭਾਰਤ ਦੇ ਵਿੱਚ ਹੋਵੇ, ਭਾਰਤੀ ਕਦਰਾਂ ਕੀਮਤਾਂ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉਸ ਨੂੰ ਉਹ ਪੁਰਾਣੇ ਜ਼ਮਾਨੇ ਦੀ ਗੱਲ ਕਹਿੰਦੇ ਨੇ ਜੀ, ਉਸ ਨੂੰ ਉਹ 올ਡ ਫੈਸ਼ਨ ਕਹਿੰਦੇ ਨੇ। ਉਹ ਇਹ ਵੀ ਇੱਕ ਜੋ ਗੁਲਾਮ ਮਾਨਸਿਕਤਾ ਹੈ ਉਸ ਦੇ ਵਿੱਚੋਂ ਜੋ ਨਿਕਲੀ ਹੋਈ ਗੱਲ ਹੈ ਸੁਖਜੀਤ ਜੀ। ਜਿਸ ਤਰ੍ਹਾਂ ਤੁਸੀਂ ਆਪਣੀਆਂ ਭਾਰਤੀ ਭਾਸ਼ਾਵਾਂ ਹੀ ਦੇਖ ਲਓ, ਭਾਰਤ ਦੇ ਲੋਕ ਜੋ ਆਪਣੀਆਂ ਹੀ ਭਾਰਤੀ ਭਾਸ਼ਾਵਾਂ ਨੇ ਉਹਨਾਂ ਦੀ ਬੇਕਦਰੀ ਕਰਕੇ ਜੋ ਪੱਛਮੀ ਭਾਸ਼ਾਵਾਂ ਨੇ ਉਹਨਾਂ ਵੱਲ ਨੂੰ ਦੌੜੇ ਜਾ ਰਹੇ ਨੇ। ਚਲੋ ਭਾਸ਼ਾਵਾਂ ਆਉਣੀਆਂ ਚਾਹੀਦੀਆਂ ਨੇ, ਹਰੇਕ ਭਾਸ਼ਾ ਆਉਣੀ ਚਾਹੀਦੀ ਹੈ, ਚੰਗੀ ਗੱਲ ਹੈ, ਪਰ ਆਪਣੀ ਭਾਸ਼ਾ ਨੂੰ ਪਿੱਛੇ ਸਿੱਟ ਕੇ ਆਪਣੀ ਭਾਸ਼ਾ ਨੂੰ ਕੁਝ ਨਾ ਸਮਝਣਾ, ਇਹ ਸਮਝਣਾ ਕਿ ਇਹ ਦੂਜੇ ਜਾਂ ਤੀਜੇ ਦਰਜੇ ਦੀ ਭਾਸ਼ਾ ਹੈ, ਉਹ ਇੱਕ ਗੁਲਾਮ ਦੀ ਸੋਚ ਹੋ ਸਕਦੀ ਹੈ, ਉਹ ਕਿਸੇ ਆਜ਼ਾਦ ਵਿਅਕਤੀ ਦੀ ਸੋਚ ਨਹੀਂ ਹੋ ਸਕਦੀ। ਇਸ ਲਈ ਲਿੰਗੁਇਸਟਿਕਲੀ ਜੋ ਆਪਣੀ ਭਾਸ਼ਾ ਦੇ ਵਿੱਚ ਤੁਸੀਂ ਇਹ ਗੱਲ ਦੇਖੋ ਕਿ ਕਿੰਨੇ ਲੋਕ ਨੇ ਅੱਜ ਭਾਰਤ ਦੇ ਵਿੱਚ ਜੋ ਆਪਣੀ ਭਾਸ਼ਾ ਦੇ ਵਿੱਚ ਦਸਤਖਤ ਕਰਦੇ ਨੇ ਜੀ, ਬਹੁਤ ਜ਼ਿਆਦਾ ਘੱਟ ਆ ਉਹਨਾਂ ਦੀ ਗਿਣਤੀ। ਕਿਉਂ ਨਹੀਂ ਅਸੀਂ ਦਸਤਖਤ ਕਰਦੇ? ਆਟੇ 'ਚ ਲੂਣ ਬਰਾਬਰ। ਅਸੀਂ ਜਾਂ ਤੁਸੀਂ, ਹੁਣ ਮੈਂ ਤਾਂ ਰੀਸੈਂਟਲੀ ਇਹ ਸ਼ੁਰੂ ਕੀਤਾ ਹੈ। ਹਾਂਜੀ, ਚਲੋ ਹੁਣ ਜੋ ਬੈਂਕ ਦੇ ਵਿੱਚ ਜਾਂ ਜੋ ਅਫੀਸ਼ੀਅਲੀ ਹੈ ਉਹ ਤਾਂ ਜੋ ਚੱਲ ਰਿਹਾ ਹੈ, ਪਰ ਹੁਣ ਤੋਂ ਨਹੀਂ ਮਤਲਬ ਕਈ ਸਾਲਾਂ ਤੋਂ ਜਿੱਥੇ ਕਿਤੇ ਮੈਂ ਆਪਦਾ ਨਾਮ ਲਿਖਣਾ ਜਾਂ ਮੈਂ ਦਸਤਖਤ ਕਰਨੇ ਨੇ, ਮੈਂ ਪੰਜਾਬੀ ਦੇ ਵਿੱਚ ਦਸਤਖਤ ਕਰਨੇ ਸ਼ੁਰੂ ਕੀਤੇ ਨੇ। ਤੁਸੀਂ ਦੱਸੋ ਵੀ ਅਸੀਂ ਪੰਜਾਬੀ ਹੋ ਕੇ ਜਾਂ ਅਸੀਂ ਹਿੰਦੀ ਹੋ ਕੇ ਜਾਂ ਕਿਸੇ ਵੀ ਹੋਰ ਭਾਸ਼ਾ ਦੇ ਧਾਰਨੀ ਹੋ ਕੇ ਅਸੀਂ ਅੰਗਰੇਜ਼ੀ ਦੇ ਵਿੱਚ ਹੀ ਕਿਉਂ ਦਸਤਖਤ ਕਰਦੇ ਹਾਂ? ਕਿਸੇ ਨੇ ਕਦੇ ਇਸ ਗੱਲ ਦੇ ਉੱਤੇ ਗੌਰ ਨਹੀਂ ਫਰਮਾਇਆ? ਨਹੀਂ, ਕਿਉਂਕਿ ਅਸੀਂ ਇੱਕ ਦਿਮਾਗ ਦੇ ਵਿੱਚ ਧਾਰਨਾ ਬਿਠਾ ਲਈ ਹੈ ਕਿ ਜੋ ਅੰਗਰੇਜ਼ੀ ਹੈ ਜੀ ਇੱਕ ਪੜ੍ਹੇ ਲਿਖੇ ਹੋਣ ਦਾ ਜੋ ਮਾਪਦੰਡ ਹੈ ਉਹ ਅੰਗਰੇਜ਼ੀ ਭਾਸ਼ਾ ਹੀ ਹੈ। ਜੋ ਅੰਗਰੇਜ਼ੀ ਬੋਲਦਾ ਹੈ ਉਹ ਪੜ੍ਹਿਆ ਲਿਖਿਆ ਹੈ, ਜੋ ਪੰਜਾਬੀ ਬੋਲਦਾ ਹੈ ਜਾਂ ਹਿੰਦੀ ਬੋਲਦਾ ਹੈ ਜਾਂ ਕਿਸੇ ਹੋਰ ਭਾਰਤੀ ਭਾਸ਼ਾ ਦੇ ਵਿੱਚ ਗੱਲਬਾਤ ਕਰਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਕਿ ਸ਼ਾਇਦ ਇਹ ਥੋੜਾ ਘੱਟ ਪੜ੍ਹਿਆ ਲਿਖਿਆ ਹੋਊਗਾ ਜਾਂ ਇਸ ਨੂੰ ਸਮਝ ਨਹੀਂ ਹੋਣੀ, ਉਹਦੀ ਗੱਲ ਨੂੰ ਵੀ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ। ਹਾਂਜੀ, ਜੇ ਤੁਸੀਂ ਅੰਗਰੇਜ਼ੀ ਦੀਆਂ 2 ਸ਼ਬਦ ਬੋਲੋ, 2 ਲਾਈਨਾਂ ਬੋਲੋ ਤਾਂ ਉਹ ਮੂੰਹ ਘੁਮਾ ਕੇ ਤੁਹਾਡੇ ਵੱਲ ਦੇਖਣ ਲੱਗ ਜਾਂਦੇ ਨੇ ਕਿ ਇਹ ਬੜਾ ਵੱਡਾ ਕੋਈ ਜੀ ਉੱਚ ਪੱਧਰ ਦਾ ਕੋਈ ਵਿਦਵਾਨ ਹੈ ਜਾਂ ਉੱਚ ਪੱਧਰ ਦਾ ਕੋਈ ਇਹ ਉੱਚ ਕੋਟੀ ਦਾ ਵਿਅਕਤੀ ਹੈ, ਉਹਦੀ ਗੱਲ ਸਾਰੇ ਸੁਣਦੇ ਆ ਜੀ। ਪਰ ਅਸੀਂ ਇਹ ਭੁੱਲੇ ਬੈਠੇ ਹਾਂ ਕਿ ਜੋ ਲੈਂਗੁਏਜ ਹੈ, ਜੋ ਭਾਸ਼ਾ ਹੈ, ਉਹ ਤਾਂ ਸਿਰਫ ਇੱਕ ਮਾਧਿਅਮ ਹੈ ਜੀ, ਠੀਕ, ਵਿਚਾਰਾਂ ਦਾ ਇੱਕ ਮਾਧਿਅਮ ਹੈ ਜਿਸ ਦੇ ਵਿੱਚ ਤੁਸੀਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦੇ ਹੋ। ਜੇ ਤੁਸੀਂ ਆਪਣੀ ਭਾਸ਼ਾ ਦੇ ਵਿੱਚ, ਭਾਰਤੀ ਭਾਸ਼ਾ ਦੇ ਵਿੱਚ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋ ਤਾਂ ਉਸ ਦੇ ਵਿੱਚ ਕੀ ਤੁਹਾਨੂੰ ਹਿਚਕ ਮਹਿਸੂਸ ਹੁੰਦੀ ਹੈ, ਉਸ ਦੇ ਵਿੱਚ ਕੀ ਤੁਹਾਨੂੰ ਆਪਣੀ ਹੇਠੀ ਮਹਿਸੂਸ ਹੁੰਦੀ ਹੈ? ਆਪਣੀ ਭਾਸ਼ਾ 'ਚ ਤਾਂ ਆਪਾਂ ਆਪਣੇ ਵਿਚਾਰਾਂ ਦਾ ਜਿਹੜਾ ਹੈਗਾ ਆਦਾਨ ਪ੍ਰਦਾਨ ਬਹੁਤ ਵਧੀਆ ਕਰ ਸਕਦੇ ਹਾਂ। ਬਿਲਕੁਲ ਕਰ ਸਕਦੇ ਹਾਂ। ਇਹ ਜਿਹੀ ਕੀ ਚੀਜ਼ ਹੈ ਜੋ ਤੁਹਾਨੂੰ ਅੰਗਰੇਜ਼ੀ ਬੋਲ ਕੇ ਮਿਲ ਜਾਂਦੀ ਹੈ ਜੋ ਪੰਜਾਬੀ ਜਾਂ ਹਿੰਦੀ ਦੇ ਵਿੱਚ ਨਹੀਂ ਮਿਲ ਸਕਦੀ? ਸਾਰੀਆਂ ਭਾਸ਼ਾਵਾਂ ਵਧੀਆ ਨੇ ਪਰ ਸਾਡੀਆਂ ਭਾਰਤੀ ਭਾਸ਼ਾਵਾਂ ਬਹੁਤ ਅਮੀਰ ਨੇ ਜੀ। ਸਾਡੀ ਪੰਜਾਬੀ ਦੇ ਵਿੱਚ ਕਿੱਡਾ ਮਹਾਨ ਜੋ ਸਾਹਿਤ ਹੈ ਉਸ ਦੀ ਰਚਨਾ ਕੀਤੀ ਗਈ ਹੈ, ਉਸ ਨੂੰ ਪੜ੍ਹਨ ਦੇ ਬਜਾਏ ਆਪਣੇ ਭਾਰਤੀ ਗ੍ਰੰਥਾਂ ਦੇ ਵੱਲ ਧਿਆਨ ਦੇਣ ਦੀ ਬਜਾਏ ਉਹ ਨਵੀਆਂ ਚੀਜ਼ਾਂ ਨੂੰ, ਜਿਹੜੀਆਂ ਡਿਸਕਾਰਡਡ ਚੀਜ਼ਾਂ ਨੇ, ਜਿਹੜੀਆਂ ਇੱਥੇ ਗਲਤ ਤਰ੍ਹਾਂ ਦੀ ਪ੍ਰਵਿਰਤੀ ਪੈਦਾ ਕਰਦੀਆਂ ਨੇ, ਉਹਨਾਂ ਚੀਜ਼ਾਂ ਦੇ ਵੱਲ, ਜੋ ਪੱਛਮ ਦੀਆਂ ਜੋ ਚੀਜ਼ਾਂ ਨੇ ਉਹਨਾਂ ਦੇ ਵੱਲ ਭੱਜ ਰਹੇ ਨੇ, ਜੋ ਮਨ ਦੇ ਵਿੱਚ ਅਸ਼ਾਂਤੀ ਪੈਦਾ ਕਰਦੀਆਂ ਨੇ, ਜੀਵਨ ਦੇ ਵਿੱਚ ਅਸ਼ਾਂਤੀ ਪੈਦਾ ਕਰਦੀਆਂ ਨੇ। ਤੁਸੀਂ ਸੰਗੀਤ ਦੀ ਉਦਾਹਰਨ ਲਓ,
ਹੁਣ ਦਸਤਖਤ ਦੀ ਤਾਂ ਮੈਂ ਤੁਹਾਨੂੰ ਉਦਾਹਰਨ ਦਿੱਤੀ ਕਿ ਤੁਸੀਂ ਕਿੰਨੇ ਲੋਕ ਨੇ ਭਾਰਤ ਦੇ ਵਿੱਚ ਜੋ ਆਪਣੀ ਭਾਸ਼ਾ ਦੇ ਵਿੱਚ ਦਸਤਖਤ ਕਰਦੇ ਨੇ, ਕਿੰਨੇ ਨੇ ਜਿਹੜੇ ਅੰਗਰੇਜ਼ੀ 'ਚ ਕਰਦੇ ਨੇ। ਸੋ ਮੈਂ ਤਾਂ ਇਹ ਜੋ ਪ੍ਰਣ ਲਿਆ ਹੈ ਕਿ ਜੋ ਮੈਂ ਦਸਤਖਤ ਕਰਨੇ ਨੇ ਮੈਂ ਪੰਜਾਬੀ ਦੇ ਵਿੱਚ ਹੀ ਕਰਨੇ ਨੇ। ਹੁਣ ਤੁਸੀਂ ਸੰਗੀਤ ਦੀ ਉਦਾਹਰਨ ਲਓ। ਸੰਗੀਤ ਦੇ ਵਿੱਚ ਮੈਂ ਸਮਝਦਾ ਕਿ ਜੋ ਸਾਡਾ ਭਾਰਤ ਹੈ ਉਹ ਇੱਕ ਸੁਪਰ ਪਾਵਰ ਹੈ। ਭਾਰਤ ਦੇ ਵਿੱਚ ਜੋ ਸੰਗੀਤ ਦੀਆਂ ਜੋ ਪਰੰਪਰਾਵਾਂ ਨੇ, ਦੋ ਤਰ੍ਹਾਂ ਦੀਆਂ ਪਰੰਪਰਾਵਾਂ ਨੇ। ਇੱਕ ਤਾਂ ਕਾਰਨੈਟਿਕ ਹੈ ਜੋ ਕਲਾਸੀਕਲ ਹੈ, ਕਲਾਸੀਕਲ ਤਾਂ ਵੈਸੇ ਦੋਨੇ ਨੇ, ਜੋ ਸਾਊਥ ਇੰਡੀਆ ਤੋਂ ਜੋ ਬਿਲੋਂਗ ਕਰਦਾ ਹੈ। ਜੋ ਦੂਜਾ ਜੋ ਹਿੰਦੁਸਤਾਨੀ ਸੰਗੀਤ ਹੈ, ਜੋ ਨਾਰਥ ਇੰਡੀਅਨ ਸੰਗੀਤ ਹੈ। ਸੋ ਕਲਾਸੀਕਲ ਦੇ ਵਿੱਚ ਇਹ ਦੋ ਪਰੰਪਰਾਵਾਂ ਨੇ ਜੋ ਭਾਰਤੀ ਸੰਗੀਤ ਦੇ ਵਿੱਚ ਚੱਲੀਆਂ ਆਉਂਦੀਆਂ ਨੇ। ਸੋ ਇੱਕ ਬਹੁਤ ਵੱਡਾ ਸਾਡਾ ਜੋ ਸੰਗੀਤ ਦੇ ਖੇਤਰ ਦੇ ਵਿੱਚ ਸਾਡਾ ਇੱਕ ਹੈਰੀਟੇਜ ਸਾਡੀ ਪਈ ਹੈ। ਪਰ ਜੋ ਸਾਡਾ ਅੱਜ ਦਾ ਯੂਥ ਹੈ ਜਾਂ ਪੰਜਾਬ ਦਾ ਯੂਥ ਹੈ, ਉਹ ਦੇਖੋ ਉਹ ਕਿਸ ਤਰ੍ਹਾਂ ਜੋ ਹਿਪ ਹੌਪ ਮਿਊਜ਼ਿਕ ਹੈ, ਜੋ ਇੱਕ ਪੱਛਮੀ ਜਿਸ ਦਾ ਓਰੀਜਨ ਹੈ, ਜੋ ਸਾਡੇ ਆ ਨਵੇਂ ਗਾਉਣ ਵਾਲੇ ਨੇ, ਜਿਸ ਤਰ੍ਹਾਂ ਜਿਹੜੇ ਆ ਹਿੰਸਕ ਗੀਤ ਗਾਉਂਦੇ ਨੇ, ਇਹ ਉਸੇ ਕਲਚਰ ਦੇ ਮਗਰ ਲੱਗ ਕੇ ਜਿੱਥੇ ਉਹ ਵਾਇਲੈਂਸ ਨੂੰ ਗਲੋਰੀਫਾਈ ਕੀਤਾ ਜਾਂਦਾ ਹੈ, ਜਿੱਥੇ ਉਹ ਹਿਪ ਹੌਪ ਮਿਊਜ਼ਿਕ ਵਜਾਇਆ ਜਾਂਦਾ ਹੈ, ਜਿੱਥੇ ਉਹ ਮੈਲੋਡੀ ਕੋਈ ਨਹੀਂ, ਕੋਈ ਸੁਰ, ਕੋਈ ਤਾਲ ਨਹੀਂ, ਕੋਈ ਉਸ ਦੀ ਲੈਅ ਨਹੀਂ, ਕੋਈ ਰਾਗ ਨਹੀਂ, ਉਸ ਤਰ੍ਹਾਂ ਦਾ ਮਿਊਜ਼ਿਕ ਪਰੋਸਦੇ ਨੇ। ਤੇ ਜੋ ਸਾਡਾ ਯੂਥ ਹੈ ਜਾਂ ਸਾਡੇ ਲੋਕ ਨੇ ਉਹ ਉਸ ਦੇ ਮਗਰ ਲੱਗੇ ਹੋਏ ਨੇ। ਤੇ ਜੋ ਆਪਣਾ ਇੱਕ ਅਮੀਰ ਜੋ ਧਰੋਹਰ ਹੈ, ਚਾਹੇ ਉਹ ਹਿੰਦੁਸਤਾਨੀ ਮਿਊਜ਼ਿਕ ਹੋਵੇ ਚਾਹੇ ਕਾਰਨੈਟਿਕ ਮਿਊਜ਼ਿਕ ਹੋਵੇ, ਉਸ ਨੂੰ ਛੱਡ ਚੁੱਕੇ ਨੇ। ਤੁਸੀਂ ਕਿਸੇ ਨੂੰ ਸੁਣਾ ਕੇ ਦੇਖੋ, ਕਹਿੰਦੇ ਸਾਨੂੰ ਬੋਰ ਨਾ ਕਰੋ ਜੀ। ਬਿਲਕੁਲ, ਅਸੀਂ ਤਾਂ ਉਹੀ ਸੁਣਨਾ ਜੋ ਚੱਕ ਲੂ ਧਰ ਲੂ ਵਾਲਾ ਜਿਹੜਾ ਜੋ ਉਸ ਟਾਈਪ ਦਾ ਮਿਊਜ਼ਿਕ ਹੈ, ਜੋ ਹਿਪ ਹੌਪ ਟਾਈਪ ਦਾ ਮਿਊਜ਼ਿਕ ਹੈ। ਸੋ ਇਸ ਤਰ੍ਹਾਂ ਸੁਖਜੀਤ ਜੀ ਜੋ ਸਾਰਾ ਤੁਸੀਂ ਮੈਨੂੰ ਸਵਾਲ ਕੀਤਾ ਕਿ ਅੱਜ ਭਾਰਤ ਦੇ ਸਮਾਜ ਨੂੰ ਕਿਸ ਤਰ੍ਹਾਂ ਕਿੱਥੇ ਖੜਾ ਦੇਖਦੇ ਹੋ, ਮੈਂ ਇਸੇ ਲਈ ਮੈਂ ਕਹਿੰਦਾ ਹਾਂ ਕਿ ਜੋ ਅੱਜ ਅਸੀਂ ਆਇਡੈਂਟੀਟੀ ਕ੍ਰਾਈਸਿਸ ਦੇ ਵਿੱਚ ਸਾਡਾ ਸਮਾਜ ਫਸਿਆ ਹੋਇਆ ਹੈ। ਨਾ ਤਾਂ ਅਸੀਂ ਆਪਣੇ ਸੱਭਿਆਚਾਰ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ, ਉਸ ਸਮਝਦੇ ਨਾ ਹੁੰਦਿਆਂ ਹੋਇਆਂ, ਇਹ ਨਾ ਜਾਣਦਿਆਂ ਹੋਇਆਂ ਕਿ ਅਸੀਂ ਕਿੰਨੀ ਤਰੱਕੀ ਕੀਤੀ ਹੈ, ਅਸੀਂ ਕਿੰਨਾ ਕੁਝ ਜੋ ਵਿਸ਼ਵ ਨੂੰ ਦਿੱਤਾ ਹੈ ਭਾਰਤ ਨੇ, ਤੇ ਸਾਡੀ ਕੀ ਧਰੋਹਰ ਹੈ ਇੰਟੈਲੈਕਚੁਅਲੀ, ਗਿਆਨ ਦੇ ਤੌਰ ਤੇ, ਮਿਊਜ਼ਿਕ ਦੇ ਤੌਰ ਤੇ, ਮੈਡੀਸਿਨ ਦੇ ਤੌਰ ਦੇ ਉੱਤੇ ਅਸੀਂ ਕੀ ਕੁਝ ਅਚੀਵ ਕੀਤਾ, ਉਸ ਨੂੰ ਛੱਡ ਕੇ ਇੱਕ ਪੱਛਮ ਦੀ ਇੱਕ ਅੰਨ੍ਹੇਵਾਹ ਕਾਪੀ ਮਾਰਨ ਲੱਗੇ ਹੋਏ ਆ। ਸੋ ਜੋ ਨਕਲ ਹੈ ਉਹ ਕਦੇ ਵੀ ਅਸਲ ਨਾਲੋਂ ਵਧੀਆ ਨਹੀਂ ਹੁੰਦੀ, ਇਸ ਲਈ ਉਹ ਹਮੇਸ਼ਾ ਹੀਣ ਭਾਵਨਾ ਦਾ ਸ਼ਿਕਾਰ ਰਹਿਣਗੇ। ਜੀ ਲਵਲੀਨ ਜੀ, ਜੋ ਆਪਣੇ ਸੱਭਿਆਚਾਰ ਨੂੰ ਛੱਡ ਕੇ, ਆਪਣੀ ਅਸਤਿਤਵ ਨੂੰ ਛੱਡ ਕੇ ਕਿਸੇ ਦੀ ਨਕਲ ਕਰਦੇ ਨੇ, ਉਹ ਜਿਸ ਦੀ ਨਕਲ ਕਰਦੇ ਨੇ ਉਸ ਦੇ ਹਮੇਸ਼ਾ ਅਧੀਨ ਰਹਿਣਗੇ, ਉਸ ਤੋਂ ਉੱਪਰ ਕਦੇ ਨਹੀਂ ਜਾਣਗੇ। ਜੀ ਤੁਸੀਂ ਬਿਲਕੁਲ ਸਹੀ ਕਿਹਾ। ਇਸ ਲਈ ਉਹ ਦੂਜੀਆਂ ਕੌਮਾਂ ਦੇ, ਦੂਜੇ ਸੱਭਿਆਚਾਰਾਂ ਤੋਂ ਹਮੇਸ਼ਾ ਇਨਫੀਰੀਅਰਿਟੀ ਕੰਪਲੈਕਸ ਦੇ ਵਿੱਚ ਰਹਿਣਗੇ ਤੇ ਉਹਨਾਂ ਦੇ ਗੁਲਾਮ ਬਣ ਕੇ ਰਹਿਣਗੇ। ਇਸ ਗੁਲਾਮੀ ਦੇ ਵਿੱਚੋਂ ਨਿਕਲਣ ਦਾ ਸਿਰਫ ਇੱਕੋ ਇੱਕ ਤਰੀਕਾ ਹੈ, ਤੁਸੀਂ ਆਪਣੀਆਂ ਜੜ੍ਹਾਂ ਨਾਲ ਜੁੜੋ। ਜੀ ਬਿਲਕੁਲ ਸਹੀ। ਆਪਣੀਆਂ ਜੜ੍ਹਾਂ ਨਾਲ ਜੁੜੋ, ਆਪਣੇ ਅਮੀਰ ਵਿਰਸੇ ਨਾਲ, ਆਪਣੀ ਅਮੀਰ ਧਰੋਹਰ ਦੇ ਨਾਲ ਜੁੜੋ ਤੇ ਉੱਥੋਂ ਬਹੁਤ ਕੁਝ ਹਾਸਲ ਕਰਨ ਨੂੰ ਹੈ। ਤੁਸੀਂ ਆਪ ਹਾਸਲ ਕਰੋ ਤੇ ਦੁਨੀਆ ਨੂੰ ਦਿਓ। ਦੁਨੀਆ ਨੂੰ ਦੱਸੋ ਕਿ ਸਾਡਾ ਵਿਰਸਾ, ਸਾਡਾ ਸੱਭਿਆਚਾਰ, ਸਾਡਾ ਧਰਮ ਇਹ ਆਫਰ ਕਰਦਾ ਹੈ, ਸ਼ਾਂਤੀ ਆਫਰ ਕਰਦਾ ਹੈ, ਸ਼ਾਂਤੀ ਦਾ ਮਾਰਗ ਆਫਰ ਕਰਦਾ ਹੈ। ਸੋ ਸੁਖਜੀਤ ਜੀ, ਇੱਕ ਹੋਰ ਬੜਾ ਜੋ ਕਥਨ ਉਹ ਮੈਂ ਕਿਤੇ ਸੁਣਿਆ ਸੀ, ਉਹ ਵੀ ਮੈਂ ਦੁਹਰਾਉਣਾ ਚਾਹੂੰਗਾ ਕਿ ਇੰਡੀਆ ਬ੍ਰੋਕਨ ਫਰੋਮ ਇਟਸ ਰੂਟਸ ਸਪੀਕਸ ਮੋਰ ਐਂਡ ਲਿਸਨਸ ਲੈਸ। ਸੋ ਬੋਲਣ ਦੀ ਤਾਂ ਸਾਡੇ ਅੱਜ ਜ਼ਿਆਦਾ ਇੱਛਾ ਪੈਦਾ ਹੋਈ ਹੈ, ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਤਾਂ ਖਾਸ ਕਰਕੇ ਉਹ ਹੋਰ ਵੱਧ ਗਈ ਹੈ। ਹਰ ਕੋਈ ਜੋ ਕਹਿੰਦਾ ਹੈ ਕਿ ਜੋ ਗਿਆਨ ਦਾ ਸਾਗਰ ਹੈ ਉਹ ਮੇਰੇ ਕੋਲ ਹੀ ਹੈ ਤੇ ਮੈਂ ਜੋ ਹੈ, ਜੋ ਮੈਂ ਕਹਿੰਦਾ ਇਹੀ ਸੱਚ ਹੈ। ਪਰ ਜੋ ਸੁਣਨ ਦੀ ਜੋ ਇੱਕ ਕਲਾ ਹੈ ਉਹ ਸਾਡੇ ਚੋਂ ਖਤਮ ਹੋ ਚੁੱਕੀ ਹੈ। ਅਸੀਂ ਆਪਣੀਆਂ ਜੜ੍ਹਾਂ ਤੋਂ ਟੁੱਟੇ ਹੋਏ ਲੋਕਾਂ ਜੋ ਜ਼ਿਆਦਾ ਬੋਲਦੇ ਹਾਂ ਤੇ ਘੱਟ ਸੁਣਦੇ ਹਾਂ। ਜੀ, ਕਿਉਂਕਿ ਵੈਸੇ ਜਿਹੜੇ ਗੁੱਡ ਲਿਸਨਰ ਨਹੀਂ ਹੁੰਦੇ ਹੈਗੇ ਉਹ ਕੁਝ ਲਰਨ ਨਹੀਂ ਕਰਦੇ, ਜਿਹੜੇ ਬੋਲਦੇ ਸਿਰਫ ਉਹੀ ਬੋਲਦੇ ਜਿੰਨੀ ਕੁ ਚੀਜ਼ ਉਹਨਾਂ ਨੂੰ ਪਤਾ ਹੁੰਦੀ ਆ। ਪਰ ਜੇ ਅਸੀਂ ਕਿਸੇ ਨੂੰ ਸੁਣਦੇ ਆ ਤਾਂ ਸਾਨੂੰ ਕੁਝ ਨਵਾਂ ਸੁਣਨ ਨੂੰ ਮਿਲਦਾ, ਕੋਈ ਨਵੀਂ ਗੱਲ ਸਾਨੂੰ ਪਤਾ ਲੱਗਦੀ ਆ। ਜੀ ਲਵਲੀਨ ਜੀ, ਇਸ ਸਭ ਦੇ ਮੱਦੇਨਜ਼ਰ ਇੱਕ ਨਵਾਂ ਭਾਰਤੀ ਸਮਾਜ ਅਤੇ ਰਾਜਨੀਤੀ ਕਿਵੇਂ ਸਿਰਜੀ ਜਾ ਸਕਦੀ ਆ?
ਜੀ ਸੁਖਜੀਤ ਜੀ, ਅਸੀਂ ਜਿਸ ਤਰ੍ਹਾਂ ਸਾਰੀ ਚਰਚਾ ਕੀਤੀ, ਐਜੂਕੇਸ਼ਨ ਸਿਸਟਮ ਦੀ ਚਰਚਾ ਕੀਤੀ, ਭਾਰਤ ਦੇ ਪੋਲੀਟੀਕਲ ਸਿਸਟਮ ਦੀ ਚਰਚਾ ਕੀਤੀ, ਭਾਰਤ ਦੇ ਸਮਾਜ ਦੀ ਚਰਚਾ ਕੀਤੀ, ਸੋ ਜੋ ਚੇਂਜ ਹੈ ਜਾਂ ਜੋ ਬਦਲਾਵ ਹੈ, ਅਸੀਂ ਹੁਣ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਦੇਖਿਆ ਕਿ ਲੋਕ ਬਦਲਾਅ ਦੀਆਂ ਗੱਲਾਂ ਕਰਦੇ ਨੇ, ਬਦਲਾਅ ਵਾਸਤੇ ਨਵੀਆਂ ਪਾਰਟੀਆਂ ਨੂੰ ਖੜੀਆਂ ਕਰਦੇ ਨੇ, ਪਰ ਜੋ ਨਵੀਆਂ ਪਾਰਟੀਆਂ ਨੇ ਜਿਹੜੀਆਂ ਉਹ ਪੁਰਾਣੀਆਂ ਨਾਲੋਂ ਵੀ ਉਹ ਜੋ ਮਾੜਾ ਵਤੀਰਾ ਹੈ, ਜੋ ਮਾੜੀ ਸਿਆਸਤ ਹੈ, ਉਹ ਕਰਕੇ ਦਿਖਾਉਂਦੀਆਂ ਨੇ। ਕਿਉਂਕਿ ਜੋ ਪੋਲੀਟੀਕਲ ਚੇਂਜ ਹੈ ਜਾਂ ਜੋ ਪੋਲੀਟੀਕਲ ਚੇਂਜ ਹੈ ਉਹ ਸਮਾਜਿਕ ਚੇਂਜ ਤੋਂ ਬਾਅਦ ਹੀ ਆਊਗੀ। ਜਿੰਨਾ ਚਿਰ ਸਮਾਜ ਨੂੰ ਨਹੀਂ ਬਦਲਿਆ ਜਾਂਦਾ ਉਨਾ ਚਿਰ ਰਾਜਨੀਤੀ ਨੂੰ ਨਹੀਂ ਬਦਲਿਆ ਜਾ ਸਕਦਾ। ਸੋ ਇੱਥੇ ਸਾਨੂੰ ਸਾਰੇ ਫਰੰਟਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਭਾਰਤ ਦੇ ਵਿੱਚ, ਚਾਹੇ ਉਹ ਸਾਡੀ ਐਜੂਕੇਸ਼ਨ ਨੀਤੀ ਹੋਵੇ, ਸਾਨੂੰ ਉਸ ਨੂੰ ਵੀ ਰੀਡਰਾਫਟ ਕਰਨ ਦੀ ਲੋੜ ਹੈ ਸਾਰੀ, ਤਾਂ ਕਿ ਅਸੀਂ ਮੈਕੌਲੇ ਦੇ ਕਲਰਕ ਪੈਦਾ ਕਰਨੇ ਬੰਦ ਕਰੀਏ ਅਤੇ ਭਾਰਤ ਦੀਆਂ ਜੜ੍ਹਾਂ ਨਾਲ ਜੁੜੇ ਹੋਏ ਸੱਤਿਆਕਾਮ ਜਵਾਲਾ ਵਰਗੇ ਤੇ ਨਚੀਕੇਤ ਵਰਗੇ ਇੰਡੀਪੈਂਡੈਂਟ ਮਾਈਂਡ ਨੇ ਉਹਨਾਂ ਨੂੰ ਪੈਦਾ ਕਰੀਏ। ਫਿਰ ਸਾਡਾ ਜੋ ਪੋਲੀਟੀਕਲ ਸਿਸਟਮ ਹੈ ਉਸ ਦੇ ਵਿੱਚ ਵੀ ਵੱਡੇ ਬਦਲਾਅ ਦੀ ਲੋੜ ਹੈ, ਉਸ ਦੇ ਵਿੱਚ ਵੀ ਜੋ ਇੱਕ ਭਾਰਤੀ ਕਦਰਾਂ ਕੀਮਤਾਂ ਤੇ ਬੇਸਡ ਜੋ ਸਿਸਟਮ ਹੈ ਉਸ ਨੂੰ ਬਣਾਉਣ ਦੀ ਲੋੜ ਹੈ। ਤੀਜਾ, ਜੋ ਅਸੀਂ ਸਮਾਜਿਕ ਤੌਰ ਤੇ ਦੇਖੀਏ ਜਾਂ ਸਵਾਲ ਕਰਨ ਦੀ ਪ੍ਰਵਿਰਤੀ ਸਮਾਜ ਦੇ ਵਿੱਚ ਦੁਬਾਰਾ ਪੈਦਾ ਹੋਣੀ ਚਾਹੀਦੀ ਹੈ। ਜੋ ਲੋਕ ਨਕਲ ਕਰਦੇ ਨੇ ਉਹ ਅਸਲ ਦੇ ਥੱਲੇ ਰਹਿੰਦੇ ਨੇ, ਜੋ ਲੋਕ ਸਵਾਲ ਕਰਦੇ ਨੇ ਘਰ ਦੇ ਵਿੱਚ ਹੀ ਦੇਖੋ ਤੁਸੀਂ, ਪਹਿਲਾਂ ਤਾਂ ਜੋ ਸਵਾਲ ਕਰਨ ਦੀ ਪ੍ਰਵਿਰਤੀ ਹੈ ਉਸ ਨੂੰ ਦਬਾਉਣਾ ਸ਼ੁਰੂ ਹੋ ਜਾਂਦਾ। ਜੇ ਕੋਈ ਜਵਾਕ ਆਪਣੇ ਬਾਪ ਨੂੰ ਸਵਾਲ ਕਰਦਾ ਹੈ ਤਾਂ ਉਸ ਨੂੰ ਜ਼ਬਾਨ ਲੜਾਉਣਾ ਕਿਹਾ ਜਾਂਦਾ ਹੈ ਜੀ ਭਾਰਤੀ ਭਾਸ਼ਾ ਦੇ ਵਿੱਚ। ਉੱਥੇ ਉਹਨੂੰ ਰਿਸਪੈਕਟ ਦੇਣੀ, ਉਸ ਦੇ ਸਵਾਲਾਂ ਦਾ ਆਦਰ ਕਰਨਾ, ਉਹ ਉਸ ਬੱਚੇ ਨੂੰ ਇੱਕ ਇੰਡੀਪੈਂਡੈਂਟ ਮਾਈਂਡ ਅਤੇ ਇੰਡੀਪੈਂਡੈਂਟ ਇੱਕ ਆਜ਼ਾਦ ਸੋਚ ਵਾਲਾ ਵਿਅਕਤੀ ਅੱਗੇ ਚੱਲ ਕੇ ਬਣਾਏਗਾ। ਜੇ ਤੁਸੀਂ ਉਸ ਨੂੰ ਐਜ਼ ਅ ਚਾਈਲਡ ਹੀ ਉਸ ਨੂੰ ਰਿਸਪੈਕਟ ਦਿੰਦੇ ਹੋ, ਉਸ ਦੇ ਸਵਾਲਾਂ ਦਾ ਜਵਾਬ ਦਿੰਦੇ ਹੋ ਤੇ ਉਸ ਨੂੰ ਓਪਰੇਸ਼ਨ ਨਹੀਂ ਕਰਦੇ, ਇੱਕ ਅਨਡੈਮੋਕ੍ਰੈਟਿਕ ਵਤੀਰਾ ਨਹੀਂ ਦਿਖਾਉਂਦੇ ਘਰ ਦੇ ਵਿੱਚ। ਸੋ ਘਰ ਦੇ ਵਿੱਚ ਵੀ ਇੱਕ ਤੁਹਾਨੂੰ ਡੈਮੋਕ੍ਰੈਟਿਕ ਵਤੀਰਾ ਦਿਖਾਉਣ ਦੀ ਲੋੜ ਹੈ ਭਾਰਤੀਆਂ ਨੂੰ। ਸੋ ਇਸੇ ਤਰ੍ਹਾਂ ਸਮਾਜਿਕ ਫਰੰਟ ਦੇ ਉੱਤੇ, ਰਾਜਨੀਤਿਕ ਫਰੰਟ ਦੇ ਉੱਤੇ ਅਤੇ ਐਜੂਕੇਸ਼ਨ ਦੇ ਫਰੰਟ ਦੇ ਉੱਤੇ ਇਹ ਸਾਨੂੰ ਵੱਡੀਆਂ ਚੇਂਜਸ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਕਿ ਜੋ ਪੱਛਮੀ ਰਾਜ ਪ੍ਰਬੰਧ ਹੈ ਸੁਖਜੀਤ ਜੀ, ਸੋ ਉਹ ਵਿਅਕਤੀ ਨੂੰ ਸਿਰਫ ਜੋ ਰਾਜ ਪ੍ਰਬੰਧ ਪੱਛਮ ਨੇ ਦਿੱਤੇ ਨੇ ਉਹ ਸਿਰਫ ਇੱਕ ਵਿਅਕਤੀ ਨੂੰ ਐਜ਼ ਐਨ ਇਕਨੋਮਿਕ ਪੁਆਇੰਟ ਆਫ ਵਿਊ ਤੋਂ ਦੇਖਦੇ ਨੇ ਜੀ। ਚਾਹੇ ਉਹ ਕੈਪੀਟਲਿਜ਼ਮ ਹੈ, ਉਸ ਦੇ ਵਿੱਚ ਵੀ ਪੈਸਾ ਮਟੀਰੀਅਲੀ ਪ੍ਰਧਾਨ ਹੈ, ਚਾਹੇ ਉਹ ਸੋਸ਼ਲਿਜ਼ਮ ਹੈ, ਦੋਨੇ ਵੈਸਟਰਨ ਨੇ। ਜੋ ਸੋਸ਼ਲਿਜ਼ਮ ਹੈ ਉਹ ਵੀ ਇਹੀ ਗੱਲ ਕਰਦਾ ਹੈ, ਉਹ ਵੀ ਇਕਨੋਮਿਕ ਪੁਆਇੰਟ ਆਫ ਵਿਊ ਤੋਂ ਹੀ ਦੇਖਦਾ ਹੈ ਸਾਰੇ ਸਿਸਟਮ ਨੂੰ। ਪਰ ਜੋ ਭਾਰਤੀ ਸਿਸਟਮ ਹੈ, ਭਾਰਤ ਜੋ ਦੁਨੀਆ ਨੂੰ ਦੇ ਸਕਦਾ ਹੈ, ਕਿਉਂਕਿ ਭਾਰਤ ਦੇ ਵਿੱਚ ਇੱਕ ਮਨੁੱਖ ਨੂੰ ਮਨੁੱਖ ਦੇ ਤੌਰ ਤੇ ਦੇਖਿਆ ਜਾਂਦਾ ਹੈ, ਇੱਕ ਇੰਟੈਗਰਲ ਹਿਊਮਨ ਦੇ ਤੌਰ ਤੇ ਦੇਖਿਆ ਜਾਂਦਾ ਹੈ, ਇੱਕ ਕੰਪਲੀਟ ਮਨੁੱਖ ਦੇ ਤੌਰ ਤੇ ਦੇਖਿਆ ਜਾਂਦਾ ਹੈ, ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਮਨੁੱਖ ਨੂੰ ਇੱਕ ਸਫਲ ਜੀਵਨ ਜਿਉਣ ਦੇ ਲਈ ਧਰਮ, ਅਰਥ, ਕਾਮ ਤੇ ਮੋਕਸ਼ ਚਾਰੇ ਚੀਜ਼ਾਂ ਦੀ ਲੋੜ ਹੈ। ਸੋ ਇਹਨਾਂ ਚਾਰਾਂ ਦੇ ਵਿੱਚੋਂ ਜੋ ਪੱਛਮੀ ਸਿਸਟਮ ਹੈ ਉਹ ਸਿਰਫ ਔਰ ਸਿਰਫ ਅਰਥ ਤੇ ਜ਼ੋਰ ਦਿੰਦਾ ਹੈ, ਅਰਥ ਤੇ ਯਾਨੀ ਕਿ ਪੈਸੇ ਤੇ ਜ਼ੋਰ ਦਿੰਦਾ ਹੈ। ਪੈਸਾ ਕਮਾਉਣਾ, ਪੈਸਾ ਕਮਾਉਣਾ, ਪੈਸਾ ਕਮਾਉਣਾ, ਮਟੀਰੀਅਲਿਸਟਿਕ ਬਣਦੇ ਜਾ ਰਹੇ, ਮਟੀਰੀਅਲਿਸਟਿਕ ਹੀ ਪੋਲੀਟੀਕਲ ਸਿਸਟਮ ਹੈ ਕੈਪੀਟਲਿਜ਼ਮ ਜੀ। ਸੋਸ਼ਲਿਜ਼ਮ ਵੀ ਇੱਕ ਤਰ੍ਹਾਂ ਮਟੀਰੀਅਲ ਦੀ ਡਿਸਟ੍ਰੀਬਿਊਸ਼ਨ ਦੇ ਉੱਤੇ ਆਧਾਰਿਤ ਹੈ ਸਾਰਾ ਜੀ। ਜੋ ਭਾਰਤ ਜੋ ਦੁਨੀਆ ਨੂੰ ਦੇ ਸਕਦਾ ਹੈ ਉਹ ਹੈ ਇੱਕ ਇੰਟੈਗਰਲ ਹਿਊਮਨ ਬੀਇੰਗ। ਭਾਰਤ ਦੁਨੀਆ ਨੂੰ ਮਨੁੱਖਤਾ ਸਮਝਾ ਸਕਦਾ ਹੈ, ਇਨਸਾਨੀਅਤ ਸਮਝਾ ਸਕਦਾ ਹੈ, ਕਿਉਂਕਿ ਉਹ ਮਨੁੱਖ ਨੂੰ ਦੇਖਦਾ ਹੈ ਨਾ ਕਿ ਸਿਰਫ ਆਰਥਿਕ ਪੁਆਇੰਟ ਆਫ ਵਿਊ ਤੋਂ, ਧਾਰਮਿਕ ਪੁਆਇੰਟ ਆਫ ਵਿਊ ਤੋਂ। ਧਰਮ ਕਮਾਓ, ਅਰਥ ਕਮਾਓ, ਕਾਮ ਇੱਕ ਜੋ ਤੁਹਾਡੀ ਫੈਮਿਲੀ ਲਾਈਫ ਹੈ ਉਹ ਸੈਟੀਸਫਾਈਡ ਹੋਣੀ ਚਾਹੀਦੀ ਹੈ, ਤੇ ਫਿਰ ਮੋਕਸ਼ ਗਿਆਨ ਹਾਸਲ ਕਰਕੇ ਇਹਨਾਂ ਸਭ ਜੋ ਦੁਨੀਆ ਦੇ ਝਮੇਲਿਆਂ ਇਹਨਾਂ ਤੋਂ ਅੱਗੇ ਨਿਕਲ ਕੇ ਮੋਕਸ਼ ਪ੍ਰਾਪਤ ਕਰਨਾ। ਇਹ ਸਾਰੀਆਂ ਚੀਜ਼ਾਂ ਨੇ। ਇਹ ਇੱਕ ਭਾਰਤੀ ਪੁਆਇੰਟ ਆਫ ਵਿਊ ਹੈ ਜੋ ਵੈਸਟ ਨਾਲੋਂ ਡਿਫਰੈਂਟ ਹੈ। ਭਾਰਤੀ ਆਪਣੇ ਇਸ ਪੁਆਇੰਟ ਆਫ ਵਿਊ ਨੂੰ ਭੁੱਲ ਗਏ ਨੇ। ਭਾਰਤੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨਾ ਪਵੇਗਾ ਤੇ ਸਾਰੇ ਐਜੂਕੇਸ਼ਨਲ ਫਰੰਟ ਦੇ ਉੱਤੇ, ਪੋਲੀਟੀਕਲ ਫਰੰਟ ਦੇ ਉੱਤੇ, ਸੋਸ਼ਲ ਫਰੰਟ ਦੇ ਉੱਤੇ ਇੱਕ ਵੱਡੀ ਤਬਦੀਲੀ ਲਿਆਉਣੀ ਪਵੇਗੀ, ਤਾਂ ਕਿ ਜੋ ਭਾਰਤ ਤੇ ਭਾਰਤੀਆਂ ਨੇ ਉਹ ਗੁਲਾਮ ਸੋਚ ਤੋਂ ਬਾਹਰ ਨਿਕਲ ਕੇ ਇੱਕ ਮਾਡਰਨ ਤੇ ਸਟਰੋਂਗ ਨੇਸ਼ਨ ਨੂੰ ਜਨਮ ਦੇ ਸਕਣ,
ਅਤੇ ਆਪਣੀ ਸੱਭਿਅਤਾ ਤੇ ਅਮੀਰ ਵਿਰਸੇ ਨੂੰ ਅੱਗੇ ਲਿਜਾ ਸਕਣ। जी लवलीन जी बहुत बहुत शुक्रिया। तुहाडे नाल मुलाकात होएगी नैक्सट संडे एक होर विषय ते गलबात करांगे। इस दे नाल ही सानू अज दा प्रोग्राम समाप्त करन दी इजाजत दिओ। प्रोग्राम च साथ देने लई बहुत बहुत शुक्रिया। रब रखा।